ਕਿੰਨੇ ਦੇਣਾ ਹੈ ਉਹਨੂੰ ਸੱਦੋ ਉੱਤੇ ਸੱਦਿਓ ਨੇ ਮੈਂ ਦੇਣਾ ਜਵਾਬ ਬੱਬਰ ਸ਼ੇਰ ਸਾਹਿਬ ਤੁਸੀਂ ਕਰੋ ਬੱਬਰ ਸ਼ੇਰ ਸਾਹਿਬ ਨੂੰ ਗੱਲ ਕਰਨ ਦਈਏ ਅਲੀਮ ਸਾਹਿਬ ਆਮਿਰ ਭਾਈ ਨੂੰ ਕਾਲ ਤੇ ਚੁੱਕੋ ਨਹੀਂ ਮੈਂ ਜਵਾਬ ਚੁੱਕੋ ਸਾਹਿਬ ਆ ਜਾਂਦੇ ਨੇ ਅਮਰ ਸਾਹਿਬ ਇੱਥੇ ਹੀ ਨੇ ਆ ਜਾਂਦੇ ਨੇ ਅਮਰ ਸਾਹਿਬ ਵੀ ਆ ਜਾਂਦੇ ਸੱਦੋ ਜਿਹੜਾ ਰੌਲਾ ਪਾਇਆ ਨਾ ਜਿਹੜਾ ਰਾਜਪਾਲ ਦੀ ਕਿਤਾਬ ਇਹ ਬੈਠਾ ਸੀ ਇਹਦੀ ਬਰੋਡ ਤੇ ਮੁਫਤੀ ਸਾਹਿਬ ਨੇ ਰੌਲਾ ਪਾਇਆ ਸੀ ਇਹ ਕੰਪਿਊਟਰ ਦੇ ਤਾਂ ਖੋਲ ਕੇ ਰਾਜਪਾਲ ਦੀ ਕਿਤਾਬ ਦੇ ਸਕਾ ਅਗਰ ਇਜਾਜ਼ਤ ਦੇ ਦਿੰਦੇ ਨੇ ਦਵਾ ਜਵਾਬ ਇਹ ਵੇ ਜਨਾਬ ਮਾਈਕ ਦੀ ਲੁੱਪੀ ਲਾਓ ਨਾ ਅੱਛਾ ਨਾਲ ਆਹਿਸਤਾ ਗੱਲ ਕਰਨੀ ਹੈ ਆਰਾਮ ਦੇ ਨਾਲ ਗੱਲ ਸੁਣੋ ਬੱਬਰ ਸ਼ਾਹ ਸਾਹਿਬ ਵੀ ਬੜੇ ਅੱਛੇ ਦੋਸਤ ਨੇ ਬੜੇ ਧੀਮੇ ਮਿਜ਼ਾਜ ਦੇ ਬੰਦੇ ਨੇ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਮੈਂ ਪਹਿਲਾਂ ਤੁਸੀਂ ਤਬਲੀਗ ਕਰੋ ਸਾਰੇ ਪੜ੍ਹੇ ਲਿਖੇ ਦੋਸਤ ਆ ਸਾਰੇ ਲੋਕ ਬੱਚੇ ਦੋਸਤ ਜਿਹੜੇ ਨੇ ਪੜ੍ਹੇ ਲਿਖੇ ਨੇ ਤੂੰ ਨਪਾੜ ਇਹਨਾਂ ਵੜਿਆ ਚੋਂ ਨਾ ਕੋਈ ਬੰਦਾ ਨਹੀਂ ਨਪਾੜ ਗੱਲ ਕਰ ਉਹ ਵੀ ਪੜ੍ਹੇ ਲਿਖੇ ਨੇ ਸਾਰੇ ਬੱਬਰ ਸ਼ੇਰ ਸਾਹਿਬ ਵੀ ਮਲਕ ਇਮਰਾਨ ਸਾਹਿਬ ਬੱਬਰ ਸ਼ੇਰ ਸਾਹਿਬ ਮੈਨੂੰ ਇਤਰਾਫ ਇਸ ਚੀਜ਼ ਦਾ ਕਿ ਮੈਂ ਨਹੀਂ ਪੜ੍ਹੇ ਲਿਖਿਆ ਤੇ ਮਿਹਰਬਾਨੀ ਕਰੋ ਤੁਸੀਂ ਜਨਾਬ ਆਪਣੀ ਤਬਲੀਗ ਗੱਲ ਕਰਨੀ ਹੈ ਅਸੀਂ ਬਹੁਤ ਆਰਾਮ ਨਾਲ ਗੱਲ ਕਰਨੀ ਹੈ ਕੋਈ ਮਸਲਾ ਨਹੀਂ ਹੈ ਅੱਛਾ ਕੀ ਹੋਇਆ ਮਸਲਾ ਹੁਣ ਕੀ ਹੋਇਆ ਤੂੰ ਪਹਿਲਾਂ ਮੌਕਾ ਦਿਓ ਬੱਬਰ ਸ਼ੇਰ ਸਾਹਿਬ ਨੂੰ ਗੱਲ ਆਮਰ ਸਾਹਿਬ ਹਰ ਬਰੋਡ ਤੇ ਕਹਿੰਦੇ ਨੇ ਜੀ ਇੱਕ ਮਿੰਟ ਖਲੋਇਆ ਯਾਰ ਇੱਕ ਮਿੰਟ ਭਰਾ ਮਲਕ ਸਾਹਿਬ ਚੁੱਪ ਕਰੋ ਤੂੰ 15 ਪੈਸੇ ਲਾ ਕੇ ਇੱਕ ਮਿੰਟ ਤੂੰ ਵੀ ਠਹਿਰ ਜਰਾ ਇੱਕ ਮਿੰਟ ਠਹਿਰ ਜਾ ਗੱਲ ਕਰਨ ਦੇ ਆਖਿਆ ਗੱਲ ਕਰਨ ਦੇ ਭਾਈ ਸਾਹਿਬ ਅਲੀਮ ਸਾਹਿਬ ਸੁਣਦੇ ਹੋ ਬੇ ਮੈਂ ਤਾਂ ਬਿਲਕੁਲ ਸੁਣ ਤੁਸੀਂ ਮੁਕੰਮਲ ਕਰ ਲਓ ਤੇ ਫਿਰ ਅਸੀਂ ਠੀਕ ਹੈ ਲੀਮ ਸਾਹਿਬ ਮੇਰੀ ਇਹੀ ਗੱਲ ਕਰਨ ਲੱਗਾ ਜਿੱਦਣ ਉਹਨਾਂ ਕਿਤਾਬ ਪੜ੍ਹੀ ਹੈ ਉਧਰ ਪੜ੍ਹੀ ਹੈ ਨਹੀਂ ਪੜ੍ਹੀ ਲੇਕਿਨ ਉਸ ਦਿਨ ਇਹ ਆਮਰ ਨਜ਼ੀਰ ਦੀ ਬਰੋਡ ਤੇ ਮੁਫਤੀ ਸਾਹਿਬ ਨੇ ਬਹਿ ਕੇ ਇਹ ਕਹਿੰਦੇ ਸਨ ਇਹ ਕੰਪਿਊਟਰ ਜੀ ਇਹ ਵੈਬਸਾਈਟ ਹੈ ਇੱਥੋਂ ਤੁਸੀਂ ਜਾ ਕੇ ਰੰਗੀਲਾ ਰਸੂਲ ਪੜ੍ਹ ਸਕਦੇ ਹੋ ਉਹ ਦੱਸੋ ਉਹ ਕਦ ਗੱਲੋਂ ਉੱਥੇ ਕੰਮ ਹੋਇਆ ਉਹਦਾ ਜਵਾਬ ਅਜੇ ਤੱਕ ਨਹੀਂ ਕਿਸੇ ਦਿੱਤਾ ਹਰ ਬਰੋਡ ਤੇ ਬਹਿ ਕੇ ਰੰਗੀਲਾ ਰਸੂਲ ਕਰਦੇ ਨੇ ਉਹ ਜਵਾਬ ਕਿਹਨੇ ਦੇਣਾ ਤੁਹਾਡਾ ਸਵਾਲ ਆ ਗਿਆ ਸ਼ਾਪ ਸ਼ੂਟਰ ਸਾਹਿਬ ਦਾ ਜਵਾਬ ਦੇਣਗੇ ਜੀ ਸ਼ਾਪ ਸ਼ੂਟਰ ਸਾਹਿਬ ਮਾਈਕ ਮਿਊਟ ਕਰ ਲਓ ਆਪਣਾ ਮਾਈਕ ਮਿਊਟ ਕਰ ਲਓ ਜੀ ਸ਼ਾਪ ਸਾਹਿਬ ਜਵਾਬ ਦਿਓ ਜੀ ਆਰਾਮ ਨਾਲ ਪੜ੍ਹੇ ਲਿਖੇ ਦੋਸਤ ਨੇ ਸਾਰੇ ਆਰਾਮ ਨਾਲ ਗੱਲ ਕਰਨੀ ਹੈ ਕਿਸੇ ਨੇ ਲੜਾਈ ਨਹੀਂ ਕਰਨੀ ਸ਼ਾਪ ਸ਼ੂਟਰ ਸਾਹਿਬ ਬੱਬਰ ਸ਼ੇਰ ਸਾਹਿਬ ਨੇ ਗੱਲ ਸਵਾਲ ਰੱਖਿਆ ਇਹਦਾ ਜਵਾਬ ਤੁਸੀਂ ਦਿਓ अस्सलाम वालेकुम अलीम भाई ਇਹਨੂੰ ਕਹੋ ਰਿਕਾਰਡਿੰਗ ਚਲਾ ਦੇ ਬਿਨਾ ਕਿੱਥੇ ਉਹਨਾਂ ਨੇ ਕਿਹਾ ਹਾਂ ਇਹ ਗੱਲ ਅੱਛਾ ਬੱਬਰ ਸ਼ੇਰ ਸਾਹਿਬ ਤੁਸੀਂ ਆਪਣਾ ਮਾਈਕ ਮਿਊਟ ਕਰ ਲਓ ਸ਼ਾਪ ਸ਼ੂਟਰ ਸਾਹਿਬ ਬੱਬਰ ਸ਼ੇਰ ਸਾਹਿਬ ਉਹ ਬੜੇ ਆਰਾਮ ਨਾਲ ਗੱਲ ਕਰ ਰਹੇ ਨੇ ਧੀਮੇ ਮਿਜ਼ਾਜ ਦੇ ਅਲੀਮ ਸਾਹਿਬ ਮੇਰੇ ਕੋਲ ਨੇ ਮੈਂ ਕੰਮ ਤੇ ਵਾਂ ਮੈਂ ਤੁਹਾਨੂੰ ਪਰਸਨਲ ਵੀਡੀਓ ਭੇਜਣਾ ਜਿਹਦੇ ਚ ਮੈਂ ਕਸਮ ਖਾ ਕੇ ਦੱਸਣਾ ਇਹਦੇ ਚ ਮੈਂ ਮੇਰੇ ਕੋਲ ਵੀਡੀਓ ਪਈ ਹੈ ਜਿਹਦੇ ਚ ਮੌਲਵੀ ਸਾਹਿਬ ਦਿਖਾ ਰਹੇ ਨੇ ਕਿ ਇਹ ਦੇਖੋ ਇੱਥੋਂ ਜਾ ਕੇ ਰੰਗੀਲਾ ਰਸੂਲ ਤੁਸੀਂ ਪੜ੍ਹ ਸਕਦੇ ਹੋ ਤੇ ਹੁਣ ਤੇ ਆਪਸ ਦੇ ਵਿੱਚ ਖੈ ਖੂ ਗਏ ਨੇ ਇੱਕ ਦੂਜੇ ਨਾਲ ਬੋਲਦੇ ਨਹੀਂ ਉਦੋਂ ਅੱਜ ਹਫਤਾ ਪਹਿਲਾਂ ਆਮਰ ਨਜ਼ੀਰ ਸੀ ਬਰੋਡ ਤੇ ਬਹਿ ਕੇ ਮੁਫਤੀ ਸਾਹਿਬ ਦਿਖਾ ਰਹੇ ਸਨ ਇਹ ਵੈਬਸਾਈਟ ਹੈ ਇੱਥੋਂ ਜਾ ਕੇ ਤੁਸੀਂ ਰੰਗੀਲਾ ਰਸੂਲ ਪੜ੍ਹ ਸਕਦੇ ਹੋ ਅਲੀਮ ਸਾਹਿਬ ਅੱਛਾ ਯਾਰ ਸ਼ਾਪ ਸ਼ੂਟਰ ਸਾਹਿਬ ਤੇ ਇਤਮਾਦ ਨਹੀਂ ਹੈ ਅਲੀਮ ਸਾਹਿਬ ਚੱਲੇ ਉਹ ਭਾਈ ਆਮਿਰ ਨੂੰ ਕਾਲ ਤੇ ਚੁੱਕੋ ਆਮਿਰ ਸਾਹਿਬ ਨਹੀਂ ਕਰ ਸਕਦੇ ਮੈਨੂੰ ਬੜੀ ਦਫਾ ਕਾਰ ਪਾਈ ਹੈ ਕੱਲ ਚੁੱਕਣ ਨਹੀਂ ਰਹੇ ਜਿਹੜਾ ਬੰਦਾ ਉੱਥੇ ਮੌਜੂਦ ਸੀ ਉਹਦੇ ਕੋਲ ਸੁਣ ਲਓ ਉਹਦੇ ਕੋਲ ਜਵਾਬ ਲੈ ਲਓ ਜਿਹੜਾ ਬੰਦਾ ਨਹੀਂ ਉਹ ਨਹੀਂ ਚੁੱਕ ਰਹੇ ਅਲੀਮ ਸਾਹਿਬ ਜਿਹੜਾ ਬੰਦਾ ਉੱਥੇ ਮੌਜੂਦ ਸੀ ਨਾ ਅਲੀਮ ਸਾਹਿਬ ਇਹ ਸਾਫ਼ ਝੂਠ ਬੋਲ ਰਿਹਾ ਜੱਟ ਇਸ ਤਰ੍ਹਾਂ ਉੱਤੇ ਗੱਲ ਹੋਈ ਨਹੀਂ ਜੱਟ ਸਾਹਿਬ ਨੂੰ ਗੱਲ ਇਹਨੂੰ ਆਖੋ ਵੀਡੀਓ ਪੇਸ਼ ਕਰੇ ਅੱਛਾ ਅਲੀਮ ਸਾਹਿਬ ਇੱਥੇ ਮੇਰੀ ਗੱਲ ਸੁਣੋ ਅਲੀਮ ਸਾਹਿਬ ਇੱਥੇ ਵੀਡੀਓ ਚਲਾ ਬਟ ਗੱਲਾਂ ਨਾ ਕਰ ਵੀਡੀਓ ਪੇਸ਼ ਕਰ ਅਬਦੁੱਲਾ ਗੱਲ ਸੁਣ ਬਹੁਤਾ ਰੇੜਾ ਕਰਨਾ ਕੋਈ ਬੰਦਾ ਵੱਡਾ ਨਹੀਂ ਬਣ ਜਾਂਦਾ ਤਮਾਸ਼ਾ ਲਾਇਆ ਤੂੰ ਅਲੀਮ ਸਾਹਿਬ 60 ਬੰਦੇ ਸੁਣਨ ਦੇ ਨੇ ਮੇਰੇ ਕੋਲ 2-3 ਘੰਟੇ ਰਹਿ ਗਏ ਨੇ ਮੈਂ ਕੰਮ ਤੇ ਮੈਂ ਵਾਪਸ ਜਾ ਕੇ ਮੈਂ ਤੁਹਾਡੀ ਬਰੋਡ ਤੇ ਉਹ ਵੀਡੀਓ ਨਾ ਚਲਾਵਾਂ ਤੇ ਮੇਰਾ ਪਿਓ ਕੋ ਨਹੀਂ ਠੀਕ ਹੈ ਠੀਕ ਹੋ ਹੁਣ ਕੰਮ ਆ ਗਿਆ ਤੈਨੂੰ ਨਹੀਂ ਅੱਛਾ ਮੈਂ ਗਵਾ ਹਾਂ ਯਾਰ ਮੈਂ ਵੀਡੀਓ ਰਿਕਾਰਡਿੰਗ ਮੈਂ ਸੁਣੀ ਸੀ ਮੈਂ ਉੱਥੇ ਮੌਜੂਦ ਸਾਂ ਮੁਫਤੀ ਸਾਹਿਬ ਨੇ ਗੱਲ ਕੀਤੀ ਸੀ ਮੈਂ ਉਸ ਟਾਈਮ ਉਹ ਮੈਂ ਵੀ ਸੋਚਿਆ ਸਾਂ ਮੁਫਤੀ ਸਾਹਿਬ ਨੇ ਗੱਲ ਕਿਉਂ ਕੀਤੀ ਜੀ मैं मुफ्ती साहब को पूछना सी लेकिन मैं उस टाइम बिजी था मैं पूछ नहीं मेरा दिमाग नहीं सी काम कर रहा मुफ्ती साहब गल कर क्यों रहे नहीं मौजूद सा मेरी गल सुनो मैं दसे ना मैं उस वक्त मौजूद सा अलीम साहब मेरी गल सुनो ना मैं ठीक है ਬੱਬਰ ਸ਼ੇਰ ਸਾਹਿਬ ਨੇ मेरी गल सुनो मैं मौजूद लेकिन यार मुफ्ती साहब दसणगे ना मुफ्ती साहब दसणगे तो क्यों ना रिकॉर्ड पप्पू झूठ बोल रहा है पप्पू झूठ बोल रहा है इनकी गल नहीं है झूठ नहीं
अल्लाह दी कसम मैं झूठ नहीं मार रहा झूठ बोल रहे हैं मैं उस रात में मौजूद हूं मेरी मेहरबानी करो मेरी गल सुनो पप्पू मलिक क्यों अपनी मुखालफत कैसे डाउनलोड कर सकते हो लेकिन मुझे नहीं पता नहीं मुफ्ती साहब ने मुखालफत है वो कोर्ट कटन वास्ते अजीब गल कर यार रहे हैं मुखालफत और मेरे भाई मुखालफत की गल नहीं है मैं सच दी गल कर ਇਹ ਗੱਲ ਹੋਈ मैं हक ਨਹੀਂ दी गल कर रहा उस टाइम मुफ्ती साहब वीडियो लाओ दो अल्लाह दी वीडियो कसम लाओ होई सी मुफ्ती दो साहब ने वीडियो आख्या लाओ। सी कि ऐ तुसी डाउनलोड कर सकते हो मैं क्या मुफ्ती साहब नु की हो गया है मुफ्ती साहब की वीडियो लाओ मुफ्ती साहब सर मैं सोचा मुफ्ती साहब अपने होश से चेहरे या मेरी नहीं गल सुनो मैं सोच मौजूद हूं मैं झूठ बोल रहा है पप्पू सरासर झूठ आई तो बोल रहा है नहीं बब्बर साहब सही कह रहे हैं मैं उसकी तायद करांगा मैं जो मौजूद हूं मैं उसका गवाह हां और मैं तुम जवाब देना ना यार सुन तो लोग मैं उस कार च मौजूद सा मैं मेरे सामने गल की थी मुफ्ती साहब मैं ने खुद मौजूद हूं मैं उत्थे सा मेरे सामने पप्पू मलक ने गवाही दी है पप्पू झूठ बोल रहा है जिवें दी गल है तू यही दी गल है झूठ बोल रहा पप्पू भी झूठ बोल रहा और मैं झूठ बोल झूठ बोल रहा है मैं उसके साथ मौजूद हूं पप्पू झूठ नहीं उस बोलता टाइम मैं सर उसके पप्पू साथ झूठ नहीं मौजूद हूं। बोलता पप्पू ने झूठ मेरी बोलता गल सुनो। गल होई है एक मिनट म्यूट करियो इमरान साहब ਤੁਸੀਂ ਤੇ ਆਪਣੇ ਹੈਂਡੀ ਤੋਂ ਝੂਠ ਬੋਲਦੇ ਹੋ ਮੇਰੇ ਕੋਲ 15 13 ਲੋਕਾਂ ਨੂੰ ਦਿਖਾਉਂਦੇ ਫਿਰਦੇ ਹੋ ਤੂੰ ਤਾਂ ਝੂਠਾ ਹੀ ਬੜਾ अच्छा और यार मैं जट सब तो बड़ा झूठा तुम मुफ्ती है साहब ने आख्या सी लेकिन सर और बब्बर साहब ने साथ मैं नहीं जट कहता क्यों दस्या सी नाल पप्पू उन्होंने ने तो लड़ गया दस्या उन सी तेरे लेकिन उनको करे। रीजन होनी चाहिए ना कोई रीजन होएगी कोई ना कोई रीजन ते होएगी ਚਪੇੜਾ ਮਾਰ ओ मुफ्ती साहब को पूछना चाहिए था कि तुसी क्यों दस्या सी रीजन मैं होनी दिखाया, मैंने कहता उन्होंने उन्होंने गलत दिखा कीता है लेकिन उस टाइम मैं सोच ऐसा मुफ्ती साहब ने की हो गया है मुफ्ती साहब ओरिजिनल गल मैं दसना ਅਲੀਮ ਸਾਹਿਬ ਇੱਕ ਮਿੰਟ ਅਲੀਮ ਸਾਹਿਬ ਸੁਣ ਲਿਆ ਜਨਾ ਅਲੀਮ ਸਾਹਿਬ ਸੁਣਿਆ ਕਿ ਨਹੀਂ और नहीं तेरे को जवाब है ही नहीं तेरे को केड़ा जवाब ही अलीम और नहीं तू ते तेरा प्रो मैक्स नु 15 प्रो मैक्स दसना तू तो झूठ मैं मेरे तेरी मारना खावा हूं यार क्या बखाना की अगले ने दसिया ओ बखाना की है रहन दे तू एडा झूठा बंदा तू इस मील कर अलीम साहब मुफ्ती साहब ने आख्या मैं भी मुफ्ती साहब आख्या अल्लाह जाने मुफ्ती साहब क्यों आख्या लेकिन मैं परेशान हो गया सा हाँ जी अलीम साहब हुन सुन लिया जब मैं काम ते चला मेरी गवाही तेरे कौन बैठा बंदे दसिया मैं जवाब देना तू काम ते ना गल सुन एक मिनट चुप करो पहले मेरी गल सुन के वैसे मैं तेरे मुंह ते लिखना मेरे से मेरी गल सुन के वैसे पहले जिवें दी गल मैं दसे सा भाग नहीं तू ते अपने ਤੁਹਾਡੇ ਇਹ हांडी नु भाग वेंदे अपने हांडी नु 13 प्रो मैक्स दसना 15 दसना झूठा जमाने दा तू है तेरे को 13 है 15 क्यों लोगों को दिखाना मेरे को 15 के 13 नु 15 कहन दे झूठा तू इंसान है नहीं मैं ते जाटे थल्ले पंजाबी तू चीज़ झूठे आ गई। भाई एक मिनट चुप करी यार तेरी मेहरबानी मैं तेरे पंजाबी चीज़ आ गई इमरान भाई चुप करी एक मिनट तेरा सामने ओ जाट तू मेरे नाल गल करदा मेरा भाई ओरिजिनल मैं दसे सा मैं दसे ओ सा पंजाबी चीता आ गई थल्ले ओए जेड़ा पंजाबी चीता आ गई थल्ले जट ओ चीते भज गए ते सारे जट ने भजाए पप्पू अपना सच बता देगा पप्पू सच दे नाल खड़ा होएगा पप्पू सच बोलता है पप्पू झूठ नहीं बोलता पप्पू झूठ बोल रहा है पप्पू जिंदाबाद है सर पप्पू झूठ बोल रहा है जिवें दी जिंदाबाद गल आई मैं दसे सा मैं दसा दा अब अच्छा अलीम साहब आवाज मेरी आ रही कि दी गल आई हुन मैं दसा करो करो गल करो सारे करो गल ਗੱਲ ਇੰਨੀ ਹੋਈ ਗੱਲ ਇੰਨੀ ਹੋਈ ਜਰਾ ਖਾਮੋਸ਼ ਕਰਿਆ ਜੀ ਇਹ ਥੋੜੀ ਦੇਰ ਪਹਿਲਾਂ ਉਹ ਜਿਹੜੇ ਜ਼ਹੀਰ ਸਾਹਿਬ ਆਏ ਬੱਬਰ ਸ਼ੇਰ ਸਾਹਿਬ ਨੂੰ ਥੱਲੇ ਕਿ ਲਾਇਆ ਕਿਸੇ ਨੇ ਯਾਰ ਬੱਬਰ ਸ਼ੇਰ ਸਾਹਿਬ ਬੜੇ ਅੱਛੇ ਦੋਸਤ ਨੇ अच्छा मेरी गल सुन गल इंज दी होई है मैं उस बरात ते मौजूद हां ਮਲਕ ਇਮਰਾਨ ਸਾਹਿਬ ਇੱਕ ਮਿੰਟ ਸਿਰਫ ਇੱਕ ਮਿੰਟ ਮਾਰ ਲਾ ਬੱਬਰ ਸ਼ੇਰ ਸਾਹਿਬ ਵੀਡੀਓ ਲੈਣ ਗਏ ਨੇ ਵੀਡੀਓ ਲੈਣ ਦੱਸਦੇ ਨੇ ਉਹਨਾਂ ਨੂੰ ਗੱਲ ਕਰਨ ਦਿਆ ਕਰੋ ਜੇ ਟੋਕ ਦਿਓ ਤੇ ਫਿਰ ਉਹ ਥੋੜਾ ਜਿਹਾ ਗੁੱਸਾ ਕਰਦੇ ਨੇ ਵੈਸੇ ਬੜੀ ਅੱਛੀ ਸ਼ਖਸੀਅਤ ਨੇ ਬੜੀ ਅੱਛੀ ਗੱਲ ਕਰਦੇ ਨੇ मैं केड़ी मुझ कलाशन ना पी बोला था विच गोलियां निकलियां मेरी गल तो सुन लियो बोलो 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 अच्छा गल इंज दी होई है भाई ओ मुफ्ती साहब और इंटरनेट दे उत्ते बैठे चेक कर रहे हैं उन्हें आखे भी अगे किताब कोई ना एक के किसी बंदे जेड़ा ना डाउनलोड कीती है हुन इस किताब नु डाउनलोड कीता है
ਅੱਗੇ ਕਿਤਾਬ ਇਸ ਤੇ ਮੌਜੂਦ ਇੰਟਰਨੈਟ ਤੇ ਕੋਈ ਨਹੀਂ, ਕਿਉਂਕਿ ਇਹ ਕਿਤਾਬ ਜਿਹੜੀ ਨੇ ਬੈਨ ਹੈ। ਫਿਰ ਉਹਨਾਂ ਦੱਸਾਇਆ ਵੀ ਉਹਨਾਂ ਉਸ ਕਿਤਾਬ ਨੂੰ ਚੈੱਕ ਕੀਤਾ ਕਿਤਨੇ ਵਾਰੀ ਇਸ ਨੂੰ ਲੋਕਾਂ ਖੋਲਿਆ ਹੈ ਤੇ ਕਿਤਨੇ ਵਾਰੀ ਇਸ ਨੂੰ ਲੋਕਾਂ ਜਨਾਬ ਲਈ ਪੜਿਆ ਹੈ ਇਸ ਵੈਬਸਾਈਟ ਤੋਂ। ਇੰਜ ਦੀ ਗੱਲ ਹੈ, ਇਹ ਝੂਠ ਬੋਲ ਕੇ ਹੋਰ ਦੇ ਮਲ ਵੈਂਦੇ ਨੇ। ओरिजिनल गल ये है। अच्छा बिल्कुल ठीक है, मतलब इमरान साहब बिल्कुल अलीम साहब ये गल है असल च वो किताब है बैन इंटरनेट अलीम साहब बेशक कोई बंदे नहीं भी पसंद करते, मुफ्ती साहब ने जे की इन्हां ने गल कीती है ना, सही गल कीती है, ये गल बिल्कुल ठीक कर रहे ने। लेकिन अगर उन्हां दी आप तुसी वीडियो सुनो ना, वो इस तो भी एक मिनट इमरान साहब एक मिनट उन्हां दी आप तुसी गल सुनो ना, वो इस तो भी बेहतर पता चलेगा। ਅਸੀਂ ਤੇ ਇੱਕ ਸ਼ਾਰਟ ਤੁਹਾਨੂੰ ਗੱਲ ਦੱਸਨੇ ਪਏ ਨਾ ਕਿ ਉਹਨਾਂ ਦੀ ਰਿਕਾਰਡਿੰਗ ਵੇਖੋ ਤੇ ਨਾ ਮੁਫਤੀ ਸਾਹਿਬ ਦੀ, ਉਹ ਇਸ ਤੋਂ ਵੀ ਬਿਹਤਰ ਦੱਸਣ ਦੇ। नहीं उन्हें कि बैन है रिकॉर्डिंग पेश कर लो या मुफ्ती साहब को बुला लेंगे या मुफ्ती साहब गल कर लेंदे आ। मैं मुफ्ती साहब ਨੂੰ ਕਾਲ ਕੀਤੀ ਹੈ, ਮੁਫਤੀ ਸਾਹਿਬ ਆਏ ਨੇ, ਕੋਈ ਅਲੀਮ ਸਾਹਿਬ ਹੈ ਤੁਹਾਡੇ ਬਹੁਤ ਅੱਛੇ ਬੰਦੇ ਨੇ ਜਿਹੜੇ ਬੋਲ ਰਹੇ ਹਨ, ਜਿਹੜੇ ਗਾਲਾਂ ਤੋਂ ਬਹੁਤ ਮਸ਼ਹੂਰ ਨੇ, ਬਹੁਤ ਨਾਈਸ ਬੰਦੇ ਨੇ। ਕਿਉਂਕਿ ਅਹਿਮਦੀ ਜਮਾਤ ਦਾ ਇਹਦਾ ਬੰਦਾ ਇੱਕ ਹੋਣਾ ਚਾਹੀਦਾ, ਪਤਾ ਚੱਲੇ ਕਿ ਅਹਿਮਦੀ ਜਮਾਤ ਦੇ बंदे है ने। नहीं कोई नहीं, अलीम भाई बड़े अच्छे है, कोई मसला नहीं अली भाई, अलीम भाई कोई मसला नहीं। साहब दी गल नहीं पे करदा, जट साहब दी गल पे करना, जेरे के आए सन बब्बर शेर बन के आ, वो इन्हें गाला कढन वाले मशहूर हर बंदा कोई नहीं खैर बदनाम ना होए तो मशहूर भी क्या होए, वो मिसाल बनी है इन्हां दी। ਕੋਈ ਗੱਲ ਨਹੀਂ ਅਲੀਮ ਸਾਹਿਬ ਦੀ ਬਰੋਡ ਚੰਗੀ ਚੱਲਦੀ ਹੈ, ਲੇਕਿਨ ਉਹ ਸਾਨੂੰ ਇੱਥੇ ਬਹਿ ਕੇ ਗਾਲਾਂ ਨਹੀਂ ਕੱਢ ਸਕਦਾ, ਨਾ ਹੀ ਉਹਦੀ ਇੰਨੀ ਹਿੰਮਤ ਹੈ ਕਿ ਕੋਈ ਗਾਲ ਕੱਢ ਜੇ ਸਾਨੂੰ। ਅੱਲਾ ਮਾਫੀ ਦੇਵੇ, ਅਸੀਂ ਹੱਥ 'ਚ ਚੂੜੀਆਂ ਤੇ ਨਹੀਂ ਨਾ ਪਾਈਆਂ। ਤੇ ਗੱਲ ਇਹ ਕਰਦੀ ਹੈ ਕਿ ਅਲੀਮ ਸਾਹਿਬ ਗੱਲ ਦਾ ਨਾ ਸਿਰਾ ਸੀ ਨਾ ਪੌਂ ਸੀ, ਠੀਕ ਹੈ ਨਾ। ਉਹਨੂੰ ਕਹਿੰਦੇ ਜੱਟ ਤੂੰ ਵੀਡੀਓ ਲਾ, ਗੱਲ ਕਰਦਾ ਜਦੋਂ ਬੰਦਾ ਚਾਰ ਬੰਦਿਆਂ 'ਚ ਬਹਿ ਕੇ ਗੱਲ ਹੁੰਦੀ ਹੈ ਨਾ, ਤੇ ਉੱਥੇ ਹੀ ਸਬੂਤ ਹੋਣਾ ਚਾਹੀਦਾ। ਸਾਰਿਆਂ ਨੂੰ ਪਤਾ ਜੱਟ ਇੰਜ ਹਵਾ 'ਚ ਮਾਰ ਕੇ ਟੁਰ ਜਾਂਦਾ ਹੈ। ਠੀਕ ਹੈ, ਤੇ ਪੱਪੂ ਮਲਕ ਕਿੱਥੇ ਗਿਆ? ਪੱਪੂ ਮਲਕ ਕਿਉਂ ਨੱਸ ਗਿਆ? ਮੁਸਤਾਫੇ ਰਸੂਲ ਹੀ ਉਹ ਹੁੰਦੀ ਹੈ ਜਿਹੜੀ ਤੁਹਾਡੇ ਸਾਹਮਣੇ ਹੋਈ ਸੀ, ਜਿਹੜੀ ਉਹਨੇ ਕਿਹਾ ਸੀ ਜੀ ਇਹ ਪੜ੍ਹੋ ਤੇ ਮੈਂ ਪੜ੍ਹਾਂ ਦਾ ਪਤਾ ਸਾਂ ਤੁਹਾਨੂੰ ਵੀ ਹੈ। ਰੋਟੀ ਨੂੰ ਝੋਚੀ ਲੀਮ ਸਾਹਿਬ ਕੋਈ ਨਹੀਂ ਕਹਿੰਦਾ, ਤੁਹਾਡੇ ਕੋਲ ਪ੍ਰੂਫ ਵੀ ਹੈ, ਸਾਰਾ ਕੁਝ ਹੈ, ਫਿਰ ਵੀ ਤੁਸੀਂ ਗੱਲ ਕਰੋ ਤੇ ਮਾਰੀ ਗੱਲ ਹੈ। ਆ ਪੱਪੂ ਮਲਕ ਨੂੰ ਤਾਂ ਯਾਰ ਅਲੀਮ ਭਾਈ ਇਹਨੂੰ ਰਿਕਵੈਸਟ ਪਾਈ, ਇਹਨੂੰ ਯਾਰ ਸੱਦੀ ਨਾ, ਇਹਨੂੰ ਮੈਂ ਪੁੱਛਾਂ ਇਹ ਦੋ ਗਲੀਆਂ ਜੀਸੀਆਂ ਕਰਦਾ, ਸਾਨੂੰ ਆਪਸ ਚ ਲੜਾਉਂਦਾ ਇਹ ਕੁੜੀ ਜਾਣੇ ਦਾ। ਅਹਿਮਦ ਭਾਈ ਇਹਨੂੰ ਅੱਗੇ ਤੋਂ ਅਹਿਮਦ ਭਾਈ ਮੈਂ ਗਾਲ ਨਹੀਂ ਕੱਢਦਾ। ਅਹਿਮਦ ਭਾਈ ਜੇ ਅਗਰ ਪੱਪੂ ਮਲਕ ਕਿਤੇ ਟੱਕਰ ਜੇ ਤੁਹਾਡੀ ਬਰੋਡ ਤੇ, ਇਹਨੂੰ ਕੰਨੋਂ ਫੜ ਲਿਓ, ਮੈਂ ਤੁਹਾਨੂੰ ਕਹਿੰਦਾ। ਉਹਨੂੰ ਨਾ ਪੂਰੀ ਗੱਲ ਦਾ ਪਤਾ ਨਹੀਂ, ਬੇਵਕੂਫ ਬੰਦਾ ਨਾ, ਤਾਂ ਸੇ ਕਹਿੰਦੇ ਨੇ ਬੇਵਕੂਫ ਹੈ, ਤਾਂ ਸੇ ਕਹਿੰਦੇ ਨੇ ਪੂਰੀ ਗੱਲ ਸੁਣਨੀ ਚਾਹੀਦੀ ਕੀ ਗੱਲ ਹੋਈ ਹੈ। ਉਹ ਝੂਠ ਬੋਲਦਾ ਹੈ, ਬੇਵਕੂਫ ਨਹੀਂ। ਦੂਗਾ ਤੁਸੀਂ ਉਹਦੀ ਸਾਈਡ ਲੈਂਡ ਹੈ ਯਾਰ। ਇੱਕ ਮਿੰਟ ਗੱਲ ਸੁਣੋ, ਕਹਿੰਦੇ ਸਿਰਫ ਇਹ ਗੱਲ ਪੇ ਕਰਨੇ ਆ ਕਿ ਇਹਨੂੰ ਪੂਰੀ ਗੱਲ ਦਾ ਪਤਾ ਨਹੀਂ ਨਾ ਕਿਸ ਵਜ੍ਹਾ ਤੋਂ ਹੋਈ, ਤਾਂ ਸੇ ਕਹਿੰਦੇ ਨੇ ਅੱਧਾ ਸੱਚ ਨਹੀਂ ਬੋਲੀ ਤਾਂ ਪੂਰਾ ਸੱਚ ਬੋਲਣਾ ਚਾਹੀਦਾ। रिकॉर्डिंग मौजूद होनी है अलीम भाई, लोगों को रिकॉर्डिंग मौजूद होनी है। ओरिजिनल गल है जी है मुफ्ती साहब और आखे हुए इंटरनेट ते कोई नहीं, ये पूरी दुनिया ते बैन है। क्या कीता है उन्हें कि इस वक्त जट नो ਮਲਕ ਸਾਹਿਬ ਜੱਟ ਨੂੰ ਗਵਾ ਜਿਹੜਾ ਉਹ ਪੱਪੂ ਮਲਕ ਲੱਭਿਆ ਸਿਰਫ। ਇੱਕ ਦੋ ਬੰਦਾ ਥੱਲੇ ਉਤਰੋ ਤੇ ਆਮਰ ਭਾਈ ਨੂੰ ਉੱਤੇ ਲਿਆ ਜਾਏ। ਨਦੀਮ ਭਾਈ ਇੱਕ ਦੋ ਬੰਦਾ ਥੱਲੇ ਚੱਲੋ, ਆਮਰ ਭਾਈ ਨੂੰ ਉੱਤੇ ਲਵੋ, ਆਮਰ ਭਾਈ ਨੂੰ ਕਹੋ ਉੱਤੇ ਲਵਣ, ਠੀਕ ਹੈ। ਜਿੰਨਾ ਬੰਦਿਆਂ ਨਹੀਂ ਗੱਲ ਕਰਨੀ ਥੱਲੇ ਉਤਰ ਜਾਓ। ਬਾਕੀ ਆਮਰ ਨੂਰ ਭਾਈ ਆਏ ਨੇ, ਇਹਨਾਂ ਨੂੰ ਉੱਤੇ ਰਹਿਣ ਦਿਓ ਤੇ ਪੱਪੂ ਨੂੰ ਉੱਤੇ ਆਉਣ ਦੀ ਜਗ੍ਹਾ ਬਣਾਓ, ਉਹ ਗੱਲ ਕਰਨ ਦਿਓ ਉਹਨਾਂ ਦੇ ਨਾਲ। ਇੱਕ ਇੱਕ ਬੰਦਾ ਗੱਲ ਕਰੋ, ਇੰਜ ਨਹੀਂ ਮਜ਼ਾ ਬਣਦਾ ਯਾਰ। ਸੁਣ ਲਿਆ ਜੇ, ਮਿਹਰਬਾਨੀ ਹੈ। ਗੱਲ ਸੁਣੋ, ਲੜਾਈ ਲੜੀ ਤਾਂ ਨਹੀਂ ਹੋਈ। ਐ ਨੀਚੇ ਜਨਾ ਅਮਰ ਭਾਈ ਦੀ ਕਾਲ ਚੱਕਿਓ। ਅਲੀਮ ਸਾਹਿਬ ਮੇਰੀ ਗੱਲ ਸੁਣੋ। ਸਾਹਿਬ ਇੱਕ ਮਿੰਟ, ਅਲੀਮ ਸਾਹਿਬ ਗੱਲ ਐਂ ਜੇ ਕਿ ਤੁਸੀਂ ਐਵੇਂ ਗੱਲ ਨਾ ਸੁਣ ਲਿਆ ਕਰੋ, ਉਹਨੂੰ ਪੂਰੀ ਗੱਲ ਦਾ ਪਤਾ ਹੈ ਕੋਈ ਨਹੀਂ। ਪੱਪੂ ਨੂੰ ਤੇ ਤੁਸੀਂ ਉਹਦੀ ਗਵਾਹੀ ਲਈ ਜਾਂਦੇ, ਉਹਨੂੰ ਕਿਹਾ ਕਰੋ ਪੂਰੀ ਗੱਲ ਸੁਣਾ, ਵੀਡੀਓ ਲੈ ਕੇ ਆ, ਤੇ ਫਿਰ ਨਾਲੇ ਮੁਫਤੀ ਸਾਹਿਬ ਦਾ ਕੋਈ ਵੀ ਬਿਆਨ ਹੈ ਮੁਫਤੀ ਸਾਹਿਬ ਜਾਣਨ। ਅਸੀਂ ਗਲਤ ਗੱਲ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਆਪਣੀ ਸਫਾਈ ਬੜੀ ਅੱਛੇ ਤਰੀਕੇ ਨਾਲ ਦੇਣੀ ਹੈ ਮੁਫਤੀ ਸਾਹਿਬ ਨੇ। ਅਹਿਮਦ ਭਾਈ ਇੱਕ ਮਿੰਟ, ਅਲੀਮ ਸਾਹਿਬ ਗੱਲ ਸੁਣ ਲਓ ਮੈਂ ਮੇਰੀ ਗੱਲ ਸੁਣੋ। ਅਲੀਮ ਸਾਹਿਬ ਕਹਿ ਰਿਹਾ ਉਹ ਮੇਰੀ ਗੱਲ ਸੁਣ। ਅਲੀਮ ਸਾਹਿਬ ਉਹ ਮੇਰੀ ਗੱਲ ਮੈਨੂੰ ਤਾਰ ਦਿਓ। ਆਮਰ ਮੇਰੀ ਸੁਣੋ ਆਮਰ ਭਾਈ ਆਏ ਉਹਨਾਂ ਨੂੰ ਚੁੱਕੋ। ਹੁਣ ਪਿਛਲੇ 5 ਮਿੰਟਾਂ ਚ ਹੋਇਆ ਕੀ ਹੈ, ਮੈਂ 5 ਮਿੰਟ ਮੌਜੂਦ ਨਹੀਂ ਸਾਂ ਪਿਛਲੇ। ਅਲੀਮ ਸਾਹਿਬ ਹਾਂਜੀ ਕੀ ਹੋਇਆ? ਅੱਛਾ ਜੋ ਹੋ ਗਿਆ ਸੋ ਹੋ ਗਿਆ। ਅਲੀਮ ਸਾਹਿਬ ਮੇਰੀ ਗੱਲ ਸੁਣੋ ਕਿ ਤੁਸੀਂ ਚੰਗੇ ਭਲੇ ਸੈਂਸਿਬਲ ਆਦਮੀ ਹੋ, ਤੁਹਾਡੇ ਕੋਲ
ਐਂਬੂਲੈਂਸਾਂ ਦੀ ਕਮੀ ਵੀ ਕੋਈ ਨਹੀਂ ਤੇ ਚੰਗੀਆਂ ਐਂਬੂਲੈਂਸਾਂ ਹੈ ਨੇ ਤੁਹਾਡੇ ਕੋਲ ਜਿਨ੍ਹਾਂ ਨੇ ਨਵੇਂ ਟਾਇਰ ਪਵਾਏ ਨੇ। ਤੁਸੀਂ ਕਿਉਂ ਇਹ ਜ਼ਹੀਰ ਜੀ ਐਂਬੂਲੈਂਸ ਇਸਤੇਮਾਲ ਕਰਦੇ ਹੋ ਜਾਂ ਜੱਟ ਜੀ ਐਂਬੂਲੈਂਸ ਇਸਤੇਮਾਲ ਕਰਦੇ ਹੋ ਜਿਨ੍ਹਾਂ ਦੇ ਟਾਇਰ ਜਿਹੜੇ ਨੇ ਹਰ ਚੀਜ਼ ਕੱਸੀ ਪਈ ਹੈ? ਦੇਖੋ ਅਲੀਮ ਭਾਈ ਅੱਗੇ ਮੈਂ 2 ਵਾਰੀ ਤਾਂ ਤੁਸੀਂ ਕੋਈ ਚੰਗੀਆਂ ਐਂਬੂਲੈਂਸਾਂ ਤੁਹਾਡੇ ਕੋਲ ਹੈ ਨੇ, ਉਹ ਐਂਬੂਲੈਂਸ ਇਸਤੇਮਾਲ ਕਰੋ। ਅਬਦੁੱਲਾ ਸਾਹਿਬ ਮੈਨੂੰ ਕੰਪਲੀਟ ਕਰਨ ਦਿਓਗੇ? ਅਲੀਮ ਭਾਈ ਮੈਂ ਤਮੀਜ਼ੀ ਸਟਾਰਟ ਕਰਨ ਲੱਗਾ ਸੀ, ਲੜਾਈ ਹੁੰਦੀ ਮੈਂ ਤਾਂ ਲਾਇਆ ਸੀ। ਦੂਜੀ ਗੱਲ ਮੁਫਤੀ ਸਾਹਿਬ ਦੀ, ਯਾਰ ਮੈਨੂੰ ਕਲੀਅਰ ਕਰਨ ਦਿਓਗੇ? ਮੈਨੂੰ ਕਲੀਅਰ ਕਰਨ ਦਿਓਗੇ? ਮੈਨੂੰ ਕਲੀਅਰ ਕਰਨ ਦਿਓ। ਦੇਖੋ ਮੈਂ ਪੱਪੂ ਮਲਕ ਖਾਮੋਸ਼ ਹੋ ਜਾ। ਗੱਲ ਇੰਜ ਹੋਈ ਹੈ ਜੀ ਬੋਲੋ। ਗੱਲ ਇੰਜ ਹੋਈ ਹੈ ਲੀਮ ਸਾਹਿਬ ਕਿ ਜਿਹੜੀ ਇਹ ਰਾਜਪਾਲ ਦੀ ਕਿਤਾਬ ਉਹ ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਵੀ ਪੜ੍ਹੀ ਸੀ, ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਲੱਖਾਂ ਮੁਸਲਮਾਨਾਂ ਨੇ ਵੀ ਪੜ੍ਹੀ ਸੀ। ਅੱਜ ਵੀ ਦੁਬਾਰਾ ਉਹ ਅਪਲੋਡ ਹੋਣ ਤੋਂ ਬਾਅਦ ਲੋਕ ਜਿਹੜੇ ਉਹਦਾ ਜ਼ੌਕ ਰੱਖਦੇ ਨੇ, ਪੜ੍ਹ ਕੇ ਜਵਾਬ ਦੇਣਾ ਚਾਹੁੰਦੇ ਨੇ। ਉਬੈਦੁੱਲਾ ਭਾਈ ਨੇ ਮੌਲਾਨਾ ਸਨਾਉਲ ਅੰਮ੍ਰਿਤਸਰੀ ਦੀ ਕਿਤਾਬ ਮੁਕੱਦਸ ਰਸੂਲ ਨੂੰ ਰਿਵਾਈਜ਼ ਕਰਕੇ ਦੁਬਾਰਾ ਅਪਡੇਟ ਕਰਕੇ ਤੇ ਉਹਨਾਂ ਨੇ ਦੁਬਾਰਾ ਉਹ ਕਿਤਾਬ ਛਪਵਾਈ ਹੈ। ਡਾਕਟਰ ਬਾਉਦੀਨ ਨੇ ਵੀ ਇੱਕ ਕਿਤਾਬ ਦੁਬਾਰਾ ਛਪਵਾਈ ਮੁਕੱਦਸ ਰਸੂਲ, ਜਿਹੜੀ ਰਾਜਪਾਲ ਦੀ ਕਿਤਾਬ ਦੇ ਜਵਾਬ 'ਚ। ਮੇਰਾ ਕਹਿਣ ਦਾ ਮਤਲਬ ਇਹ ਵੇ ਕਿ ਰਾਜਪਾਲ ਦੀ ਕਿਤਾਬ ਪੜ੍ਹ ਕੇ ਹੀ ਜਵਾਬ ਦਿੱਤਾ ਗਿਆ। ਪਹਿਲੇ ਵੀ ਮੈਂ ਵੀ ਉਹ ਪੜ੍ਹੀ ਹੈ। ਜਿਹੜਾ ਵੀ ਬੰਦਾ ਜਿਹਨੇ ਜਵਾਬ ਦੇਣਾ ਉਹਨੇ ਪੜ੍ਹਨੀ ਹੈ ਕਿਤਾਬ। ਜਵਾਬ ਦੇਣ ਵਾਸਤੇ ਕਿਤਾਬ ਪੜ੍ਹਨਾ ਕੋਈ ਜੁਰਮ ਨਹੀਂ, ਕੋਈ ਐਬ ਨਹੀਂ, ਕੋਈ ਉਜ਼ਰ ਨਹੀਂ, ਬਲਕਿ ਉਹ ਫਰੀਜ਼ਾ ਹੈ ਹਰ ਮੂਮਨ ਮੁਸਲਮਾਨ ਦਾ। ਖਤਮ ਹੋ ਚੁੱਕੀ ਹੈ, ਪਹਿਲੇ ਬੜੀ ਦਫਾ ਕਰ ਚੁੱਕੇ ਇੱਕ ਮਿੰਟ ਮੈਂ ਦੁਬਾਰਾ ਰਿਪੀਟ ਕਰ ਦੇਣਾ ਨਾ, ਇਹੋ ਜਿਹੇ ਬੰਦੇ ਨੇ ਉਹਨਾਂ ਨੂੰ ਸਬਕ ਭੁੱਲ ਜਾਂਦਾ ਹੈ। ਲਗੇ ਆਉਂਦੇ ਨੇ ਉੱਠ ਕੇ ਨਾ ਜੀਭ ਬਾਹਰ ਕੱਢੀ ਹੁੰਦੀ ਏ ਤੇ ਲਗੇ ਆਉਂਦੇ ਨੇ ਆਉਂਦੇ ਨੇ ਮੈਨੂੰ ਗੱਲ ਬਹੁਤੀ ਕਰਨੀ ਆਉਂਦੀ। ਮੈਨੂੰ ਇੱਕ ਮਿੰਟ ਦੁਹਰਾ ਲੈਣ ਦੋ ਗੱਲ। ਪਾਉਂਦੇ ਹੋ ਆ ਕੇ ਨਹੀਂ, ਇੱਕ ਵਾਰੀ ਮੈਂ ਗੱਲ ਤਾਂ ਪਿਆ ਦੁਹਰਾਨਾ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਇੱਥੇ ਬਦਮਜ਼ਗੀ ਪੈਦਾ ਕੀਤੀ ਏ। ਉੱਥੇ ਮੇਰੇ ਹੀ ਕਹਿਣ ਤੇ ਮੁਫਤੀ ਸਾਹਿਬ ਨੇ ਮੇਰੇ ਹੀ ਕਹਿਣ ਤੇ ਆਰਕਾਈਵ ਦਾ ਉਹ ਲਿੰਕ ਸ਼ੇਅਰ ਕੀਤਾ ਸੀ, ਬਲਕਿ ਉਹਦਾ ਵੀਡੀਓ ਪੇਸ਼ ਕੀਤਾ ਸੀ ਕਿ ਇੱਥੇ ਆਰਕਾਈਵ ਦੀ ਵੈਬਸਾਈਟ ਦੇ ਉੱਤੇ ਉਹ ਕਿਤਾਬ ਪਈ ਹੈ। ਜਿਹੜੇ ਲੋਕ ਇਹਦਾ ਜਵਾਬ ਦੇਣਾ ਚਾਹੁੰਦੇ ਹੁਣ ਮਜ਼ੀਦ ਕਿ ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਮੁਕੱਦਸ ਰਸੂਲ ਕਿਤਾਬ ਲਿਖ ਕੇ ਉਸ ਕਿਤਾਬ ਦਾ ਜਵਾਬ ਦੇ ਦਿੱਤਾ ਹੈ, ਤੇ ਕਿਆ ਹੁਣ ਕਿਤਾਬ ਦਾ ਜਵਾਬ ਦੁਬਾਰਾ ਦੇਣਾ ਹਰਾਮ ਹੈ? ਤੁਸੀਂ ਮਜ਼ੀਦ ਤਹਿਕੀਕ ਪੇਸ਼ ਕਰ ਸਕਦੇ ਹੋ, ਮਜ਼ੀਦ ਉਹਦੇ ਤੇ ਜਰਾ ਕਰ ਸਕਦੇ ਹੋ, ਮਜ਼ੀਦ ਵੀ ਉਹਦਾ ਜਵਾਬ ਦਿੱਤਾ ਜਾ ਸਕਦਾ ਹੈ। ਲੇਕਿਨ ਗੱਲ ਇਹ ਹੈ ਮੁਫਤੀ ਸਾਹਿਬ ਨੇ ਮੇਰੇ ਹੀ ਕਹਿਣ ਤੇ ਉਹ ਆਰਕਾਈਵ ਵਾਲੀ ਵੈਬਸਾਈਟ ਦਾ ਐਡਰੈਸ ਦੇ ਕੇ ਉਹਦੀ ਵੀਡੀਓ ਦੱਸ ਕੇ ਤੇ ਉਹਨਾਂ ਨੇ ਕਿਹਾ ਸੀ ਕਿ ਇੱਥੇ ਉਹ ਕਿਤਾਬ ਪਈ ਹੈ, 2016 ਚ ਦੁਬਾਰਾ ਅਪਲੋਡ ਹੋਈ ਹੈ। ਹੁਣ ਇੰਨਿਆਂ ਲੋਕਾਂ ਪੜ੍ਹੀ, ਇੰਨਿਆਂ ਲੋਕਾਂ ਉਹਨੂੰ ਲਾਈਕ ਕੀਤਾ ਵਗੈਰਾ ਵਗੈਰਾ। ਲੇਕਿਨ ਉਹਦਾ ਮਕਸਦ ਇਹ ਸੀ ਕਿ ਜਿਹੜਾ ਬੰਦਾ ਜਵਾਬ ਦੇਣਾ ਚਾਹੁੰਦਾ ਹੋਵੇ ਉਹ ਕਿਤਾਬ ਪੜ੍ਹੇ। ਜਿਹੜਾ ਅਸੀਂ ਕੇਸ ਪੇਸ਼ ਕੀਤਾ ਉਹ ਤਾਂ ਮੁਕੰਮਲ ਤੌਰ ਤੇ ਦੇ ਬਾਰਕ ਸੇ। ਲੋਕ ਮਿਰਜ਼ਾ ਸਾਹਿਬ ਦਾ ਦਫਾ ਕਰਨ ਵਾਸਤੇ ਇੱਥੇ ਟਿਕਟੌਕ ਦੇ ਉੱਤੇ ਉਹਨਾਂ ਨੇ ਰਾਜਪਾਲ ਦੀਆਂ ਬਾਰਤਾਂ ਪੜ੍ਹ ਕੇ ਸੁਣਾਈਆਂ ਨੇ ਕਿ ਤੁਹਾਡੇ ਨਬੀ ਨੂੰ ਰਾਜਪਾਲ ਨੇ ਇੰਝ ਆਖਿਆ, ਤੁਹਾਡੇ ਨਬੀ ਨੂੰ ਰਾਜਪਾਲ ਨੇ ਉਂਝ ਆਖਿਆ, ਤੁਹਾਡੇ ਨਬੀ ਨੂੰ ਰਾਜਪਾਲ ਨੇ ਉਹ ਗਾਲ ਕੱਢੀ, ਇਹ ਗਾਲ ਕੱਢੀ। ਅਸੀਂ ਉਹਨਾਂ ਦੀ ਗੱਲ ਪੇ ਕਰਨੇ ਆ। ਜਿਹੜੇ ਉਹ ਕਿਤਾਬ ਪੜ੍ਹ ਕੇ ਜਵਾਬ ਦਿੰਦੇ ਨੇ ਉਹ ਤਾਂ ਮੂਮਨ ਨੇ, ਉਹ ਤੇ ਆਪਣੀ ਗੈਰਤ ਇਮਾਨੀ ਦਾ ਮੁਜ਼ਾਹਰਾ ਪੇ ਕਰਦੇ ਨੇ, ਉਹ ਤੇ ਆਪਣਾ ਫਰੀਜ਼ਾ ਦਾ ਪੇ ਕਰਦੇ ਨੇ। ਇਹ ਦੋਵੇਂ ਗੱਲਾਂ ਮੁਖਤਲਿਫ ਨੇ। ਜਿਹੜੇ ਬੰਦੇ ਨੇ ਇੱਥੇ ਇਹ ਗੱਲ ਆਖੀ ਏ ਕਿ ਮੁਫਤੀ ਸਾਹਿਬ ਨੇ ਕਿਤਾਬ ਵਹਾਈ, ਵੀਡੀਓ ਵਹਾਈ, ਕਿਉਂ ਵਹਾਈ ਮੈਨੂੰ ਵੀ ਨਹੀਂ ਸਮਝ ਆਈ ਕਿਉਂ ਵਹਾਈ। ਹੁਣ ਪਤਾ ਲੱਗ ਗਿਆ ਕਿਉਂ ਵਹਾਈ। ਮੁੰਡੇ ਗੱਲ ਕਰਨ ਦੇ ਸਰ। ਮੈਂ ਕਹਿੰਦਾ ਸਾਂ ਕਿ ਤੁਸੀਂ ਸੀਨੀਅਰ ਬੰਦੇ ਹੋ, ਮਲਕ ਸਾਹਿਬ ਤੁਸੀਂ ਜਰਾ ਥੋੜੀ ਬ੍ਰੇਕ ਲਓ। ਮੁੰਡੇ ਆਪਸ ਵਿੱਚ ਕੁਝ ਗੱਲਬਾਤ ਕਰਨਾ ਚਾਹੁੰਦੇ ਨੇ, ਉਹ ਕਰਦੇ ਰਹਿਣ ਮੁੰਡੇ ਖੁੰਡੇ। ਦੂਸਰੀ ਗੱਲ ਇਹ ਮੁੰਡਿਆਂ ਨੂੰ ਆਪਸ ਚ ਲੜਾ ਦਈਏ, ਇਹਦਾ ਪੱਪੂ ਮਲਕ ਦਾ ਸਿਰ ਚ ਸ਼ੈ ਕੋ ਨਹੀਂ ਤੇ ਇਹ ਜਿਹੜੇ 5-7 ਬੰਦੇ ਵੱਟੇ ਲੈ ਕੇ ਦੁਆਲੇ ਖੜੇ ਨੇ ਦਾ ਸਿਰ ਪਾੜ ਛੱਡਣਾ। ਗੱਲ ਸੁਣੋ, ਗੱਲ ਦੂਸਰੀ ਗੱਲ ਇਹ ਹੈ ਕਿ ਇਹ ਗੱਲ ਬਾਰ-ਬਾਰ ਅੱਗੇ ਆ ਜਾਂਦੀ ਹੈ। ਇਹ ਗੱਲ ਅਸੀਂ ਚੰਗੀ ਤਰ੍ਹਾਂ ਗੱਲ ਸਮਝਾ ਚੁੱਕੇ ਹਾਂ, ਇਹਦੀ ਯਾਦਦਾਨੀ ਨਹੀਂ ਕਰਵਾਤੀ ਹੈ। ਲੇਕਿਨ ਹਾਂਜੀ ਕਈ ਵਾਰੀ ਦੁਹਰਾਈ ਹੈ ਗੱਲ। ਹਾਂਜੀ ਅੱਜ ਵੀ ਅਸੀਂ ਯਾਦਦਾਨੀ ਕਰਵਾਤੀ ਹੈ। ਉਹ ਮੈਂ ਤੇ ਉਹ ਅੱਗੇ ਹੁਣ ਗੱਲ ਤੁਰਨ ਡਈ ਸੀ, ਲੇਕਿਨ ਤੁਸੀਂ ਗੱਲ ਕਰ ਲਈ ਹੈ। ਮਲਕ ਸਾਹਿਬ ਵਾਪਸ ਆ ਗਏ ਨੇ ਤੇ ਉਹ ਮੈਂ ਚਾਹ ਰਿਹਾ ਸੀ ਕਿ ਗੱਲ ਕੋਈ ਹੋਰ ਵੀ ਸੁਣੀਏ ਨਾਲ। ਤੇ ਬਾਕੀ ਚਲੋ ਮਤਲਬ ਕਿ ਇਮਰਾਨ ਸਾਹਿਬ ਤੁਸੀਂ ਆਪਣੀ ਗੱਲ ਮੁਕੰਮਲ ਕਰ ਲਈ ਹੈ। ਅਲੀਮ ਸਾਹਿਬ ਮੁਕੰਮਲ ਹੋ ਗਈ ਹੈ। ਅਲੀਮ ਸਾਹਿਬ ਇੱਕ ਮਿੰਟ ਪੱਪੂ ਸਾਹਿਬ ਦੀ ਗੱਲ ਮੁਕੰਮਲ ਕਰ ਲਈ ਆਪਣੀ। नहीं मैं सिर्फ ये नहीं करनी है। देखो जिसने बब्बर शेर ने गल की है ना कि मुफ्ती साहब ने लिंक शेयर किया है, मैंने वो वीडियो याद है, उस टाइम मैं मौजूद था। बस अमर भाई ने क्लैरिफाई कर दिया है कि उन्होंने केड़ा लिंक पेश किया है, गल खत्म। ਇਹ ਅੱਜ ਪਹਿਲੀ ਵਾਰੀ ਕਲੈਰੀਫਾਈ ਕੀਤਾ ਮੈਂ।
ਜੀ ਨਹੀਂ ਯਾਰ ਅਮਰ ਭਾਈ ਪਹਿਲੀ ਵਾਰੀ ਮੈਂ ਭੁੱਲ ਗਿਆ ਹੋਵਾਂਗਾ ਉਹਨੂੰ ਸਕਰੀਨ ਕਿਦਾ ਮੈਂ ਅੱਜ ਸੁਣਿਆ ਮੈਂ ਸਿਰਫ ਕਨਫਰਮ ਕੀਤਾ ਸੀ ਮੈਂ ਉਸ ਟਾਈਮ ਹੈਰਾਨ ਹੋ ਗਿਆ ਸੀ ਸ਼ਾਕ ਹੋ ਗਿਆ ਸੀ ਮੁਫਤੀ ਸਾਹਿਬ ਕਿਉਂ ਪੇ ਦੱਸਦੇ ਨਹੀਂ ਪੁੱਛ ਲਈਦਾ ਨਾ ਘਰ ਬਹਿ ਕੇ ਪੁੱਛ ਲਈਦਾ ਕਿਉਂ ਪੇ ਦੱਸਦੇ ਹੋ ਅਮਰ ਭਾਈ ਮੇਰੀ ਅੰਡਰਸਟੈਂਡਿੰਗ ਸਾਹਿਬ ਨੂੰ ਪੁੱਛ ਹੋਏਗੀ ਮੈਂ ਜਿਨ੍ਹਾਂ ਦਾ ਦਿਲ ਦੁਖਿਆ ਮੈਂ ਮਾਫੀ ਚਾਹੁੰਦਾ ਮੈਂ ਸਿਰਫ ਮੈਂ ਕਨਫਰਮ ਕਰਨਾ ਸੀ ਜਜ਼ਾਕੱਲਾ ਆਮਰ ਭਾਈ ਇਹ ਵੀ ਘਰ ਹੈ ਬਲੌਕ ਹੋ ਜਾਏਗਾ ਉਸ ਜਗ੍ਹਾ ਤੇ ਰਹਿੰਦਾ ਹੈ ਇਹਦਾ ਇਹ ਵੀ ਘਰ ਹੈ ਤੇ ਇਹਦਾ ਉਹ ਵੀ ਘਰ ਹੈ ਨਹੀਂ ਅਸਲ ਗੱਲ ਹੈ ਸਾਡੇ ਸਾਰੇ ਮੁਕੱਦਮੇ ਦੀ ਫਲਾਂਟਿੰਗ ਦੇ ਕੇ 1 ਮਿੰਟ ਚੁੱਪ ਕਰ ਜਾਓ ਮਲਕ ਇਮਰਾਨ ਸਾਹਿਬ ਸਾਡੇ ਸਾਰੇ ਮੁਕੱਦਮੇ ਦੀ ਫਲਾਂਟਿੰਗ ਦੇ ਕੇ ਧਰ ਸੜਿਆ ਤੁਸੀਂ ਇਸ ਗੱਲ ਨੂੰ ਲੈ ਕੇ ਕਿ ਮੁਫਤੀ ਸਾਹਿਬ ਨੇ ਉੱਥੇ ਕਿਤਾਬ ਵਹਾਈ ਆਮਰ ਨੇ ਕਿਤਾਬ ਵਹਾਈ ਆਮਰ ਦੀ ਬਰਾਡ ਤੇ ਕਿਤਾਬ ਵਹਾਈ ਗਈ ਯਾਰ ਅਸੀਂ ਪੇ ਕਹਿੰਦੇ ਸਭ ਹਾਈਏ ਅੱਜ ਵੀ ਪੇ ਕਹਿੰਦੇ ਮੇਰੇ ਕੋਲ ਮੇਰੇ ਇਨਬਾਕਸ ਪੇ ਇਹ ਕਿਤਾਬ ਜਿਹਨੂੰ ਚਾਹੀਦੀ ਮੇਰੇ ਕੋਲ ਲੈ ਲਓ ਜਿਹੜਾ ਮੁਸਲਮਾਨ ਉਹਦਾ ਜਵਾਬ ਦੇਣਾ ਚਾਹੁੰਦਾ ਮੈਂ ਉਹਨੂੰ ਸੈਂਡ ਕਰਨਾ ਪੜ੍ਹ ਕੇ ਜਵਾਬ ਦਿਓ ਲੇਕਿਨ ਜਿਹੜਾ ਬੰਦਾ ਆਪਣੇ ਨਬੀ ਦੇ ਦਫਾ ਵਾਸਤੇ ਇਹ ਕਿਤਾਬ ਪੜ੍ਹ ਕੇ ਸੁਣਾਉਂਦਾ ਤੇ ਆਂਦਾ ਹੈ ਕਿ ਜਿਹੜੀ ਗਾਲ ਤੁਸੀਂ ਸਾਡੇ ਨਬੀ ਨੂੰ ਕੱਢਦੇ ਹੋ ਇਹੋ ਜਿਹੀ ਗਾਲ ਤੁਹਾਡੇ ਨਬੀ ਨੂੰ ਰਾਜਪਾਲ ਨੇ ਵੀ ਕੱਢੀ ਅਸੀਂ ਤੇ ਇਹ ਮੁਕੱਦਮਾ ਵੀ ਪੇਸ਼ ਕਰਨੇ ਆ ਕਿ ਐਸ ਆਪਣੇ ਨਬੀ ਦਾ ਇੰਜ ਦਫਾ ਕਰ ਸਕਦੇ ਹੋ ਤੁਸੀਂ ਕੱਲ ਹੁਣ ਮੁਕੱਦਮਾ ਆ ਗਿਆ ਤਨਦੀਪ ਪ੍ਰਵੇਸ਼ ਸਾਹਿਬ ਤੁਸੀਂ ਬੋਲ ਰਹੇ ਸੋ ਵਾਲੇਕਮ ਜਨਾਬ ਬੋਲਣ ਦਾ ਮੌਕਾ ਦੇ ਦਿਓ ਤਾਂ ਬੜੀ ਮਿਹਰਬਾਨੀ ਹੈ हाँ जी मैं ਇਹ ਸਾਰੇ ਧੂਆਂ ਫੈਲਣ ਤੋਂ ਪਹਿਲਾਂ ਇਹ ਦੋ ਬੰਦੇ ਸਾਡੇ ਸੀਨੀਅਰ ਨੇ ਅੰਬਰ ਨਜ਼ੀਰ ਸਾਹਿਬ ਤੇ ਮਲਕ ਅਵਾਨ ਸਾਹਿਬ ਇਹਨਾਂ ਦੀ ਇਜਾਜ਼ਤ ਦੇ ਨਾਲ ਦੋਨਾਂ ਬੰਦਿਆਂ ਦੀ ਕਿ ਸਾਨੂੰ ਵੀ ਥੋੜਾ ਮੌਕਾ ਦੇ ਦਿਓ ਅਸੀਂ ਵੀ ਗੱਪਸ਼ਪ ਲਾ ਲਈਏ ਜੀ ਅਬਦੁਲ ਗਫਾਰ ਸਾਹਿਬ ਵੀ ਥੱਲੇ ਤਸ਼ਰੀਫ ਲਿਆਏ ਨੇ ਜੀ ਤੁਸੀਂ ਗੱਲ ਕਰੋ ਸਾਨੂੰ ਥੱਲੇ ਲਾ ਦਿਓ ਬੇਸ਼ੱਕ ਮੈਨੂੰ ਤੇ ਮਲਕ ਸਾਹਿਬ ਨੂੰ ਲੇਕਿਨ ਇੱਕ ਗੱਲ ਮੈਂ ਸਵੇਰ ਵਾਲੀ ਕਨਫਰਮ ਕਰਾਣੀ ਹੈ ਤੁਹਾਡੇ ਸਾਹਮਣੇ ਮਲਕ ਸਾਹਿਬ ਨੂੰ ਪੁੱਛੋ ਵੀ ਜਿਹੜਾ ਮੁਲਹਿਦ ਸਵੇਰੇ ਆਇਆ ਸੀ ਉਹਨੇ ਜਿਹੜੀ ਗੱਲ ਕੀਤੀ ਸੀ ਟੋਨੀ ਸਾਹਿਬ ਨੇ ਉਸ ਗੱਲ ਦੀ ਤਾਇਦ ਕੀਤੀ ਸੀ ਤੁਸੀਂ ਫੇ ਪੁੱਛਦੇ ਸੋ ਵੀ ਮੇਰੇ ਸਾਹਮਣੇ ਵੇਦੀ ਫਿਰ ਮੈਂ ਮਜ਼ਮਤ ਕਰਾਂਗਾ ਪੁੱਛੋ ਮਲਕ ਸਾਹਿਬ ਨੂੰ ਨਹੀਂ ਜੀ ਮੈਨੂੰ ਤਾਂ ਨਹੀਂ ਮਿਲੇ ਪੁੱਛੋ ਮਲਕ ਸਾਹਿਬ ਨੂੰ ਕਿ ਸਵੇਰੇ ਟੋਨੀ ਸਾਹਿਬ ਨੇ ਉਸ ਮੁਲਹਿਦ ਦੀ ਗੱਲ ਦੀ ਤਸਦੀਕ ਕੀਤੀ ਮੁਲਹਿਦ ਨੇ ਆਖਿਆ ਕਿ ਰਿਟਨ ਫਾਰਮ 'ਚ ਜਿਹੜਾ ਇਸਲਾਮ ਹੈ ਉਹ ਇਹ ਵੇ ਲਕੁਮ ਦੀਨੁਕੁਮ ਵਲੀਆ ਦੀਨ ਤੁਹਾਡਾ ਦੀਨ ਤੁਹਾਡੇ ਨਾਲ ਸਾਡਾ ਸਾਡੇ ਨਾਲ ਲੇਕਿਨ ਪੈਗੰਬਰ ਇਸਲਾਮ ਦਾ ਅਮਲ ਹੈ ਸੀ ਕਿ ਉਹਨਾਂ ਨੇ ਚੁੱਕ ਕੇ ਬੁੱਤ ਬਾਹਰ ਮਾਰੇ ਖਾਨਾ ਕਾਬਾ ਦੇ ਵਿੱਚੋਂ ਉਸ ਵੇਲੇ ਨਹੀਂ ਆਖਿਆ ਲਕੁਮ ਦੀਨੁਕੁਮ ਵਲੀਆ ਦੀਨ ਇਹਦੀ ਤਾਇਦ ਕੀਤੀ ਹੈ ਟੋਨੀ ਸਾਹਿਬ ਨੇ ਤੇ ਆਖਿਆ ਤੇਰੀ ਗੱਲ ਬੜੀ ਇਲਮੀ ਹੈ ਤੇਰਾ ਸਵਾਲ ਬੜਾ ਲੌਜੀਕਲ ਹੈ ਤੂੰ ਬੰਦਾ ਬੜਾ ਸਹੀ ਹੈ ਤੂੰ ਬੜਾ ਐਸਾ ਸਵਾਲ ਤੂੰ ਕੀਤਾ ਹੈ ਕਿ ਇਹਦੀ ਅਹਿਮੀਅਤ ਹੈ ਦਰੁਸਤ ਸਵਾਲ ਹੈ ਇਤਰਾਜ਼ ਤੇਰਾ ਦਰੁਸਤ ਹੈ ਕਿਉਂ ਜੀ ਤੱਲੇ ਸਾਹਿਬ ਇੰਜੀ ਹੋਈ ਹੈ ਗੱਲ ਇਸੇ ਦੇ ਗਵਾਹ ਦੇ ਹੁਣ ਹਰ ਜਾਈ ਮੇਰੀ ਗਵਾਹੀ ਜਾਣੀ ਹੈ ਨਹੀਂ ਉਹ ਲੀਮ ਸਾਹਿਬ ਨੂੰ ਚਾਹੀਦੀ ਤੁਹਾਡੀ ਗਵਾਹੀ ਮੈਂ ਅਰਜ਼ ਕਰ ਰਿਹਾ ਕਿ ਉਹ ਕੋਈ ਕਿਸੇ ਇਹ ਗਵਾਹੀ ਤੁਹਾਡੇ ਘਰੋਂ ਹੀ ਦੇਣੀ ਹੈ ਨਾ ਆਪਣੇ ਘਰੋਂ ਤੇ ਨਹੀਂ ਦੇਣੀ ਤੁਹਾਡਾ ਜਿੰਨੀ ਹਿੰਮਤ ਹੈ ਕਿਤੇ ਤੁਸੀਂ ਸੱਚ ਦੀਆਂ ਗਵਾਹੀਆਂ ਦਿਓ ਤੁਸੀਂ ਤੇ ਆਪਣੇ ਨਾਲ ਹੋ ਜਾਂਦੇ ਹੋ ਨਹੀਂ ਸਾਹਮਣੇ ਉਹਨੇ ਸੱਚ ਦੀ ਗਵਾਹੀ ਦਿੱਤੀ ਹੈ ਜਿੱਥੇ ਆਖਿਆ ਨਹੀਂ ਮੈਂ ਸੱਚ ਬੋਲ ਰਿਹਾ ਤੂੰ ਚੁੱਪ ਕਰ ਜਾ ਮੈਂ ਤੇਰੇ ਕੰਨ ਲਾਲ ਕਰ ਦੇਣੇ ਮੈਂ ਤੈਨੂੰ ਦੱਸਾਂ ਇਦਾਂ ਦੇ ਕੰਨ ਲਾਲ ਕਰਾਂਗਾ ਤੇਰੀ ਆਉਣ ਵਾਲੀ ਨਸਲ ਯਾਦ ਕਰੇਗੀ ਇਸ ਤਰ੍ਹਾਂ ਨਹੀਂ ਤੈਨੂੰ ਮੈਂ ਅੱਗੇ ਵੀ ਕਿਹਾ ਸੀ ਤੂੰ ਬਕਵਾਸ ਕਰਦਾ ਸਾਡੇ ਬਾਰੇ ਚ ਬਹਿ ਕੇ ਹਿੰਮਤ ਹੈ ਤੇ ਕਰ ਲੋ ਯਾਰ ਕਰ ਲੋ ਜੋ ਖਾ ਸਕਦੇ ਹੋ ਮਤਲਬ ਖੁਦਾ ਦੀ ਕਸਮ ਮੈਂ ਤੇਰੀ ਜੋੜ ਜਿਹੜਾ ਤੱਕ ਮੈਂ ਨਾ ਪਹੁੰਚਾ ਤੇ ਮੇਰਾ ਨਾਮ ਹੀ ਅਵਾਨ ਨਹੀਂ ਪੱਪੂ ਅਵਾਨਾ ਠੀਕ ਹੈ ਨਾ ਜੀ ਅਵਾਨਾ ਮਾਲਦਾਰ ਆਸ਼ੀਆਂ ਪਹੁੰਚ ਲੈ ਜਿੱਥੇ ਪਹੁੰਚਣਾ ਤੈਨੂੰ ਮੈਂ ਦੱਸਾਂਗਾ ਮੈਂ ਕੀ ਹੈ ਅਵਾਨੀਅਤ ਦਾ ਨਾਂ ਰੋਸ਼ਨ ਕਰ ਦਿੱਤਾ ਨੇ ਅਵਾਨਾ ਅਸਲ 'ਚ ਪੱਪੂ ਗੱਲ ਦੱਸਾਂ ਕੀ ਗੱਲ ਆ ਜਦੋਂ ਇੱਕ ਬੰਦੇ ਕੋਲ ਸਬੂਤ ਨਾ ਹੋਵੇ ਤੇ ਆਣ ਕੇ ਅਗਲੇ ਬੰਦੇ ਦੀ ਲੱਤ ਨਹੀਂ ਖਿੱਚੀ ਦੀ ਹੁੰਦੀ ਠੀਕ ਹੈ ਹੁਣ ਉਸ ਬੰਦੇ ਕੋਲ ਸਬੂਤ ਨਹੀਂ ਹੈ ਆਣ ਕੇ ਇੱਕ ਮੁਫਤੀ ਸਾਹਿਬ ਜਿਹੜਾ ਆਸ਼ਕੇ ਰਸੂਲ ਆ ਉਹ ਤੇ ਇਲਜ਼ਾਮ ਲਾਤਾ ਇਸ ਠੀਕ ਹੈ ਉੱਤੋਂ ਉਹਨਾਂ ਨੂੰ ਕਿਹਾ ਕਿ ਵੀਡੀਓ ਦੇਖੋ ਮੈਂ ਕੋਈ ਗਲਤ ਗੱਲ ਕਰ ਰਿਹਾ ਠੀਕ ਹੈ ਆਖਿਆ ਮੁਫਤੀ ਸਾਹਿਬ ਨੇ ਪੱਪੂ ਮਲਕ ਤੂੰ ਦੋ ਹਲੀਮ ਭਾਈ ਆਮਰ ਭਾਈ ਨੂੰ ਉੱਤੇ ਲਓ ਹਲੀਮ ਭਾਈ ਪੱਪੂ ਹਲੀਮ ਸਾਹਿਬ ਆਮਰ ਭਾਈ ਨੂੰ ਉੱਤੇ ਲਓ ਪੱਪੂ ਸਾਹਿਬ ਹਲੀਮ ਸਾਹਿਬ ਗਲਤੀ ਹੋਈ ਹੈ ਮੈਂ ਨਹੀਂ ਆਖਿਆ ਮੁਫਤੀ ਸਾਹਿਬ ਗੁਸਤਾਖੀ ਜੀ ਆਖਾ ਇਹਨਾਂ ਨੂੰ ਥੱਲੇ ਮਾਰੋ ਲੀਮ ਸਾਹਿਬ ਇਹਨਾਂ ਦੋਵਾਂ ਮੁਸਲਮਾਨਾਂ ਨੂੰ ਚੁੱਕ ਕੇ ਥੱਲੇ ਮਾਰੋ ਜਿਹੜੇ ਲੜਨ ਲੱਗੇ ਨੇ ਇੱਥੇ ਆਮਿਰ ਨੂਰ ਅੱਲਾ ਇਹਨਾਂ ਨੂੰ ਅਕਲ ਦੇਵੇ ਪੱਪੂ ਨੂੰ ਥੱਲੇ ਲਾ ਦਿਓ ਤੇ ਦੂਜਾ ਬੰਦਾ ਜਿਹੜਾ ਬੋਲਦਾ ਵਾ ਦੋਵਾਂ ਥੱਲੇ ਲਾ ਦਿਓ ਪੱਪੂ ਨੂੰ ਨਾ ਲੈਣਾ ਚੱਪੂ ਮਲਕ ਨੂੰ ਪੱਪੂ ਨੂੰ ਨਾ ਲੈਣਾ ਬਿਲਕੁਲ ਵੀ ਨਹੀਂ ਨਹੀਂ ਚੱਪੂ ਨੂੰ ਮਿਲਾਓ ਪੱਪੂ ਮਲਕ ਨੂੰ ਇਹੋ ਜਿਹਾ ਬੰਦਾ ਤੁਹਾਨੂੰ ਚਾਹੀਦਾ ਹੈ ਜਿਹੜਾ ਕੋਈ ਝਲਕ ਲਾਏ ਜਿਹੜਾ ਇੱਥੇ ਆ ਕੇ ਝਲਕਦਾ ਉਹ ਤੁਹਾਨੂੰ ਚਾਹੀਦਾ ਹੁੰਦਾ ਬੰਦਾ ਆਪਣੇ ਸੱਜੇ ਪਾਸੇ ਨੂੰ ਭਾਓ ਪਰ ਮੇਰੀ ਗੱਲ ਦੀ ਤਸਦੀਕ ਕਰ ਦਿਓ ਮੈਂ ਇੱਕ ਮਿੰਟ ਲੀਮ ਸਾਹਿਬ ਕੋਲੋਂ ਕੰਡੈਮ ਕਰਵਾਣਾ ਹੈ ਇੱਕ ਵਾਰੀ ਮੇਰੀ ਗੱਲ ਦੀ ਤਸਦੀਕ ਕਰ ਦਿਓ ਕਿ ਟੋਨੀ ਸਾਹਿਬ ਨੇ ਉਸ ਮੁਲਹਿਦ ਦੀ ਗੱਲ ਦੀ ਐਪਰੀਸੀਏਸ਼ਨ ਕੀਤੀ ਸੀ ਤਸਦੀਕ ਕੀਤੀ ਸੀ ਕਿ ਹਾਂ ਤੇਰਾ ਇਤਰਾਜ਼ ਦਰੁਸਤ ਹੈ
ਬਿਲਕੁਲ ਵੀ ਨਹੀਂ ਇਸ ਨਾਲ ਤਸਦੀਕ ਨਹੀਂ ਕੀਤੀ, ਲੇਕਿਨ ਉਹਨਾਂ ਨੇ ਜਿਹੜੇ ਆਰਗੂਮੈਂਟ ਦਿੱਤੇ, ਬਿਆਨ ਦਿੱਤੇ, ਉਹਨਾਂ ਬਿਆਨਾਂ ਵਿੱਚ ਤਸਦੀਕ ਹੁੰਦੀ ਸੀ ਕਿ ਇਸ ਤਰ੍ਹਾਂ ਦੇ ਮਾਮਲਾਤ ਹੈ। ਲਓ ਜੀ ਲੀਮ ਸਾਹਿਬ ਸਮਝ ਆ ਗਈ ਜੇ ਜਾਂ ਕੋਈ ਸਵਾਲ ਕਰਨਾ ਜੇ? ਮੈਂ ਨਹੀਂ ਸਮਝ ਜਿੰਨੀ ਕੁ ਮੈਨੂੰ ਆਈ ਹੈ ਮੈਂ ਉਸੇ ਤਰ੍ਹਾਂ ਹੀ ਗੱਲ ਕਰਾਂਗਾ। ਮੈਂ ਸੁਬਾਹ ਵੀ ਗੱਲ ਇਹ ਕੀਤੀ ਹੈ ਕਿ ਅਮਰ ਨਜ਼ੀਰ ਸਾਹਿਬ ਇਹ ਜ਼ਿਆਦਤੀ ਹੈ ਔਰ ਇਹ ਬਦਦਿਆਨਤੀ ਹੈ ਕਿ ਮੈਂ ਪ੍ਰੀਵੀ ਨਹੀਂ ਹੈ ਇਸ ਚੀਜ਼ ਦਾ, ਮੈਂ ਬਿਲਕੁਲ ਨਾ ਉਹ ਚੀਜ਼ ਵਿਟਨੈਸ ਕੀਤੀ ਹੈ। ਮੈਂ ਜਿੰਨਾ ਤੁਹਾਡੇ ਕੋਲ ਸੁਣਿਆ ਇੰਨੀ ਗੱਲ ਦੇ ਉੱਤੇ ਮੈਂ ਇਹ ਕਹਿ ਸਕਦਾ ਵਾਂ ਕਿ ਇੱਥੇ ਸ਼ਾਇਦ ਥੋੜੀ ਇhtiyat ਕਰਨੀ ਚਾਹੀਦੀ ਹੈ ਇਹਨਾਂ ਮਾਮਲਿਆਂ ਦੇ ਵਿੱਚ। ਆਪਣਾ ਟੋਨੀ ਸਾਹਿਬ ਨੂੰ ਇhtiyat ਕਰੋ, ਆਪਣੀ ਵਾਰੀ ਇhtiyat ਕਰੋ। ਤੁਹਾਡੇ ਘਰੋਂ ਗਵਾਹੀ ਪਾਤੀ ਹੈ। ਮੈਨੂੰ ਨਹੀਂ ਨਾ ਪਤਾ ਲੇਕਿਨ ਮੈਂ ਸੁਣਿਆ ਨਹੀਂ ਹੈ ਨਾ, ਮੈਂ ਕਿਸ ਤਰ੍ਹਾਂ ਮਲਕ ਸਾਹਿਬ को ਪੁੱਛੋ ਨਾ, ਸੁਣੋ ਵੀ ਇਹਨਾਂ ਕੀ ਜਵਾਬ ਦਿੱਤਾ ਹੈ। ਮਾਫ ਕਰ ਦਿਓ, ਮਲਕ ਸਾਹਿਬ ਨੂੰ ਨਾ ਰਗੜੋ। ਇਹ ਭਾਰ ਸਾਡੇ ਤੇ ਕਿਉਂ ਪਾਉਂਦੇ ਹੋ ਤੁਸੀਂ? ਮੈਨੂੰ ਇਹ ਸਮਝ ਤੁਹਾਡੇ ਤੇ ਇਸ ਗੱਲੇ ਪਾਣੇ ਆ ਕਿ ਤੁਹਾਨੂੰ ਦੱਸਨੇ ਆ ਕਿ ਇਹ ਸਾਰਾ ਗਰੋਹ ਜਿਹੜਾ ਹੈ ਇਹ ਮੁਲਹਿਦੀਨ ਦਾ ਹੈ ਔਰ ਮੁਲਹਿਦੀਨ ਦਾ ਤੈਦੀ ਹੈ। ਕਦੇ ਮੁਲਹਿਦੀਨ ਦੀਆਂ ਜਾ ਕੇ ਬਰਾਡਾਂ ਤੋਂ ਇਤਰਾਜ਼ ਚੁੱਕ ਕੇ ਲਿਆਉਂਦੇ ਨੇ, ਕਦੇ ਮੁਲਹਿਦੀਨ ਨੂੰ ਆਪਣੇ ਬਰਾੜ ਤੇ ਬਹਾ ਕੇ ਉਹਨਾਂ ਕੋਲ ਇਤਰਾਜ਼ ਲੈ ਕੇ ਉਹਦੀ ਤਸਦੀਕ ਕਰਦੇ ਨੇ। ਇੱਕ ਸੀਟ ਚਾਹੀਦੀ ਹੈ ਮੈਨੂੰ ਥੱਲੇ ਲਾ ਦਿਓ, ਲੇਕਿਨ ਮੇਰੇ ਕੋਲੋਂ ਇੱਕ ਵਾਰੀ ਗੱਲ ਵਾਜ਼ਿਹ ਹੋ ਲੈਣ ਦਿਓ। ਮੈਨੂੰ ਥੱਲੇ ਲਾ ਦਿਓ। ਮੈਂ ਲੈਣਾ, ਤੁਸੀਂ ਬਹਿਓ। ਮੈਂ ਪਿਆਨਾ ਵੀ ਤਲਤ ਅਵਾਨ ਸਾਹਿਬ ਕੋਲੋਂ ਜੇ ਕੋਈ ਸਵਾਲ ਕਰਨਾ ਤੁਸੀਂ ਕਰ ਲਓ, ਲੇਕਿਨ ਇਹਨਾਂ ਨੇ ਕਹਿ ਦਿੱਤਾ ਹੈ ਕਿ ਜੋ ਕੋਈ ਉਹ ਟੋਨੀ ਸਾਹਿਬ ਤੇ ਜਵਾਬ ਦਿੰਦੇ ਸਨ ਉਸ ਮੁਲਹਿਦ ਦਾ, ਉਹਦੇ ਤੋਂ ਇਹ ਹੀ ਮਾਲੂਮ ਹੁੰਦਾ ਸੀ ਕਿ ਟੋਨੀ ਸਾਹਿਬ ਤਸਦੀਕ ਪੇ ਕਰਦੇ ਨੇ ਉਹਦੇ ਇਤਰਾਜ਼ਾਤ ਦੀ। ਹੁਣ ਠੀਕ ਹੈ ਤਲਤ ਸਾਹਿਬ, ਐਮ ਆਈ ਟਰੂ? ਜੀ ਜੀ ਵਾਹ ਠੀਕ ਹੈ, ਮੈਂ ਦੱਸ ਦਿਆਂ। ਹੁਣ ਆਵਾਜ਼ ਬ੍ਰੇਕ ਹੋ ਗਈ ਤਲਤ ਸਾਹਿਬ। ਮੈਂ ਕਹਿ ਰਿਹਾ ਇਹ ਗੱਲ ਠੀਕ ਹੈ ਕਿ ਉਹਨਾਂ ਦੀ ਗੱਲਾਂ ਦੇ ਜਵਾਬ ਤੋਂ ਇਹ ਚੀਜ਼ ਸਾਹਮਣੇ ਨਜ਼ਰ ਆ ਰਹੀ ਸੀ, ਲੇਕਿਨ ਹੁਣ ਇਹ ਆਖਰੀ ਵਾਰ ਨੇ, ਇਸ ਤੋਂ ਬਾਅਦ ਮੈਨੂੰ ਨਾ ਲੈਣਾ, ਖੁਦਾ ਦਾ ਨਾਮ ਹੈ ਪਲੀਜ਼। ਹਾਂਜੀ ਲੀਮ ਸਾਹਿਬ ਕਲੀਅਰ ਹੋ ਗਈ ਹੈ, ਫਿਰ ਬਾਅਦ ਚ ਤਲਤ ਸਾਹਿਬ ਕੋ ਬਾਰ-ਬਾਰ ਗਵਾਹੀ ਨਹੀਂ ਲੈਣ ਹੁੰਦੀ। ਕਲੀਅਰ ਹੋ ਗਈ ਗੱਲ? ਮੈਨੂੰ ਜਿੰਨਾ ਤਲਤ ਸਾਹਿਬ ਨੇ ਦੱਸਿਆ ਸਭ ਤੋਂ ਕਲੀਅਰ ਹੋਈ ਹੈ ਕਲੀਅਰ ਹੋਈ ਕਿ ਤਲਤ ਸਾਹਿਬ ਨੂੰ ਤਾਸਰ ਮਿਲਿਆ। ਤਲਤ ਸਾਹਿਬ ਉਹ ਸਾਰਿਆਂ ਨੂੰ ਇਹ ਤਾਸਰ ਮਿਲਿਆ ਉੱਥੇ, ਤਲਤ ਸਾਹਿਬ ਨੂੰ ਤਾਸਰ ਮਿਲਿਆ। ਮੈਂ ਤਾਂ ਚੀਕਿਆ ਉੱਥੇ। ਹਾਂ ਲੇਕਿਨ ਮੇਰੀ ਉਹ ਤਲਤ ਸਾਹਿਬ ਜਿਹੜੇ ਲੋਕਾਂ ਨੂੰ ਤਾਸਰ ਮਿਲਿਆ ਉਹ ਉਹਨਾਂ ਨੂੰ ਰੋਕਦੇ, ਉਹਨਾਂ ਨੂੰ ਕਹਿੰਦੇ, ਲੇਕਿਨ ਚੂੰਕਿ ਦੇਖੋ ਇੱਕ ਇਮਾਨਦਾਰੀ, ਮੈਂ ਇਹਨਾਂ ਚੀਜ਼ਾਂ ਦੇ ਵਿੱਚ ਬੜਾ ਮੁਹਤਾਤ ਆ। ਅਮਰਜੀਤ ਸਾਹਿਬ ਬੜੀ ਸੈਂਸਿਟਿਵ ਗੱਲਾਂ ਨੇ। ਲੀਮ ਸਾਹਿਬ ਟੋਨੀ ਸਾਹਿਬ ਨੂੰ ਕੋਈ ਬੰਦਾ ਟੋਕ ਸਕਦਾ ਹੈ? ਉਹ ਤੇ ਤੁਹਾਡੇ ਆਲਮੇ ਦੀਨ ਨੇ, ਉਹ ਤੇ ਹਿਸਟਰੀ ਜਿਹੜੇ ਨੇ ਉਹ ਬਿਆਨ ਕਰਨ ਵਾਲੇ ਤੁਹਾਨੂੰ ਤਰੀਕ ਤੇ ਉਹੀ ਦੱਸਦੇ ਨੇ। ਹਜ਼ਰਤ ਉਮਰ ਨੇ ਕਮੇਟੀ ਬਣਾਈ, ਹਜ਼ਰਤ ਉਸਮਾਨ ਸ਼ਹੀਦ ਹੋਏ, ਹਜ਼ਰਤ ਅਲੀ ਨੂੰ ਇੰਜ ਖਲੀਫਾ, ਉਹ ਤੇ ਤੁਹਾਡੇ ਹਿਸਟੋਰੀਅਨ ਨੇ। ਉਹਨਾਂ ਨੂੰ ਕੌਣ ਟੋਕਣ ਵਾਲਾ ਮਾਂ ਨੇ ਜੰਮਿਆ? ਤਲਤ ਸਾਹਿਬ ਟੋਕ ਲੈਂਦੇ ਨੇ ਜਦੋਂ ਚਾਹੁੰਦੇ ਨੇ, ਤੁਸੀਂ ਟੋਕ ਲੈਂਦੇ ਹੋ। ਹੈਲੋ ਪੁੱਛੋ ਤਲਤ ਸਾਹਿਬ ਨੂੰ ਫਿਰ ਕਿਉਂ ਨਹੀਂ ਇਹ ਟੋਕਿਆ? ਤਲਤ ਸਾਹਿਬ ਤੇ ਦੱਸੋ ਜੀ, ਤਲਤ ਸਾਹਿਬ ਕਿਉਂ ਨਹੀਂ ਟੋਕਿਆ ਉਹਨਾਂ ਨੂੰ ਉੱਥੇ? ਉਹ ਨਹੀਂ, ਉਹਨਾਂ ਦੀ ਗੱਲ ਹੋ ਰਹੀ ਸੀ ਉਹਨਾਂ ਨਾਲ ਤੇ ਵਿੱਚ ਬੋਲਣਾ ਮੁਨਾਸਿਬ ਹੀ ਨਹੀਂ ਸੀ। ਨਾਲੇ ਤਸਨੀਫ ਲਿਆਣਗੇ, ਜਾਣਾ ਸੀ ਕੰਮ ਤੇ। ਜਾ ਲੈਂਦੇ ਹੋ ਨਾ, ਤੇ ਉਸ ਤੋਂ ਬਾਅਦ ਫਿਰ ਮੈਂ ਕਮੈਂਟ ਕਰਾਂਗਾ। ਨਹੀਂ ਕਮੈਂਟ ਜ਼ਰੂਰ ਕਰਿਓ, ਲੇਕਿਨ ਤਲਤ ਸਾਹਿਬ ਕੋ ਬਾਰ-ਬਾਰ ਗਵਾਹੀ ਨਹੀਂ ਲੈਣ ਹੁੰਦੀ। ਤੁਸੀਂ ਉਹਨਾਂ ਨੂੰ ਕੋਈ ਗੱਲ ਕਲੀਅਰ ਕਰਨੀ ਕਰ ਲਓ। ਮੇਰਾ ਇਹ ਕਹਿਣ ਦਾ ਮਤਲਬ ਹੈ ਕੋਈ ਛੁੱਟੀ ਔਰ ਕੋਈ ਗੱਲ ਨਹੀਂ ਹੈ ਮੇਰੀ ਤੇ ਹੁਣ ਪਤਾ। ਜੋ ਕੋਈ ਉਸ ਮੁਲਹਿਦ ਨੇ ਇਤਰਾਜ਼ ਕੀਤਾ, ਉਹਨੇ ਆਖਿਆ ਵੀ ਇਸਲਾਮ ਦਾ ਜਿਹੜਾ ਨਾ ਥਿਊਰੀ ਇਸਲਾਮ ਦੀ ਉਹ ਇਹ ਵੇ ਲਕੁਮ ਦੀਨੁਕੁਮ ਵਲੀਆ ਦੀਨ, ਲੇਕਿਨ ਪੈਗੰਬਰ ਇਸਲਾਮ ਨੇ ਚੁੱਕ ਕੇ ਬੁੱਤ ਬਾਹਰ ਮਾਰੇ ਖਾਨੇ ਕਾਬੇ ਚੋਂ ਤੇ ਆਖਿਆ ਦੌੜ ਜਾ ਤੂੰ। ਇਸਲਾਮ ਕਹਿੰਦਾ ਵਲਾ ਤਸੁਬੁ ਲਜ਼ੀਨਾ ਯਦੂਨ ਮਿਨ ਦੂਨਿल्लाह, ਅੱਲਾਹ ਤੋਂ ਇਲਾਵਾ ਜਿਨ੍ਹਾਂ ਨੂੰ ਇਹ ਪੁਕਾਰਦੇ ਨੇ ਉਹਨਾਂ ਨੂੰ ਬਿਲਕੁਲ ਗਾਲ ਨਾ ਕੱਢਿਓ। ਲੇਕਿਨ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਦੇ ਬੁੱਤਾਂ ਦੀ ਕੋਈ ਪਰਵਾਹ ਨਹੀਂ ਕੀਤੀ। ਉਹ ਖਾਨੇ ਕਾਬੇ 365 ਬੁੱਤ ਸਨ, ਚੁੱਕ ਕੇ ਬਾਹਰ ਮਾਰੇ ਤੇ ਆਖਿਆ ਜਾਲ ਹਕ ਵ ਜ਼ਹਕਲ ਬਾਤਿਲ ਇਨਲ ਬਾਤਿਲ ਕਾਨ ਜ਼ਹੂਕਾ। ਉਹ ਯਹੂਦੀਆਂ ਨੂੰ ਤੂੰ ਕੱਢ ਦਿੱਤਾ, ਉਹ ਸਾਈਆਂ ਨੂੰ ਤੂੰ ਕੱਢਤਾ, ਉਹ ਮੁਸ਼ਰਿਕਾਂ ਨੂੰ ਕੱਢਤਾ ਜਜ਼ੀਰਾ ਨਮਾ ਅਰਬ ਚੋਂ। ਇਹਨਾਂ ਨੇ ਆਖਿਆ ਬਿਲਕੁਲ ਤੁਹਾਡੀ ਗੱਲ ਤਾਰੀਖੀ ਤੌਰ ਤੇ ਹਕਾਇਕ ਉੱਤੇ ਮਬਨੀ ਹੈ, ਇਹ ਹਕਾਇਕ ਚੁਟਲਾਏ ਨਹੀਂ ਜਾ ਸਕਦੇ। ਤਲਤ ਸਾਹਿਬ ਇਹ ਲਫ਼ਜ਼ ਕਹੇ ਨੇ, ਮੈਂ ਨਹੀਂ ਪਤਾ ਕੀ ਕਿਹਾ ਸੀ ਉਹਨਾਂ ਨੇ। ਅਮਰ ਸਾਹਿਬ ਇੰਨੀ ਇਜਾਜ਼ਤ ਦਿਓ ਨਾ ਹੁਣ ਸਾਨੂੰ, ਕਿ ਉਹਨਾਂ ਦਾ ਮੌਕਫ ਆ ਜੀ ਤੇ ਫਿਰ ਅਸੀਂ ਕਮੈਂਟ ਕਰ ਸਕੀਏ ਜ਼ਬਰਦਸਤੀ। ਇਹ ਵੀ ਉਹਨਾਂ ਦਾ ਮੌਕਫ ਲੈਣਾ ਜੇ ਟੋਨੀ ਸਾਹਿਬ ਦਾ। ਟੋਨੀ ਸਾਹਿਬ ਦੀ ਗੱਲ ਸੁਣਨਾ ਇਹੋ ਹੀ ਇਸਲਾਮੀ ਤਰੀਕ ਹੈ। ਠੀਕ ਸੁਣ ਲਓ, ਸ਼ਰਈ ਤਰੀਕੇ ਸੁਣ ਲਓ। ਮੈਂ ਆਇਆ ਇੱਕ ਮਿੰਟ। ਸ਼ਰਈ ਤਰੀਕੇ ਹੋਈ ਹੈ। ਉਹ ਪਿਆਰਿਓ ਉੱਠ ਗਏ ਹੋ। अस्सलाम वालेकुम। वालेकुम सलाम। ਵੇਖ ਲਓ ਮੈਂ ਸਿਰਫ ਪਿਆਰਿਓ ਕਿਹਾ ਤੇ ਤੁਹਾਨੂੰ ਪਤਾ ਲੱਗ ਗਿਆ ਮੈਂ ਤੁਹਾਡੀ ਗੱਲ ਕੀਤੀ ਹੈ। ਵਾਲੇਕੁਮ ਸਲਾਮ। ਮੌਕਾ ਨੇ ਮੌਕਾ। ਹਾਂਜੀ ਪੱਪੂ ਮਲਕ ਥੱਲੇ ਯਾਰ ਕਮੈਂਟ ਮਾੜਾ ਜਾ, ਤੈਨੂੰ ਮਨੀਟਰ ਹੈ ਤੂੰ, ਕਮੈਂਟ ਤੇ ਵੇਖੀ ਰੱਖ। अलीम साहब अली मोहम्मद साहब खैरियत है? पप्पू यार कमेंट नीचे देखी देखो यार, गालियां लोग लिख रहे हैं। अलीम जी जी जनाब।
सुन रहे हैं मुझे आप? मैं आप बिल्कुल आपको हमतन गोश सुन रहा हूँ। अच्छा ठीक है। देखिए हलीम साहब, तलत जी ये अच्छे आदमी हैं और गवाही हक पे देते हैं। ये अलग बात है कि हारना अभी तक उनको नहीं आया, कभी कभी जो है वो इस तरह कर जाते हैं। खैर, रही बात टोनी जी की, टोनी जी अगर आप उनसे पूछेंगे हकीकत यही है, वो इनकार कर जाएंगे, साफ कोरा जवाब आपको देंगे, कभी भी सच नहीं बोलेंगे। वजह आप अगर मुझे हल्फिया मुझसे बयान ले लें, मैं खुद इस बात का गवाह हूँ। जब कभी 2-4 दिन हुए हैं, आमिर रजी साहब ने ये कह दिया था कि टोनी जी आपने दवाई नहीं लिया, तो इस बात पे कि दवाई नहीं लिया गालियां देना शुरू कर दी। टोनी जी ने आमिर साहब के वालिद तक पहुंच गए, खानदान तक पहुंचे, गालियां दे दी। दूसरे दिन कुदरती तौर पर वो टोनी साहब बड़े वजद में आए हुए थे, गुफ्तगू उन्होंने शुरू कर दी। हालांकि मैं उनकी इज्जत करता हूं और अच्छा आदमी समझता हूं, लेकिन उनमें ये आदत झूठ बोलने की है, माजरत के साथ, इससे बेहतर अल्फाज नहीं है। भाई दूसरे दिन जब बात कर रहे थे, कहते जो गाली देगा वो मुसलमान नहीं है, बड़े जो है वो मुंह भर के उन्होंने ये बात की थी, भूल गए थे कि उन्होंने गालियां दी है। तो मैंने पूछा, टोनी जी आपने तो खुद कल या परसों गालियां दी थी आमिर रजी साहब को, तो क्या आप मुसलमान नहीं है? आपका ये फतवा है? साफ इनकार कर दिया, कहा नहीं नहीं आप झूठ बोल रहे हैं, मैंने गाली नहीं दी, हालांकि उन्होंने गाली दी है। आज की जो बात है आमिर रजी साहब कर रहे हैं, इसकी गवाही दे रहे हैं तलत जी, तो अगर आप टोनी से पूछ लेंगे ना तो वो नहीं मानेंगे, लेकिन फिर भी ये बात दुरुस्त है आपने की है कि उनकी भी तो हम बात सुन लें कि उन्होंने क्या कहा है। जी बिल्कुल, और शरई असूल भी यही है। पीर साहब आप समझते हैं कि यही तरीका है, इसलिए मैं कह रहा हूँ कि मेरे ऊपर कोई वजन ना आए, क़यामत के दिन कोई मेरा गिरेबान ना पकड़े। मैं यही समझता हूँ कि आप भी अच्छे जो है अच्छे तरीके से, भले आप जो है अहमदियत से आपका तल्लक है, अच्छे तरीके से गुफ्तगू भी करते हैं, अब्रॉड को भी अपने चला रहे हैं और संजीदगी से गुफ्तगू करते हैं। तो मुझे तो पर्सनल आपके कुछ सवालात थे, लेकिन कभी और कर लेंगे। मुझे इतना ही कहना। बहुत शुक्रिया। बहुत शुक्रिया पीर साहब, आप बातें बड़ी अच्छी हमें बताते हैं और हम भी आपके जनाब बहुत शुक्रगुजार हैं, बड़ा कुछ सीखने को मिलता है। अलीम भाई सिर्फ 1 मिनट गल कर सकना प्लीज, अगर इजाजत दे दे। हाँ जी करो करो। हाँ जी देखो अलीम भाई, मलिक साहब ने बोला ना मलिक मेहमान ते सच दा साथ दिता है, हुण तलत साहब आपे मुनाफिकत नहीं कर रहे जे चुप रहे? अगर इन्हां दे सामने टोनी साहब ने सुबह गल कीती ते मनण ना, आओ इन्हां दा यार इन्हां दी जमात है, दा मतलब है नहीं मैं गवाही दे चुका, मनण ना आज दे चुके हो, बस ठीक है, फिर गल खत्म हो गई, तुसी भी गवाही दे दी है, बस ठीक है, जज़ाकल्लाह। मलक कैसर साहब को पूछने हैं। मलक कैसर साहब, ਬੰਦਾ ਮਲਕ ਹੋਏ ਅਵਾਨ ਹੋਏ ਤੇ ਬੰਦਾ ਪਿੱਛੇ ਹਟਦਾ ਸੱਚ ਦੀ ਗੱਲ ਕਰਨ ਤੋਂ? ਸਵਾਲ ਹੀ ਨਹੀਂ ਪੈਦਾ ਹੁੰਦਾ, ਸਵਾਲ। ਇਹ ਗੱਲ ਹੈ ਸਾਡੇ ਕੋਲ ਤਿੰਨੋਂ ਹੀ ਅਵਾਨ ਨੇ, ਤਿੰਨੋਂ ਹੀ ਹੀਰੇ, ਮਲਕ ਤਿੰਨੋਂ ਹੀਰੇ। ਜੇ ਬੰਦਾ ਨਸਲੀ ਹੋਵੇ ਨਾ, ਉਹ ਕਹਿੰਦੇ ਨਸਲੀ ਦਮ ਤੱਕ। ਜ਼ਬਰਦਸਤ ਜ਼ਬਰਦਸਤ। ਇੱਥੇ ਅੱਗੇ ਥੋੜੀ ਦੋਸਤਾਂ ਦੀ 2-3 ਧੀਮੇ ਮਜ਼ਾਜ ਦੇ ਦੋਸਤ ਇਕੱਠੇ ਹੋਏ ਸਨ। ਮਲਕ ਕੈਸਰ ਸਾਹਿਬ, ਬੱਬਰ ਸ਼ੇਰ ਸਾਹਿਬ ਸਨ, ਸ਼ੂਟਰ ਸਾਹਿਬ ਸਨ, ਉਹਨਾਂ ਨੇ ਕੋਈ 5 ਮਿੰਟ ਗੱਲ ਕੀਤੀ ਹੈ, ਲੇਕਿਨ ਜਿਹੜੇ ਸਾਡੇ ਸੀਨੀਅਰ ਬੰਦੇ ਨੇ ਇਹਨਾਂ ਨੇ ਆ ਕੇ ਤੇ ਉਹਨਾਂ ਦੀ ਗੱਲ ਨਹੀਂ ਹੋਣ ਦਿੱਤੀ, ਇਹਨਾਂ ਨੇ ਗੱਲਾਂ ਟੋਕੀਆਂ ਨੇ ਉਹਨਾਂ ਦੀਆਂ। ਓਏ ਹੋਏ, ਜ਼ੁਲਮ ਇਹ ਵੀ ਕੋਈ ਮੁਨਾਸਬ ਗੱਲ ਨਹੀਂ ਹੈ। ਬਿਲਕੁਲ, ਇਹ ਜਿਹੜਾ ਨਾ ਬਹੁਤ ਜ਼ੁਲਮ ਤੁਹਾਡੇ ਨਾਲ ਆ। ਇਹ ਅਲੀਮ ਸਾਹਿਬ ਹੈ ਜਿਹੜਾ ਅਬਦੁੱਲਾ ਹੈ, ਹਾਂਜੀ ਇਹ ਵੀ ਬਹੁਤ ਪਿਆਰਾ ਬੰਦਾ ਹੈ ਨਾ। ਅਬਦੁੱਲਾ ਬੜਾ ਪਿਆਰਾ ਆਦਮੀ ਹੈ, ਬਹੁਤ ਪਿਆਰਾ ਬੰਦਾ ਹੈ, ਲੇਕਿਨ ਇਹ ਕਹਿੰਦੇ ਮੈਂ ਨਬੀ ਨਹੀਂ ਆਉਣ ਦੇਣਾ ਕਿਸੇ ਸੂਰਤ ਵਿੱਚ ਨਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਬਿਲਕੁਲ ਇਹਨੇ ਬਹੁਤ ਬਿਲਕੁਲ ਇੰਜ ਹੀ ਹੈ। ਤੇ ਬੜਾ ਜ਼ਬਰਦਸਤ ਤੁਹਾਡੀ ਗੈਰ ਮੌਜੂਦਗੀ ਚ ਮਲਕ ਕੈਸਰ ਸਾਹਿਬ, ਅਸੀਂ ਫਿਰ ਇਹ ਸੋਚਿਆ ਕਿ ਗੱਲ ਕਰਨ ਦਾ ਮੌਕਾ ਤੇ ਮਿਲਣਾ ਚਾਹੀਦਾ ਹੈ, ਤੇ ਅਸੀਂ ਔਨ ਕਰੀਏ ਅਬਰੋਡ। ਬਹੁਤ ਅੱਛਾ ਕੀਤਾ। ਤੇ ਜਦੋਂ ਤੁਸੀਂ ਹੁੰਦੇ ਹੋ ਤੇ ਸਾਨੂੰ ਜ਼ਰੂਰਤ ਪੇਸ਼ ਨਹੀਂ ਆਉਂਦੀ। ਬਹੁਤ ਅੱਛਾ ਕੀਤਾ। ਦੇਖੋ ਸਾਰੇ ਮਿਲ ਕੇ ਬੈਠਾਂਗੇ, ਗੱਪਾਂ ਮਾਰਾਂਗੇ, ਮੁਹੱਬਤਾਂ ਵੰਡਾਂਗੇ ਤੇ ਮੁਹੱਬਤਾਂ ਸਮੇਟਾਂਗੇ। ਜੀ ਹਾਂ, ਮਲਕ ਸਾਹਿਬ ਦੀ ਸੋਹਣੀ ਸੋਹਣੀ ਗੱਲਾਂ ਸੁਣਾਂਗੇ, ਮਲਕ ਇਮਰਾਨ ਸਾਹਿਬ ਦੀਆਂ ਸੁਣਾਂਗੇ। ਤੇ ਬੜੇ ਬਾਹਰ ਅੱਛੇ ਅੱਛੇ ਦੋਸਤ ਨੇ, ਬੜੀ ਬੜੀ ਅੱਛੀ ਅੱਛੀ ਗੱਲਾਂ ਸਾਨੂੰ ਦੱਸਦੇ ਨੇ। ਅਲੀਮ ਸਾਹਿਬ ਤੁਸੀਂ ਨਜ਼ੀਰ ਸਾਹਿਬ ਨੂੰ ਕਦੇ ਨਹੀਂ ਲਿਆ, ਨਜ਼ੀਰ ਸਾਹਿਬ ਨੂੰ ਕਦੇ ਨਹੀਂ ਸੁਣਿਆ ਕਿ ਉਹਨਾਂ ਵੀ 6-7 ਆਪਣੇ ख्वाब ਪੇਸ਼। ਨਜ਼ੀਰ ਅਹਿਮਦ ਸਾਹਿਬ ਨੇ ਰਾਤੀ ख्वाब ਸੁਣਾਇਆ, ਉਹ ਥੱਲੇ ਮੌਜੂਦ ਨੇ, ਮੈਂ ਹੁਣ ਉਹਨਾਂ ਨੂੰ
ਹੁਣੇ ਹੀ ਨਜ਼ੀਰ ਸਾਹਿਬ ਕੋਲੋਂ ਪੁੱਛ ਲੈਣਾ। ਨਜ਼ੀਰ ਸਾਹਿਬ ਨੇ ਕੱਲ ਇੱਕ ਬੜੀ ਅੱਛੀ ਗੁਫ਼ਤਗੂ ਕੀਤੀ ਹੈ, ਔਰ ਨਜ਼ੀਰ ਸਾਹਿਬ ਤਾਂ ਖੈਰ ਮੈਨੂੰ ਵੈਸੇ ਸ਼ੁਰੂ ਤੋਂ ਪਸੰਦ ਨੇ, ਤੇ ਇਹ ਕੋਈ ਗੱਲ ਨਹੀਂ ਹੈ, ਗੱਪਸ਼ਪ ਹੁੰਦੀ ਰਹਿੰਦੀ ਨਜ਼ੀਰ ਸਾਹਿਬ ਨਾਲ। 1 ਮਿੰਟ ਮਿਲ ਸਕਦਾ? ਬਿਲਕੁਲ ਜੀ ਮਿਲ ਸਕਦਾ। ਸਈਦ ਅਹਿਮਦ ਸਾਹਿਬ ਕਰੋ ਗੱਲ ਤੁਸੀਂ। ਤੇ ਸਾਡੇ ਕੋਲ 2 ਮਹਿਮਾਨ ਤੁਸੀਂ ਮੌਜੂਦ ਨੇ, ਮਲਕ ਕੈਸਰ ਸਾਹਿਬ ਤੇ ਮਲਕ ਅਵਾਨ ਸਾਹਿਬ। ਇਹਨਾਂ ਦੋਨਾਂ ਨੂੰ ਕੋਈ ਅੱਛੀ ਜੀ ਗੱਲ ਦੱਸੋ, ਤੇ ਨਾਲ ਮੈਂ ਵੀ ਥੋੜਾ ਜਿਹਾ ਕੋਈ ਫੈਜ਼ੀਆ ਪਵਾਂਗਾ। ਅੱਛਾ ਜੀ, ਅਸਲਾਮ ਵਾਲੇਕਮ। ਮੇਰੀ ਗੱਲ ਇਹ ਸੀ ਕਿ ਕੀ ਨਾਂ ਲਈਦਾ, ਮੈਂ ਜਾਣਨਾ ਚਾਹੁੰਦਾ ਸਾਂ ਕਿ ਜਿਹੜਾ ਹਲਫ ਹੈ ਕੁਰਾਨ ਪਾਕ ਤੇ ਇਹ ਲਿਆ ਜਾ ਸਕਦਾ ਹੈ, ਤੇ ਦੂਸਰਾ ਜਿਹੜਾ ਮਤਲਬ ਹੈ ਕਿ ਜਿਹੜੇ ਸਾਡੇ ਪਾਕਿਸਤਾਨ ਵਿੱਚ ਹਲਫ ਲੈਂਦੇ ਨੇ, ਕਿਆ ਉਹ ਕੁਰਾਨ ਪਾਕ ਤੇ ਲੈਂਦੇ ਨੇ? ਤੇ ਅਗਰ ਉਹ ਮਤਲਬ ਕੁਰਾਨ ਪਾਕ ਤੇ ਲੈ ਕੇ ਤੇ ਉਹਦੀ ਉਹ ਖਿਲਾਫ ਵਰਜ਼ੀ ਕਰਨ, ਤੇ ਉਹਨਾਂ ਤੇ ਕੋਈ ਉਹਨਾਂ ਵਾਸਤੇ ਕੋਈ ਕਾਨੂੰਨ ਹੈ ਜਿਹੜਾ ਉਹਨਾਂ ਨੂੰ ਸਜ਼ਾ ਦੇ? ਹਾਂ, ਇਹ ਤਾਂ ਸਵਾਲ ਤੁਹਾਡਾ ਅੱਛਾ ਸੀ, ਤੇ ਇਹਦਾ ਜਵਾਬ ਮੇਰੇ ਖਿਆਲ 'ਚ ਮਲਕ ਅਮਾਨ ਸਾਹਿਬ ਹੀ ਦਿੰਦੇ ਨੇ, ਜਾਂ ਨਜ਼ੀਰ ਸਾਹਿਬ ਆ ਗਏ ਨੇ। ਨਜ਼ੀਰ ਸਾਹਿਬ ਆਪ ਆ ਕੇ ਦੇਣਗੇ, ਨਜ਼ੀਰ ਸਾਹਿਬ ਆਉਣ ਲੱਗੇ ਨੇ, ਉਹ ਖੁਦ ਜਵਾਬ ਦੇਣਗੇ ਇਹਦਾ। ਨਜ਼ੀਰ ਸਾਹਿਬ ਸਵਾਲ ਬਹੁਤ ਇਲਮੀ ਕੀਤਾ ਬੰਦੇ ਨੇ, ਤੇ ਸੁਣੋ। अस्सलाम वालेकुम वरहमतुल्लाह। ਵਾਲੇਕੁਮ ਸਲਾਮ। ਸੁਣੋ ਸਵਾਲ ਇਹਦਾ ਨਜ਼ੀਰ ਸਾਹਿਬ ਦਾ। जी इल्मी लोग बैठे ने ते कोई जवाब देणगे, इल्म वाले लोग, ਅਸੀਂ ਤੇ ਸੁਣਨ ਵਾਲੇ ਹਾਂ ਜ਼ਿਆਦਾ। ਕੀ ਸਵਾਲ ਹੈ ਜੀ? सईद साहब, मलक साहब की सवाल सी वैसे? बात ये है प्यारे भाइयों, जो भाई ने सवाल किया कि हलफ जो होता है कुरान पर होता है, कुरान पर भी होता है, हर किसी के ईमान पर होता है। अगर कोई ईसाई है और मसीह है, उसका हलफ जो उसका ईमान है, उसकी किताब उसका ही काउंट होता है। जैसे कोई और मज़हब वाला है तो उनका हलफ, उनका जो ईमान है, उनकी जो किताब है या जो ईमान है, उसका ही हलफ होता है, वही होता है, काउंट वही होता है। तो बाकी इस दुनिया में तो कोई सज़ा जज़ा का अमल नहीं है। अगर कोई हलफ दे कर गलत काम करता है तो वो अल्लाह का मुजरम है। इंसानों के साथ उसने नाजायज़ किया है, लेकिन मुजरिम वो उसमें सज़ा और जिसका इख्तियार सिर्फ अल्लाह ताला को है। और वो आखिरत में जो अल्लाह ताला ने फरमाया है, मालिक यौमिद्दीन, उस दिन अल्लाह ताला हम सब के अमाल हमारे सामने रख देगा कि की तने प्यारे हो रे आ जाओ। बिल्कुल बिल्कुल दुरुस्त है। दूसरी जी, वो जो पाकिस्तान के एक जज ने बयान दिया था कि मेरी तमाम उम्र जो है सर्विस में किसी एक बंदे ने भी सच्ची गवाही नहीं दी। ये किन्ने जी पाकिस्तान से किसी ने किया है? हाँ जी, रिटायर जज किसी का बयान था, और किसी को अगर दोस्त को याद हो, ठीक है, तो उसने कहा कि मेरी पूरी सर्विस में 30 साल सर्विस जितनी भी थी, उसमें किसी एक बंदे ने भी आके सच्ची गवाही नहीं दी। अच्छा ठीक है। नज़ीर साहब, ਅੱਜ ਰੋਜ਼ਾਨਾ ਅਸੀਂ ਇੱਕ ਅੱਧੀ ਕੋਈ ਨਵੀਂ ਚੰਗੀ ਗੱਲ ਸੁਣਨੇ ਆ, ਕੋਈ ਮਾਨ ਅਫਰੋਜ਼ ਵਾਕਿਆਤ। ਨਜ਼ੀਰ ਅਹਿਮਦ ਸਾਹਿਬ ਜੀ ਜੀ, ਮੈਂ ਅੱਜ ਕੋਈ ਗੱਲ ਸੁਣੀ ਹੈ? ਤੁਹਾਡੇ ਦੋਸਤ ਨੇ ਅੱਜ ਸਾਨੂੰ ਇੱਕ ਹੋਰ ਗੱਲ ਸੁਣਾਈ ਹੈ। ਜੀ ਜੀ। ਕਿ ਨਹੀਂ ਸੁਣੀ ਤੁਸੀਂ? ਨਹੀਂ, ਮੈਂ ਨਹੀਂ ਸੁਣੀ। ਇੱਕ ਗੱਲ ਮੈਂ ਪਹਿਲੇ ਸੁਣਾਈ ਸੀ ਹਾਫਿਜ਼ ਰੋਸ਼ਨ ਅਲੀ ਸਾਹਿਬ ਦੀ। ਹਾਫਿਜ਼ ਰੋਸ਼ਨ ਅਲੀ ਸਾਹਿਬ ਜਿਹੜੇ ਨੇ ਉਹ ਜਮਾਤ ਦੇ ਬੜੇ ਇੱਕ ਬਜ਼ੁਰਗ ਗੁਜ਼ਰੇ ਨੇ ਜੀ। ਉਹ ਸਨ ਸ਼ਾਗਿਰਦ ਹਕੀਮ ਮੌਲਵੀ ਨੂਰੁद्दीन ਸਾਹਿਬ ਦੇ। ਜੀ। ਹਕੀਮ ਮੌਲਵੀ ਨੂਰੁद्दीन ਸਾਹਿਬ ਦੇ ਉਹ ਸ਼ਾਗਿਰਦ ਸਨ, ਤੇ ਉਹਨਾਂ ਨੇ ਇੱਕ ਦਫਾ ਖਾਣਾ ਨਾ ਖਾਧਾ, ਤੇ ਉਹ ਤਸ਼ਰੀਫ ਲੈ ਗਏ ਪੜ੍ਹਨ ਉਹਨਾਂ ਦੇ ਕੋਲ ਬਗੈਰ ਖਾਣਾ ਖਾਧਿਆਂ। ਭੁੱਖ ਉਹਨਾਂ ਨੂੰ ਬੜੀ ਲੱਗਦੀ ਸੀ, ਤੇ ਉਹਨਾਂ ਨੂੰ ਭੁੱਖ ਲੱਗ ਗਈ, ਤੇ ਉਹ ਸੋਚਣ ਕਿ ਮੈਂ ਤੇ ਰੋਟੀ ਨਹੀਂ ਖਾਧੀ, ਤੇ ਇਸੇ ਉਹਨਾਂ ਨੂੰ ਕਸ਼ਫ ਦੀ ਹਾਲਤ ਤਾਰੀ ਹੋ ਗਈ, ਤੇ ਉਹਨਾਂ ਨੂੰ ਇੱਕ ਗੋਸ਼ਤ ਦਾ ਸਾਲਨ ਤੇ ਨਾਲ ਘੀ ਦੇ ਵਿੱਚ ਤਲੇ ਹੋਏ ਪਰਾਠੇ ਅੱਲਾ ਮੀਆਂ ਨੇ ਮੁਹੱਈਆ ਕਰ ਦਿੱਤੇ। ਉਹਨਾਂ ਨੇ ਪੇਟ ਭਰ ਕੇ ਖਾਣਾ ਖਾਧਾ ਬੜੇ ਮਜ਼ੇ ਦੇ ਨਾਲ। ਤੇ ਲੇਕਿਨ ਇਹ ਗੱਲ ਖਾਲੀ ਕੱਚੀ ਗੱਲ ਨਹੀਂ ਹੈ, ਇਹਦੀ ਗਵਾਹੀ ਜਿਹੜੀ ਹੈ, ਇਹਦੀ ਇਤਲਾਹ ਹਜ਼ਰਤ ਹਕੀਮ ਮੌਲਵੀ ਨੂਰੁद्दीन ਸਾਹਿਬ ਨੂੰ ਵੀ ਮਿਲ ਗਈ ਅੱਲਾ ਵੱਲੋਂ, ਔਰ ਉਹਨਾਂ ਨੇ ਉਹਨਾਂ ਨੂੰ ਫਿਰ ਇਹ ਕਿਹਾ ਕਿ ਵੀ ਇਕੱਲੇ ਇਕੱਲੇ ਖਾ ਰਹੇ ਹੋ, ਨਾਲੇ ਮੁਸਕਰਾਏ ਨੇ। ਤੇ ਜਿਹੜੇ ਅੱਲਾ ਦੇ ਨੇਕ ਲੋਕ ਹੁੰਦੇ ਨੇ, ਅੱਲਾ ਦੇ ਪਿਆਰੇ ਲੋਕ ਹੁੰਦੇ ਨੇ, ਉਹਨਾਂ ਨੂੰ ਖੁਦਾ ਤਾਲਾ ਇਸ ਤਰ੍ਹਾਂ ਦੇ इनामात देता है, और उनसे अल्लाह मियाँ मोहब्बत करता है, और उनको इस तरह के इनामात भी देता है, और वो बड़े अल्लाह मियाँ के करीब होते हैं। तो ये बात आज मैंने सुनाई है, नई बात है।
اور آج سعید صاحب نے بھی ایک نئی بات سنائی ہے کہ ان کی والدہ کے کوئی جاننے والی تھیں، ان کو بھی اللہ میاں نے ایک دودھ کا گلاس اور سیب ایسے مہیا کیا، عطا کیا. تو ایون کہ جب ان کی آنکھ صبح کھلی ہے تو آدھا سیب انہوں نے کھا لیا، دودھ کا گلاس پی لیا، تو آنکھ کھلی تو وہ آدھا سیب ابھی بھی موجود تھا اس کھڑکی کے اوپر. اور اس سیب کا اور دودھ کا ذائقہ دنیاوی سیب اور دودھ کے ذائقے سے بہت مختلف، بہت پیارا. کیا کہیں گے؟ جی اللہ تعالیٰ کا اپنے بندوں کے ساتھ سلوک ہے جی. ہو سکتا ہے بزرگان امت جو گزرے ہیں ان میں یہ واقعات ہیں، پائے جاتے ہیں. تسی سنیے گل ਤੁਹਾਨੂੰ ਹੁਣ ਪਤਾ ਠਹਿਰ ਜਾਓ ਹੁਣ ਤੁਹਾਨੂੰ ਪਤਾ ਚੱਲੇਗਾ. یہ سعید صاحب بھی آؤں تے بندہ آپ گل سنتے تو وہ نہیں مزہ آتا جڑا فرسٹ ہینڈ انفارمیشن ہوندی. ایک وہ جو آپ کتنا نے ملک صاحب ملک کیسر صاحب کی کون کہہ رہے ہو، کون گل کرنا چاہ رہے نے؟ ਇਹ ਜ਼ਹੀਰ ਅਹਿਮਦ ਸਾਹਿਬ ਆ ਗਏ ਨੇ ਨਾ, ਤੁਹਾਨੂੰ ਹੁਣੀ ਪਿਲਾਉਂਦੇ ਨੇ ਦੁੱਧ ਸ਼ੁੱਧ. اچھا وہ بھی واقعہ آپ نے پڑھا کہ ابھی جو شرارتی حضرت ہو مسیح موعود علیہ الصلوۃ والسلام حضرت مسلم موعود کے ساتھ باغ میں ٹہل رہے تھے، تو حضرت مسلم موعود چھوٹی عمر میں انہوں نے ایک سیب کی وہ کہ میں کھانے کا دل کر رہا ہے، تو حضور کا وہ جو سیب والے معجزے کا وہ چلتا ہے ذکر کہ آپ نے درخت کی طرف ہاتھ بڑھایا اور وہاں سے سیب ان کو دے دیا حضرت مسلم موعود رضی اللہ عنہ کو. ਸੰਗਤਰਾ ਥਾ, ਸੇਬ ਨਹੀਂ ਸੰਗਤਰਾ ਥਾ. سنگترا، ہاں سنگترا یا سیب کی ہے روایت درست. ہاں جی، تو اب ہے یہ روایت میں تو بات ہے، اب اس کو کس اس میں لیتے ہیں. اور سنترا کا جی ان کے بیٹے کا نہیں، یہ آپ کے پاس انفارمیشن تھوڑی سی ہو ہے. جی سنترا ان کی وائف کا دل تھا. نہیں، میرے پاس ادھر بک پڑھی، میں اس میں پڑھ رہا ہوں کہ حضرت مسلم بہت چھوٹے تھے. وہ لکھا ہے میرے خیال میں ظہیر صاحب بتاتے ہیں. ظہیر صاحب آپ جو میں نے بات سنائی ہے اس کے بارے میں پہلے آپ کیا کہیں گے، چونکہ کچھ دوستوں کا اس پہ ایمان نہیں ہے. جی جی میں نے بات سنائی ہے، میں نے بڑی پکی بات سنائی ہے، اس کا حوالہ بھی موجود ہے، یہ تاریخ میں لکھا بھی ہوا ہے، اور مبشر کالم صاحب نے یہ جلسے کے اوپر یہ واقعہ ایسے ہی سنایا جیسے میں نے سنایا ہے. اچھا پہلے تو اس پہ کریں کہ یہ کیا کہیں گے اس پہ. جی جی اور ملک کیسر صاحب سے میری آگے گفتگو ہو رہی تھی پرائیویٹ میں، تو یہ بات یہ نہیں مان رہے تھے. اچھا اچھا. ہاں، اس سے پہلے کہ میں اس کی طرف آؤں تو اگر آپ میرے کو 1 منٹ میری پریویس بات پہ دے دینا تو اس سے وقت ضائع نہیں ہوگا، تو وہ بہت ضروری ہے. اگر وہ بات سمجھ میں نہیں آئی تو یہ جو اگلی بات ہم کر رہے ہیں نا وہ بھی سمجھ میں نہیں آئے گی. میں نے ان سے سوال یہ پوچھا تھا کہ قرآن میں حضرت صلی اللہ علیہ وسلم کے زمانے میں جو تنقید کی گئی وہ کیوں موجود ہے، وہ آیات کیوں موجود ہیں، اس کا جواب سنیے. اور اس کی بڑی وجہ یہ ہے کہ حضرت صلی اللہ علیہ وسلم کے چچا ایمان نہیں لے کر آئے آپ پر، حضرت مسیح موعود علیہ السلام کے 2 بیٹے ان کی زندگی میں ایمان نہیں لے کر آئے. ایسا کیوں ہے؟ ایسا اس لیے ہے کہ نبی غیب پر ایمان لے کر آتا ہے. غیب کے جو وہ دلائل دے گا نا، اس کا تعویذ بنا لیں اس بات کا، تو غیب کے جو وہ دلائل دے گا وہ بھی غیب ہی ہوں گے. بات سمجھ میں آ رہی ہے؟ وہ ایسے نہیں ہوں گے کالے اور سفید کی طرح، وہ گرے ایریا ہی ہوگا. غور کر دیکھیں کہ وہ جو سنترا جو تھا وہ 1 درجن سنترے تھے یا ایک ہی سنترا تھا؟ ایک. اب مجھے بتائیں کہ 1 سنترے سے کس کا پیٹ بھرتا ہے؟ وہ 2 کیوں نہیں تھے، درجن کیوں نہیں تھے؟ 1 منٹ. حضرت صلی اللہ علیہ وسلم نے جب حضرت علی کی آنکھیں جو تھیں جنگ میں جانے سے پہلے ان میں کہتے ہیں داب دہن لگایا تو وہ ٹھیک ہو گئی. تو مجھے یہ بتائیں کہ جو لوگ مکہ کے جن کی آنکھیں خراب تھیں انہوں نے لائنیں کیوں نہیں لگا لیں؟ ایسا نہیں ہوتا. حضرت خلیفہ رابع کی مجلس عرفان میں ایک بندے نے سوال کیا. 1 منٹ میں بزی ہو گیا. اچھا علیم صاحب، یہ جو صاحب آئیے کہ سمجھ اب. ہاں جی ہاں جی. اچھا میں تھوڑا سا نا اس میں ایڈ کر دوں، یہ جو نادر بھائی نہیں جو لائیو لگا کے بیٹھتے ہیں آپ کی جماعت احمدیہ سے ہیں، ہاں جی، ان سے یہ سنترے والی بات ہو رہی تھی، تو وہ بتا رہے تھے کہ مجھے بھی اس طرح کا نا ایک کشف ہوا تھا. ان کو بھی ہوا؟ ہاں جی ان کو بھی ہوا، ان کو بھوک لگی. لائیو شیئر پھر ابھی. ہاں جی ان کو لائیو شیئر کریں ہماری. اللہ صاحب تانوں کوئی نہیں کشف ہویا، نادر نوں تے کشف ہو گیا. اور وہ بھی کھانے کے متعلق تھا ان کا. وہ کہہ رہے تھے کہ میں ایسے پڑھ رہا تھا تو بڑی بھوک لگی تھی. طلت صاحب نہ سر پڑھ کے بیٹھ جاندے نے نہ گلاں تے. طلت صاحب کہندے نے میں اگے دے
ਜਿਹੜਾ ਮਲਿਕ ਅਲੀਮ ਭਾਈ ਇੱਕ ਮੈਂ ਨਹੀਂ ਹੋਇਆ ਇਹ ਰਾਤੀ ਮੈਂ ਨਾ ਰਾਤੀ ਰੋਟੀ ਖਾ ਕੇ ਕੋਈ ਨਾ ਜਨਾਬ ਲਈ ਸੁੱਤਮ ਤੇ ਸਵੇਰ ਉੱਠਮ ਤੇ ਮੇਰੀ ਜਿਹੜੀ ਹੈ ਨਾ ਭੁੱਖ ਬਿਲਕੁਲ ਜਨਾਬ ਲਈ ਖਤਮ ਆਈ। ਹਾਂ ਇਹ ਕਸ਼ਫ ਸੀ ਤੇ ਹੋਰ ਕੀ बड़ी बड़ी ख्वाब आई थी तो जी, बड़ा बड़ा बहुत ही ख्वाब आ गई है। नहीं और इसी जगह पे किसी ने क्या खूब फरमाया है कि अकल नहीं ते मौजा ही मौजा। ਜਿਹੜੇ ਅੱਲਾ ਦੇ ਪਿਆਰੇ ਲੋਕ ਹੁੰਦੇ ਨੇ ਉਹਨਾਂ ਦੇ ਖਾਸ ਇਨਾਮ ਹੁੰਦੇ ਨੇ ਅੱਲਾ ਮੀਆਂ ਦੇ। ਤੇ ਮਲਿਕ ਸਾਹਿਬ ਇਹ ਸਾਰੇ ਅਕਲ ਵਾਲੀਆਂ ਗੱਲਾਂ ਕਰ ਰਹੇ ਤੇ ਮੰਨਣ ਵਾਲੀਆਂ ਕਰ ਰਹੇ। ਮਲਕ ਇਮਰਾਨ ਸਾਹਿਬ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ, ਲੇਕਿਨ ਯਕੀਨ ਕਰੋ ਕਾਲਜ ਮੇਰੀ ਕੰਮ ਲਓ ਨਾ, ਸਿਰਫ ਕਾਲਜ ਦਾ ਕੰਮ ਲੈ ਲਓ। ਮੇਰੀ ਗੱਲ ਅੱਗੇ ਮੁਕੰਮਲ ਆਈ ਸੀ ਜਾਂ ਕੱਟ ਗਈ ਸੀ? ਕੀ ਹੋਇਆ? ਮੇਰੀ ਗੱਲ ਅੱਗੇ ਮੁਕੰਮਲ ਆਈ ਸੀ ਜਾਂ ਵਿੱਚ ਕੱਟ ਗਈ ਸੀ? ਤੁਹਾਡੀ ਗੱਲ ਤੇ ਕੋਈ ਵੀ ਨਹੀਂ ਆਈ ਸਾਡੇ ਕੋਲ ਹਲੇ। ਨਹੀਂ, ਇਸ ਤੋਂ ਪਹਿਲੇ ਸਿਗਨਲ ਰੈੱਡ ਹੋ ਗਏ ਸੀ। ਉਹ ਤੁਹਾਡੀ ਗੱਲ ਮੁਕੰਮਲ ਹੋ ਗਈ ਸੀ, ਉਹ ਸਮਝ ਆ ਗਈ ਸੀ ਸਾਨੂੰ। ਮੈਂ ਗੱਲ ਕਰ ਰਿਹਾ ਸਾਂ ਮਲਕ ਇਮਰਾਨ ਸਾਹਿਬ ਦੇ ਨਾਲ। ਮਲਕ ਇਮਰਾਨ ਸਾਹਿਬ ਬਹੁਤ ਅੱਛੇ ਬੰਦੇ ਨੇ, ਲੇਕਿਨ ਸਿਰਫ ਇੱਕ ਮੈਨੂੰ ਗਿਲਾ ਵੈ ਕਿ ਥੋੜਾ ਜਿਹਾ ਮੁਬਾਲਗਾ ਰਾਈ ਕਰਦੇ ਨੇ, ਬਸ ਹੋਰ ਕੋਈ ਨਹੀਂ। ਕਸ਼ਫ ਤੇ ਇਲਹਾਮ ਹੋਰ ਅੱਛਾ ਤਲਤ ਸਾਹਿਬ ਨੂੰ ਤਾਂ ਪੁੱਛ ਲੈਂਦੇ ਆਇਆ ਨਾ ਵੀ ਤਲਤ ਸਾਹਿਬ ਨੂੰ ਕੁਮਤ ਕਸ਼ਫ ਹੋਇਆ ਵੇ, ਨਾਦਰ ਨੂੰ ਹੋ ਗਿਆ ਤੇ ਤਲਤ ਸਾਹਿਬ ਨੂੰ ਕੋਈ ਨਹੀਂ। ਫਿਰ ਇਹ ਗੈਰ ਇਹ ਜਿਹੜੇ ਨੇ ਨਾ ਤਲਤ ਸਾਹਿਬ ਇਹ ਗੈਰ ਮੁਖਲਸ ਜੇ ਲੋਕ ਨੇ, ਕੋਈ ਸੱਚੇ ਅਹਿਮਦੀ ਨਹੀਂ ਹੈ। ਆਮਰ ਸਾਹਿਬ ਜਿਹੜੇ ਸੱਚੇ ਅਹਿਮਦੀ ਨੇ ਉਹਨਾਂ ਨੂੰ ਕਸ਼ਫ ਹੁੰਦਾ ਹੈ। नादर साहब ਨੂੰ ਅਗਰ ਕਸ਼ਫ ਹੋਣਾ ਸੀ ਨਾ ਥੋੜਾ ਜਿਹਾ ਹੱਥ ਹੌਲਾ ਰੱਖੋ। ਕੁਝ ਦਿਨ ਪਹਿਲੇ ਤਲਤ ਸਾਹਿਬ ਦੁਆ ਕਰ ਰਹੇ ਸਨ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਸੇ ਸਾਹਬੀ ਲਈ ਦੁਆ ਕੀਤੀ ਸੀ ਨਾ ਤੇ ਮੁਸਲਮਾਨਾਂ 'ਚ ਸ਼ਾਮਲ ਹੋ ਜਾਣ। ਇਹ ਤੁਹਾਡੇ ਲਈ ਦੁਆ ਕਰਦੇ ਜੇ ਕਿ ਇਹ ਤੁਹਾਡੇ ਨਾਲ ਸ਼ਾਮਲ ਹੋ ਜਾਣ ਤੇ ਮਜ਼ਾ ਆ ਜਾਏ। ਗੱਲ ਠੀਕ ਹੈ, ਗੱਲ ਦੁਆ ਕੀਤੀ ਜਾ ਸਕਦੀ ਹੈ, ਜਾਇਜ਼ ਹੈ। ਤਲਤ ਸਾਹਿਬ ਨੇ ਨਾਲ ਅੱਗੇ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਉਮਰ ਵਾਸਤੇ ਦੁਆ ਕੀਤੀ ਗਈ ਸੀ। ਤਲਤ ਸਾਹਿਬ ਦੀ ਪੂਰੀ ਗੱਲ ਨਹੀਂ ਸੁਣੀ। ਤਲਤ ਸਾਹਿਬ ਤੁਹਾਡੇ ਬਾਰੇ ਚ ਕੱਲ ਇੱਕ ਬੰਦੇ ਨੂੰ ਕਸ਼ਫ ਹੋਇਆ, ਇੱਥੇ ਬੈਠੇ ਆ ਉਹ ਸੁਰੇ ਵਜ਼ੀਰ ਸਾਹਿਬ ਜਿਹੜੇ ਨੇ ਪਾਪ ਸੀ, ਉਹ ਕਸ਼ਮੀਰ ਪਾਪ ਸੀ। ਨਹੀਂ ਜੇ ਤੁਹਾਡੀ ਭਾਈ ਸਾਰਿਆਂ ਨੂੰ ਐਡੀ ਗੱਲ ਕਾਹਲੀ ਆਉਂਦੀ ਏ। ਤਲਤ ਸਾਹਿਬ ਦਾ ਜਵਾਬ ਨਹੀਂ ਮੈਨੂੰ ਸੁਣਨ ਦਿੰਦੇ। ਤਲਤ ਸਾਹਿਬ ਜਵਾਬ ਦੇਣ ਲੱਗੇ ਸਨ, ਹਰ ਬੰਦਾ ਟੋਕ ਦਿੰਦਾ ਹੈ। ਉਹਨਾਂ ਨੂੰ ਜਵਾਬ ਦੇ ਲੈਣ ਦੋ ਵੀ ਇਹਨਾਂ ਨੂੰ ਕਿਉਂ ਨਹੀਂ ਤਲਤ ਸਾਹਿਬ ਨੂੰ ਕਸ਼ਫ ਹੁੰਦਾ। ਜਿਹੜੇ ਸੱਚੇ ਅਹਿਮਦੀ ਨੇ ਨਾਦਰ ਹਾਰ ਦੇ ਉਹਨਾਂ ਨੂੰ ਤਾਂ ਕਸ਼ਫ ਹੁੰਦਾ ਹੈ। ਨਹੀਂ ਜੀ ਤਲਤ ਨਾਦਰ ਸਾਹਿਬ ਨੂੰ ਅਗਰ ਕਸ਼ਫ ਹੋਣਾ ਸੀ ਤੇ ਇਹ ਹੋਣਾ ਚਾਹੀਦਾ ਸੀ ਕਿ ਨਬੀਆਂ ਤੇ ਈਮਾਨ ਲਿਆਣਾ ਜ਼ਰੂਰੀ ਹੈ। ਲੇਕਿਨ ਇਹ ਕਸ਼ਫ ਛੋੜ ਕੇ ਉਹਨਾਂ ਨੂੰ ਕੋਈ ਹੋਰ ਮਾਲਟੇ ਸੰਤਰਿਆਂ ਦਾ ਕਸ਼ਫ, ਕਿਸ ਸੇਬ ਦਾ ਕਸ਼ਫ ਹੋ ਗਿਆ, ਰੋਟੀ ਦਾ, ਮੇਰੀ ਸਮਝ ਤੋਂ ਬਾਹਰ। ਨਾਦਰ ਸਾਹਿਬ ਨੂੰ ਰੋਟੀ ਦਾ ਨਹੀਂ ਹੋਇਆ, ਨਾਦਰ ਸਾਹਿਬ ਨੂੰ ਕਸ਼ਫ ਕੋਈ ਹੋਰ ਹੋਇਆ। ਉਹ ਵਿਚਾਰੇ ਦੀ ਗੱਲ ਅਸੀਂ ਅਲਜਬਰਾ ਭਾਈ ਦੀ ਸੁਣੀ ਨਹੀਂ ਹੈ। ਉਹ ਕਸ਼ਫ ਉਹਨਾਂ ਦਾ ਸੁਣਾਉਣ ਲੱਗੇ ਸਨ। ਤੇ ਮੇਰੇ ਖਿਆਲ 'ਚ ਸਾਰੇ ਪਹਿਲਾਂ ਤਵੱਜੋ ਦੇ ਨਾਲ ਗੱਲ ਬੜੀ ਅਹਿਮ ਹੈ ਔਰ ਅਹਿਲੇ ਜਿਹੜੇ ਦਾਨਸ਼ ਲੋਕ ਨੇ ਔਰ ਅਕਲ ਰੱਖਦੇ ਨੇ ਉਹ ਪਹਿਲੇ ਗੱਲ ਅਲਜਬਰਾ ਸਾਹਿਬ ਦੀ ਸੁਣੀਏ ਪਹਿਲਾਂ ਪੂਰੀ, ਤੇ ਫਿਰ ਪਤਾ ਚੱਲੇ ਕਿ ਉਹਨਾਂ ਨੂੰ ਕਸ਼ਫ ਕੀ ਹੋਇਆ ਤੇ ਉਸ ਤੋਂ ਬਾਅਦ ਫਿਰ ਅਸੀਂ ਉਹਦੇ ਤਬਸਰਾ ਕਰੀਏ। ਔਰ ਮੈਨੂੰ ਇਹ ਪੂਰਾ ਮੈਂ ਤੇ ਮੰਨਣਾ ਵਾ, ਹੋਰ ਕੋਈ ਮੰਨੇ ਨਾ ਮੰਨੇ, ਕਿ ਕਸ਼ਫ ਇਲਹਾਮਾਤ ਇਹ ਅਲਾਮੀਆਂ ਦੇ ਖਾਸ ਇਨਾਮ ਹੁੰਦੇ ਨੇ, ਆਪਣੇ ਕਰੀਬੀ ਲੋਕਾਂ ਨੂੰ ਹੁੰਦੇ ਨੇ। ਮੇਰੇ ਕੋਲ ਤਾਂ ਦਲਾਇਲ ਮੌਜੂਦ ਨੇ ਤੇ ਇਸੇ ਅਸਨਾ ਦੇ ਵਿੱਚ ਸਾਡੇ ਕੋਲ ਉਹੀ ਬੰਦੇ ਹਿਊਮੈਨਿਟੀ ਸਾਹਿਬ ਤਸ਼ਰੀਫ ਲਿਆ ਚੁੱਕੇ ਨੇ। ਅਲੀਮ ਭਾਈ ਇਹ ਜਿੱਦੀ ਬਰਾੜ ਤੇ 350 ਬੰਦਾ ਜਾਏ ਉਹਨੂੰ ਹੀ ਕਸ਼ਫ ਹੁੰਦਾ ਨਹੀਂ? ਉਹ ਇਹ ਵੀ ਹੋ ਸਕਦਾ, ਇਹ ਵੀ ਖੁਦਾਈ ਮਦਦ ਹੋ ਸਕਦੀ ਹੈ। ਗੌਰ ਕਰੋ ਇਹਦੇ ਉੱਤੇ, ਗੌਰ ਕਰੋ। ਉਹ ਬੰਦਾ ਅੱਲਾ ਦਾ ਇਨਾਮ ਹੀ ਆਫਤਾ ਹੈ। ਮੇਰੇ ਕੋ 50-60 ਤੋਂ ਵੱਧ ਨਹੀਂ ਵੱਧੇ। ਵੇਖੋ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇਹ ਸਾਬਤ ਕਰ ਸਕਦਾ ਵਾਂ ਅੱਲਾ ਦਾ ਇਨਾਮ ਹੀ ਆਫਤਾ ਹੈ ਨਾ, ਅੱਲਾ ਦਾ ਕਰੀਬ ਹੈ ਨਾ, ਉਹ ਤਾਂ ਕਰਕੇ ਵੀ ਉੱਤੇ ਨਾਮ ਹੋ ਸਕਦਾ ਹੈ। ਇਹ ਵੀ ਗੌਰ ਕਰੋ, ਇਹ ਨਿਸ਼ਾਨੀ ਜੀ ਇੱਕ ਇਨਾਮ ਯਾਫਤਾ ਹੁੰਦੀ। ਉਹ ਇਨਾਮ ਯਾਫਤਾ ਦੁਨੀਆ 'ਚ ਇਨਾਮ ਨਹੀਂ ਲੱਭਦੇ, ਕਰਮਾਂ ਲਿਓ ਕਿਹੜੇ ਚੱਕਰਾਂ 'ਚ ਪੈ ਗਏ। ਅਗਰ ਇਨਾਮ ਦੁਨੀਆ 'ਚ ਲੱਭਦੇ ਤੇ ਸਾਈ ਯਹੂਦੀ ਸਭ ਤੋਂ ਵੱਡੇ ਇਨਾਮ ਯਾਫਤਾ। ਕੈਸਰ ਸਾਹਿਬ ਇਹ ਗੱਲ ਤੁਹਾਨੂੰ ਮੇਰੀ ਗੱਲ 'ਚ ਵਜ਼ਨ ਨਹੀਂ ਨਜ਼ਰ ਆਇਆ? ਹੋ ਸਕਦਾ ਹੈ, ਕਿਸੇ ਨੂੰ ਕੁਝ ਵੀ ਹੋ ਸਕਦਾ ਹੈ, ਕੋਈ ਪਾਬੰਦੀ ਨਹੀਂ ਹੈ। ਪਟ ਰੱਖੋ ਮਮਨਾ, ਪਟ ਰੱਖੋ। ਉਹ ਪਤਾ ਕੀ ਹੋਇਆ, ਉਹ ਮੈਂ ਨਾ ਇੱਕ ਮਜ਼ਾਰ ਤੇ ਗਿਆ ਨਾ, ਤੇ ਉਹ ਨਵਾਂ ਉਹਨਾਂ ਨੇ ਮਜ਼ਾਰ ਬਣਾਇਆ ਸੀ ਤੇ ਇਤਨੀ ਜ਼ਿਆਦਾ ਉੱਥੇ ਅਜੇ ਆਮਦਨ ਸ਼ੁਰੂ ਨਹੀਂ ਸੀ ਹੋਈ। ਤੇ ਉਹਨਾਂ ਨੇ ਨਾ ਇੱਕ ਜਗ੍ਹਾ ਤੇ ਲਿਖ ਕੇ ਲਗਾਇਆ, यहाँ पाँव ना रखे, ये जिन्नात के गुजरने की जगह है। ਮੈਂ ਕਿਹਾ ਇੱਥੇ ਰੱਖਣਾ। ਤੇ ਉੱਥੇ ਜਿਹੜਾ ਬੰਦਾ ਜਾਏ ਨਾ, ਤੁਹਾਨੂੰ ਕਹਿੰਦੇ ਉਹ ਇੱਥੋਂ ਨਾ ਗੁਜ਼ਰੀ,
ਇੱਥੇ ਜਿੰਨਾਤ ਦਾ ਡੇਰਾ ਹੈ, ਇੱਥੇ ਜਿੰਨਾਤ ਬੈਠੇ ਨੇ, ਇਬਾਦਤ ਕਰਦੇ ਨੇ ਇੱਥੇ ਬਹਿ ਕੇ। ਤੇ ਇਸ ਤਰ੍ਹਾਂ ਦੀ ਚੀਜ਼ਾਂ ਨੇ ਕਿ ਕਈ ਲੋਕ ਐਸੇ ਹਨ ਜਿਨ੍ਹਾਂ ਨੇ ਆਪਣੇ ਸ਼ੁਗਲ ਲਾਏ ਦੇ ਨੇ, ਤੇ ਲਾਉਣ ਦਿਓ। ਆਜ਼ਾਦੀ ਹੋਣੀ ਚਾਹੀਦੀ ਹੈ, ਖੁੱਲੀ ਡੁੱਲੀ। ਟੋਨੀ ਸਾਹਿਬ ਆ ਗਏ ਥੱਲੇ, ਟੋਨੀ ਸਾਹਿਬ ਨੂੰ ਲੈ ਲਓ, ਲੀਮ ਸਾਹਿਬ ਕਨਫਰਮ ਕਰ ਲਓ ਗੱਲ। ਇਹ ਤੇ ਗੱਲਾਂ ਨੇ ਈਮਾਨ ਦੀਆਂ, ਇਹ ਗੱਲਾਂ ਨੇ ਖੁਦਾ ਤਆਲਾ ਦੇ ਕਰੀਬ ਹੋਣ ਦੀਆਂ। ਤੇ ਮੈਂ ਇਹੀ ਸਵਾਲ, ਇੱਕ ਮਿੰਟ ਠਹਿਰ ਜੋ ਜ਼ਰਾ, ਹਿਊਮੈਨਿਟੀ ਸਾਹਿਬ ਆਏ ਨੇ, ਇਹਨਾਂ ਕੋਲ ਪੁੱਛਦੇ ਆ। ਇਹਨਾਂ ਦਾ ਤੁਹਾਨੂੰ ਪਤਾ ਇਸ ਜਮਾਤ ਦੇ ਸਨ ਪਹਿਲੇ ਸਾਡੇ ਬੜੇ ਸਰਗਰਮ ਰੁਕਨ ਔਰ ਬੜੇ ਅੱਛੇ ਇਨਸਾਨ ਨੇ, ਬੜੀ ਅੱਛੀ ਗੱਲ ਕਰਦੇ ਨੇ, ਲੇਕਿਨ ਇਹ ਹੁਣ ਪੋਲਿਟਿਕਸ ਵਾਲੇ ਪਾਸੇ ਇਹਨਾਂ ਦਾ ਥੋੜਾ ਜਿਹਾ ਹੈਗਾ। ਨਹੀਂ ਸਰ, ਮੇਰਾ ਪੋਲਿਟਿਕਸ ਵਾਲੀ ਕੋਈ ਰੁਝਾਨ ਨਹੀਂ ਹੈ। ਅੱਛਾ, ਤੁਸੀਂ ਕਿਹਾ ਨਾ ਇਮਰਾਨ ਖਾਨ ਨੂੰ ਤੁਸੀਂ ਸਪੋਰਟ ਕਰਦੇ ਹੋ, ਮਜ਼ਹਬ ਤੋਂ ਥੋੜਾ ਜਿਹਾ। ਇਮਰਾਨ ਖਾਨ ਨੂੰ ਮੈਂ ਮਜ਼ਹਬੀ ਪਰਸਪੈਕਟਿਵ ਨਾਲ ਨਹੀਂ ਕਰਦਾ, ਉਹਦੀ ਅਚੀਵਮੈਂਟਸ ਦੀ ਵਜ੍ਹਾ ਨਾਲ ਕਰਨਾ, ਜੋ ਇਨਸਾਨਾਂ ਵਾਸਤੇ ਉਹਦੇ ਕੰਟਰੀਬਿਊਸ਼ਨਸ ਨੇ, ਜਿਸ ਤਰ੍ਹਾਂ ਹਸਪੀਟਲਸ ਜਾਂ ਯੂਨੀਵਰਸਿਟੀ ਦਾ ਬਣਾਉਣਾ, ਤੇ ਉਹਦੀ ਪ੍ਰਾਇੋਰਿਟੀਜ਼ ਦੀ ਵਜ੍ਹਾ ਨਾਲ ਮੈਨੂੰ ਫੋਲੋ ਕਰਨਾ। ਅੱਛਾ, ਠੀਕ ਹੈ। ਤੇ ਤੁਹਾਡਾ ਕਸ਼ਫ ਦੇ ਉੱਤੇ ਤੇ ਇਲਹਾਮਾਤ ਤੇ ਰੋਇਆ ਲਕਾ, ਇਹ ਕਿਤੇ ਤੇ ਈਮਾਨ ਆਇਆ ਵਾ ਜਮਾਤ ਦੇ ਵਿੱਚ, ਤੇ ਸਾਡੀ ਗੁੰਜਾਇਸ਼ ਮੌਜੂਦ ਹੈ। ਅਸੀਂ ਅਕਸਰ ਸੁਣਨੇ ਆ ਨਾ ਕਿ ਜਿਹੜੇ ਨੇ ਮਰੀਦ ਜਿੰਨੇ ਜਾਹਿਲ ਹੋਣ, ਪੀਰ ਦੇ ਕਰਿਸ਼ਮੇ ਓਡੇ ਹੀ ਵੱਡੇ ਹੁੰਦੇ ਨੇ। ਤੇ ਇਹਨਾਂ ਚੀਜ਼ਾਂ ਦਾ ਨਾ, ਦੇਖੋ ਕੋਈ ਵੀ ਚੀਜ਼ ਹੈ, ਅਗਰ ਮੈਨੂੰ ਕੋਈ, ਹੁਣ ਜਿਸ ਤਰ੍ਹਾਂ ਬਾਈਬਲ ਦੇ ਵਿੱਚ ਇੱਕ ਵਾਕਿਆ ਲਿਖਿਆ ਦਾ ਹਜ਼ਰਤ ਈਸਾ ਦਾ, ਕਿ ਉਹ ਇੱਕ ਜਗ੍ਹਾ ਤੇ ਗਏ ਤੇ ਉੱਥੇ ਨਾ ਖੁਰਾਕ ਦੀ ਕਿੱਲਤ ਦਾ ਮਸਲਾ ਚੱਲ ਰਿਹਾ ਸੀ, ਤੇ ਹਜ਼ਰਤ ਈਸਾ ਨੇ ਉੱਥੇ ਕਿਸੇ ਨੂੰ ਕਿਹਾ ਕਿ ਕਿਸੇ ਦੇ ਘਰ ਖਾਣਾ ਹੈ ਤੇ ਲੈ ਕੇ ਆਓ। ਤੇ ਉਹ ਇੱਕ ਬੰਦੇ ਨੇ ਕਿਹਾ ਕਿ ਮੇਰੇ ਘਰ ਖਾਣਾ ਹੈ, ਤੇ ਉਹ ਲੈ ਕੇ ਆਇਆ, ਤੇ ਉਹ 2 ਰੋਟੀਆਂ ਸਾ ਔਰ 5 ਮਛਲੀ ਦੇ ਪੀਸ ਆ। ਤੇ ਉਹ ਹਜ਼ਰਤ ਈਸਾ ਨੇ ਉਹ 2 ਰੋਟੀਆਂ ਤੇ 5 ਮਛਲੀ ਦੇ ਪੀਸ 5000 ਲੋਕਾਂ ਨੂੰ ਖਵਾਤੇ, ਔਰ ਸਾਰਿਆਂ ਨੇ ਪੇਟ ਭਰ ਕੇ ਖਾਣਾ ਖਾਧਾ। ਇਹ ਗੱਲਾਂ ਨਾ ਪ੍ਰੈਕਟੀਕਲ ਨਹੀਂ ਹੈ। ਹੁਣ ਮੈਂ ਕੱਲ ਉਹ ਖਵਾਜਾ ਫਰੀਦੁਦੀਨ ਗੰਜ ਸ਼ੱਕਰ ਦਾ ਵਾਕਿਆ ਸੁਣ ਰਿਹਾ ਸੀ। ਉਹਨਾਂ ਦੇ ਦਰਬਾਰ ਤੇ ਨਾ ਇੱਕ ਕੂਆ ਹੈ, ਤੇ ਉਹ ਕੂਏ ਤੇ ਉਹਨਾਂ ਦਾ ਅਕੀਦਾ ਇਹ ਹੈ ਕਿ ਇਸ ਦਰਬਾਰ ਤੇ ਜਿਹੜਾ ਕੂਆ ਹੈ ਨਾ, ਇੱਥੇ ਖਵਾਜਾ ਫਰੀਦੁਦੀਨ ਗੰਜ ਸ਼ੱਕਰ ਨਾ 40 ਦਿਨ ਤੱਕ ਧਾਗੇ ਦੇ ਨਾਲ ਉਲਟੇ ਕੂਏ ਦੇ ਵਿੱਚ ਲਟਕ ਕੇ ਉਹਨਾਂ ਨੇ ਚੀਲਾ ਕੱਟਿਆ ਸੀ। ਤੇ ਕੋਈ ਵੀ ਕੰਮ ਅਗਰ ਤੁਸੀਂ ਵਾਕਿਆ ਸੁਣੋ ਨਾ, ਤੇ ਉਹਨੂੰ ਆਪਣੀ ਅੱਖਾਂ ਦੇ ਅੱਗੇ ਰੱਖੋ ਇੱਕ ਦਫਾ, ਉਹ ਸੋਚੋ ਕਿ ਯਾਰ ਅਗਰ ਮੈਂ ਕਰਾਂ, ਜਾਂ ਇਹ ਪ੍ਰੈਕਟੀਕਲੀ ਅੱਜ ਦੇ ਦੌਰ 'ਚ 21ਵੀਂ ਸਦੀ ਦੇ ਦੌਰ 'ਚ ਕਿਆ ਅਕਲ ਇਜਾਜ਼ਤ ਦਿੰਦੀ ਕਿ ਚੀਜ਼ਾਂ ਹੋ ਸਕਦੀਆਂ ਨੇ। ਚਲੋ ਤੁਹਾਡੇ ਮੈਂ ਸਾਹਮਣੇ ਕਰਾ ਦਿੰਦਾ ਇੱਕ ਚੀਜ਼। ਤੁਹਾਨੂੰ ਕਦੀ ਕੋਈ ਐਸੀ ख्वाब ਜਾਂ ਐਸਾ ਕਸ਼ਫ ਹੋਇਆ ਵਾ ਕਿ ਉਹ ਕੰਮ ਹੋ ਗਿਆ ਹੋਏ? ਕਿਹੜਾ ਕੰਮ? ਕੋਈ ਤੁਹਾਨੂੰ ਐਸੀ ख्वाब ਆਈ ਹੋਈ, ਅੱਲਾ ਵੱਲੋਂ ਕੋਈ ਤੁਹਾਨੂੰ ਖਬਰ ਮਿਲੀ ਹੋਏ ਔਰ ਕੰਮ ਹੋ ਗਿਆ ਹੋਏ? ਸਰ ਮੈਨੂੰ ख्वाब ਅਕਸਰ ਉਹੀ ਆਉਂਦੀ ਹੈ ਕਿ ਜੇ ਰਾਤੀ ਮੈਂ ਕੋਈ ਟੀਵੀ ਦੇਖ ਲਿਆ ਜਾਂ ਮੈਂ ਕਿਸੇ ਦੇ ਨਾਲ ਕੋਈ ਗੁਫ਼ਤਗੂ ਕੀਤੀ ਹੈ, ਤੇ ਜੋ ਦਿਨ ਦੀ ਮੇਰੀ ਐਕਟੀਵਿਟੀ ਹੋਈ ਹੈ ਉਹੀ ਰੁਕੋ, ਫਰਕ ਮੈਂ ਤੁਹਾਨੂੰ ਦਿਖਾ ਦਿੰਦਾ, ਹੁਣੀ ਦਿਖਾ ਦਿੰਦਾ। ਜੀ ਸਈਦ ਸਾਹਿਬ ਅਸਲਾਮ ਵਾਲੇਕੁਮ, ਮਿਊਟ ਲਾ ਲਓ ਤੁਸੀਂ, ਹੁਣ ਮੈਂ ਤੁਹਾਨੂੰ ਸਬੂਤ ਇੱਥੇ ਦੇ ਦਿੰਦਾ ਵਾ। ਜੀ ਸਈਦ ਸਾਹਿਬ ਤੁਸੀਂ ਮੌਜੂਦ ਹੋ? ਸਈਦ ਸਾਹਿਬ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਤੇ ਤੁਹਾਡੀ ਲੋੜ ਪੈ ਗਈ ਹੈ, ਤੁਸੀਂ ਥੋੜਾ ਜਿਹਾ ਕੁਝ ਕਹੋ ਇਹਦੇ ਉੱਤੇ ਕਿ ਇਹ ਸਾਡੇ ਦੋਸਤ ਨੇ ਚਾਹ ਰਹੇ ਨੇ। ਜੀ ਹਾਂਜੀ, ਉਹ ਮੈਂ ਤੁਹਾਨੂੰ ਦੱਸ ਰਿਹਾ, ਤੁਹਾਨੂੰ ਮੈਂ ਸਬੂਤ ਦੇਣਾ ਵਾ, ਇਹ ਹੁਣੀ ख्वाब, ਔਰ ਆਪ ਤੁਹਾਨੂੰ ਦੱਸਣਗੇ, ਪੂਰੀ ਗੱਲ ਦੱਸਾਂਗੇ ਤੁਹਾਨੂੰ। ਜੀ ਸੁਣਾਓ। ਸਹੀ ਸਾਹਿਬ ਅੱਲਾ ਮੀਆਂ ਇੱਕ ਕਰਦਾ ਖੁਦਾ ਤਆਲਾ ਕਦੀ ਖਬਰ ਦਿੰਦਾ ਪਹਿਲੇ, ਔਰ ਉਹ ਕੰਮ ਬਾਅਦ ਚ ਹੋ ਗਿਆ ਹੈ, ਕੋਈ ख्वाब ਤੁਹਾਨੂੰ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਅਲਮ ਵੱਲੋਂ ਤੁਸੀਂ ਮੈਂ ਇਸ ਗੱਲ ਨਹੀਂ ਕੀਤੀ ਹੈ, ਲੇਕਿਨ ਮੈਂ ਮੇਰੀ ख्वाब ਦੀ ਆਦਤ ਕੀਤੀ ਹੈ। ਮੈਂ ਉਹਦੇ ਵਿੱਚ ਜੀ ख्वाब ਦੀ ਆਦਤ ਕੀ ਮੈਂ ਵੀ ਕਿਹਾ ਕਿ ਖਬਰ ਦਿੰਦਾ ਸ਼ਾਮਲ ਕਰ ਲਈਏ, ਤੇ ਉਹਦੇ ਵਿੱਚ ਹੀ ਮੈਂ ਕੋਈ ਇਹ ਨਹੀਂ ਆਖਿਆ ਕਿ ਇਹ ਮਤਲਬ ਮੈਂ ਕੋਈ ਦਾਵਾ ਉਹਦੇ ਕੀਤਾ ਹੈ ਕਿ ਜਿਹੜੀ ਮੇਰੇ ਨਾਲ ਚੀਜ਼ ਹੋਈ ਹੈ ਮੈਂ ਉਹ ਬਿਆਨ ਕੀਤੀ ਹੈ। ਦੇਖੋ ਮੈਂ ਤੁਹਾਨੂੰ ਕੋਈ 1-2 ਦਫਾ ਹੋਵੇ ਨਾ ਤਾਂ ਚਲੋ ਬੰਦਾ ਇਗਨੋਰ ਕਰਦਾ ਹੈ। ਇੱਕ ਬੜੀ ਕਸਰਤ ਨਾਲ ਜਿਹੜਾ ਨਾ ਇਹ ਸਿਲਸਿਲਾ ਸੀ, ਤੇ ਉਹਦੀ ਵਜ੍ਹਾ ਤੋਂ ਫਿਰ ਮੈਂ ਇਹਦੇ ਤੇ ਗੌਰ ਫਿਕਰ ਕੀਤਾ, ਤੇ ਉਹ ਮੈਂ ਉਸ ਤੋਂ ਬਾਅਦ ਫਿਰ ਹਿਸਾਬ ਰੱਖਣਾ ਸ਼ੁਰੂ ਕੀਤਾ ਵਾ। ਜਿਸ ख्वाब ਆਉਂਦੀ ਹੈ ਤੇ ਉਹਦਾ ਮਤਲਬ ਹੈ ਕਿ ਵੀ ਕਿਸੇ ਦੀ ਮੈਨੂੰ ख्वाब ਆਈ ਹੈ ਉਹਦੀ ਕਿ ਪੂਰੀ ਹੋਈ ਹੈ, ਕਿ ਉਹ ਮਤਲਬ ਨਤੀਜਾ ਉਹਦਾ ਨਿਕਲਿਆ। ਜੀ ਹਾਂ, ਤਾਂ ਵਾਸਤੇ ਮੈਂ ਸਈਦ ਸਾਹਿਬ ਦਾ ਕੋਈ ਦਾਵਾ ਨਹੀਂ ਹੈ, ਮੈਂ ਫਿਰ ਕਹਿਦਾ ਸਈਦ ਸਾਹਿਬ ਕੋਈ ਦਾਵਾ ਨਹੀਂ ਰੱਖਦੇ, ਕੋਈ ਦਾਵਾ ਨਹੀਂ ਕਰਦੇ, ਲੇਕਿਨ ਇਸ ਮਿਸਾਲ ਤੁਹਾਡੇ ਸਾਹਮਣੇ ਮੌਜੂਦ ਹੈ। ਸਈਦ ਸਾਹਿਬ ਨੂੰ ਖੁਦਾ ਤਾਲਾ ਨੇ ਕਈ ਦਫਾ ਕਸਰਤ ਦੇ ਨਾਲ ਕਈ ਦਫਾ ਪਹਿਲੇ ਹੀ ਉਹ ਚੀਜ਼ ਦਿਖਾਤੀ ਜਿਹੜੀ ਬਾਅਦ ਚ ਹੋਣੀ ਹੁੰਦੀ ਹੈ, ਔਰ ਇਹ ਜ਼ਿੰਦਾ ਮਿਸਾਲ ਤੁਹਾਡੇ ਸਾਹਮਣੇ ਹੈ। जी मुमकिन है इस तरह की कोई चीज होए। देखो एक चीज ना मैं होर ऐड करना चाहांगा, ਤੁਹਾਡਾ ਨਾਮ ਅਲੀਮ ਹੈ ਨਾ? ਅਲੀਮ ਭਾਈ? ਹਾਂਜੀ ਹਾਂਜੀ, ਅਲੀਮ ਅਹਿਮਦ ਭਾਈ। ਦੇਖੋ ਤੁਸੀਂ ਅਗਰ ਅੱਜ ਤੁਸੀਂ ਮੈਨੂੰ ਨਹੀਂ ਪਤਾ ਕਿੱਥੇ ਰਹਿੰਦੇ ਹੋ, ਲੇਕਿਨ ਮੈਂ ਤੁਹਾਡੇ ਲਾਗੇ ਰਹਿਣਾ ਜੀ, ਜਰਮਨੀ ਚ ਰਹਿਣਾ ਮੈਂ।
ਜਰਮਨੀ ਰਹਿੰਦੇ ਹੋ ਤੁਸੀਂ ਨਾ ਇੱਕ ਲਮਹੇ ਲਈ ਆਪਣਾ ਔਰ ਆਪਣੇ ਪੇਰੈਂਟਸ ਦਾ ਜਿਹੜਾ ਸੋਚ ਦਾ ਜਿਹੜਾ ਜਨਰੇਸ਼ਨ ਗੈਪ ਹੈ ਨਾ ਤੁਹਾਡੇ ਜ਼ਿਹਨ 'ਚ ਔਰ ਉਹਨਾਂ ਦੇ ਜ਼ਿਹਨ 'ਚ, ਉਹਨੂੰ ਇੱਕ ਲਮਹੇ ਲਈ ਅਸੈਸ ਕਰੋ ਤੇ ਉਹ ਗੈਪ ਤੁਹਾਨੂੰ ਬਹੁਤ ਜ਼ਿਆਦਾ ਮਿਲੇਗਾ। ਦੇਖੋ ਮੇਰੇ ਵੀ ਪੇਰੈਂਟਸ ਨੇ, ਮੈਂ ਅੱਗੇ ਵੀ ਕਿਹਾ ਕਿ 99% ਇੱਥੇ ਜਿੰਨੇ ਵੀ ਅਹਿਮਦੀ ਬੈਠੇ ਨਾ ਉਹਨਾਂ ਨੂੰ ਅਹਿਮਦੀਅਤ ਵਿਰਾਸਤ 'ਚ ਮਿਲੀ। ਅਗਰ ਸਾਡੇ ਸਾਰਿਆਂ ਦੇ ਪੇਰੈਂਟਸ ਸ਼ੀਆ ਹੁੰਦੇ ਨਾ ਤੇ ਅਸੀਂ ਵੀ ਅੱਜ ਇਮਾਮ ਹੁਸੈਨ ਦੇ ਨਾਅਰੇ ਲਗਾ ਰਹੇ ਹੁੰਦੇ, ਕਿਉਂਕਿ ਇੱਕ ਬੇਸਿਕ ਇਹ ਇੱਕ এনवायरमेंट ਹੁੰਦਾ ਹੈ ਜਿਹਦੇ ਵਿੱਚ ਸਾਡੀ ਗਰੋਥ ਹੁੰਦੀ ਹੈ। ਇੱਕ ਬੱਚਾ ਜਦੋਂ ਪੈਦਾ ਹੁੰਦਾ ਨਾ ਪਹਿਲੇ ਦਿਨ ਹੀ ਅਸੀਂ ਉਹਦੇ ਕੰਨ 'ਚ ਅਜ਼ਾਨ ਦੇ ਕੇ ਉਹਨੂੰ ਮੁਸਲਮਾਨ ਕਰ ਦਿੰਦੇ ਹਾਂ। ਲੇਕਿਨ ਕਿੱਸਾ ਮੁਖਤਸਰ ਇਹ ਹੈ ਕਿ ਤੁਹਾਡਾ ਕਸ਼ੂਫ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਈਮਾਨ ਨਹੀਂ ਹੈ, ਖੁਆਬਾਂ ਦੇ ਉੱਤੇ ਵੀ ਤੁਹਾਡਾ ਈਮਾਨ ਹੈ। ਤੁਹਾਨੂੰ ਲੱਗਦਾ ਕਿ ਜਿਹੜਾ ਬੰਦਾ ਇਨਸਾਨ ਸੋਚ ਰਿਹਾ, ਜਿਹੜਾ ਬੈਕਗਰਾਊਂਡ ਦੇ ਵਿੱਚ ਦਿਮਾਗ 'ਚ ਉਹਦੀ ਚੀਜ਼ ਚੱਲ ਰਹੀ ਹੈ, ਕੈਮੀਕਲ ਰਿਐਕਸ਼ਨਸ ਨੇ, ਉਹੀ ਇਨਸਾਨ ਵੇਖਦਾ ਤੇ ਸੁਬਾਹ ਨੂੰ ਲੱਗਦਾ ਕਿ ਜੀ ਇਹ ਕੋਈ ਕਸ਼ਫ ਹੈ। ਤੁਹਾਡਾ ਇਹ ਹੋਈ ਹੈ ਇੰਜ ਹੀ ਹੈ ਜੀ? ਠੀਕ ਹੋ ਗਿਆ, ਠੀਕ ਹੋ ਗਿਆ। ਨਹੀਂ ਮੇਰਾ ਥੋੜਾ ਜਿਹਾ ਮੁਖਤਲਿਫ ਹੈ, ਮੇਰਾ ਤੇ ਈਮਾਨ ਹੈ। ਮੈਂ ਉਹਨਾਂ ਦੋਸਤਾਂ ਨਾਲ ਹਮੇਸ਼ਾ ਬੜੀ ਅੱਛੀ ਗੁਫ਼ਤਗੂ ਕਰਨਾ, ਮੈਨੂੰ ਬੜੇ ਅੱਛੇ ਲੱਗਦੇ ਨੇ ਹਰ ਇਨਸਾਨ ਨਾ। ਦੇਖੋ ਤੁਸੀਂ ਇੱਕ ਕਰੈਕਟਰ ਹੋ, ਹੁਣ ਤੁਸੀਂ ਅੱਛੇ ਹੋ ਜਾਂ ਬੁਰੇ ਹੋ, ਤੁਹਾਡਾ ਕਰੈਕਟਰ ਇੱਕ ਹੀ ਹੈ, ਲੇਕਿਨ ਹਰ ਇਨਸਾਨ ਦੀ ਰਾਏ ਤੁਹਾਡੇ ਬਾਰੇ 'ਚ ਮੁਖਤਲਿਫ ਹੋਏਗੀ। ਉਹਦੀ ਵਜ੍ਹਾ ਇਹ ਹੋਏਗੀ ਕਿ ਹਰ ਇਨਸਾਨ ਦਾ ਤੁਹਾਡੇ ਨਾਲ ਐਕਸਪੀਰੀਅੰਸ ਡਿਫਰੈਂਟ ਹੋਏਗਾ ਤੇ ਹਰ ਇਨਸਾਨ ਆਪਣੇ ਤਜਰਬੇ ਦੀ ਬੁਨਿਆਦ ਤੇ ਹੀ ਗੱਲ ਕਰ ਸਕਦਾ। ਮੇਰਾ ਇਸ ਤਰ੍ਹਾਂ ਕੋਈ ਐਕਸਪੀਰੀਅੰਸ ਨਹੀਂ ਹੈ। ਮੈਂ ਤੇ ਇਹਨਾਂ ਦੋਸਤਾਂ ਨੂੰ ਮਿਲਣਾ ਵਾ, ਸਾਡੇ ਕੋਲ ਚੀਮਾ ਸਾਹਿਬ ਆਉਂਦੇ ਨੇ, ਸਾਨੂੰ ਬੜੀਆਂ ਅੱਛੀਆਂ ਗੱਲਾਂ ਦੱਸਦੇ ਨੇ, ਔਰ ਮੇਰੇ ਕੋਲ ਉਹ ਵੀ ਮਿਸਾਲ ਮੌਜੂਦ ਨੇ। ਮੇਰੇ ਕੋਲ ਸਈਦ ਸਾਹਿਬ ਮੌਜੂਦ ਨੇ। ਸਈਦ ਸਾਹਿਬ ਦਾ ਕੋਈ ਦਾਵਾ ਨਹੀਂ ਹੈ, ਘੁੰਮਣ ਸਾਹਿਬ ਇੱਥੇ ਮੌਜੂਦ ਸਨ ਥੋੜੀ ਦੇਰ ਪਹਿਲੇ, ਔਰ ਖੁਦਾ ਤਆਲਾ ਦੱਸਦਾ ਮੇਰਾ ਤੇ ਇਹਨਾਂ ਨੂੰ ਦੋਸਤਾਂ ਨੂੰ ਵੇਖ ਕੇ ਤੇ ਮੇਰਾ ਈਮਾਨ ਹੋਰ ਤਾਜ਼ਾ ਹੁੰਦਾ ਹੈ। ਇਹ ਬੜੇ ਈਮਾਨ ਅਫਰੋਜ਼ ਵਾਕਿਆਤ ਨੇ ਜਿਹੜੇ ਦੋਸਤ ਸਾਨੂੰ ਦੱਸਦੇ ਨੇ ਔਰ ਅਸੀਂ ਸੁਣਨੇ ਆ। ਤੇ ਬਹਰਹਾਲ ਤਾਂ ਤੁਹਾਡਾ ਤੇ ਖੈਰ ਬਿਲਕੁਲ ਹੀ ਮੁਖਤਲਿਫ ਹੈ ਚੀਜ਼। ਉਹ ਥੱਲੇ ਘੁੰਮਣ ਸਾਹਿਬ ਆ ਗਏ ਜੇ, ਘੁੰਮਣ ਸਾਹਿਬ ਆਏ ਨੇ ਤੇ ਮੈਂ ਤੁਹਾਨੂੰ ਘੁੰਮਣ ਸਾਹਿਬ ਦੇ ਕੋਲੋਂ ਵੀ ਗੱਲ ਸੁਣਵਾ ਦਿੰਦਾ ਵਾ। ਹੋ ਸਕਦਾ ਤੁਹਾਡਾ ਈਮਾਨ ਵੀ ਵਧੇ, ਕਿਉਂਕਿ ਮੈਂ ਤੇ ਕੋਸ਼ਿਸ਼ ਕਰਨ ਡਿਆ ਵਾਂ ਕਿ ਤੁਸੀਂ ਸਾਡੇ ਵੱਲ ਆਓ ਔਰ ਅੱਲਾ ਦੇ ਮਜ਼ੀਦ ਸਰ ਮੈਂ ਕਿਤੇ ਨਹੀਂ ਗਿਆ, ਮੈਂ ਤੁਹਾਡੇ ਵਾਲੀ ਹਾਂ, ਲੇਕਿਨ ਮੇਰੀ ਤਰਜੀਹ ਇਨਸਾਨੀਅਤ ਤੇ ਮੈਂ ਹਰ ਉਸ ਚੀਜ਼ ਨੂੰ ਅਵੋਇਡ ਕਰਾਂਗਾ। ਯਾਰ ਮੈਂ ਘੁੰਮਣ ਸਾਹਿਬ ਨੂੰ ਬੁਲਾਉਣਾ ਚਾਹਦਾ। ਉਸਮਾਨ ਸਾਹਿਬ ਤੁਸੀਂ 2 ਮਿੰਟ ਬਸ ਮੈਨੂੰ ਦੇ ਦਿਓ। ਇੱਕ ਮਿੰਟ ਸਿਰਫ ਭਾਈਜਾਨ, ਸਭ ਤੋਂ ਜ਼ਿਆਦਾ ਕਸ਼ਫ ਆਏ ਨੇ ਸਿਮਸਨ ਨੂੰ, ਤੇ ਉਹ ਵਲੀ ਵੀ ਹੋ ਗਿਆ, ਨਬੀ ਵੀ ਹੋ ਗਿਆ। ਉਹਦੇ ਜਿਹੜੇ ਦਾਅਵੇ 10 ਸਾਲ ਪਹਿਲਾਂ ਸਾਨੂੰ ਪੂਰੇ ਹੋਏ ਨੇ, 15 ਸਾਲ ਪਹਿਲਾਂ ਦੇ ਪੂਰੇ ਹੋਏ ਨੇ, ਹੁਣ ਵੀ ਕਰਦਾ ਪਿਆ ਸਿਮਸਨ, ਤੇ ਵੈਸੇ ਉਹਨੂੰ ਮੰਨਣਾ ਚਾਹੀਦਾ ਦਾ ਮਤਲਬ ਹੈ। ਨਹੀਂ ਉਹਦੇ ਪੈਰੋਕਾਰ ਮੰਨਦੇ ਹੋਣਗੇ ਬਿਲਕੁਲ। ਮੈਨੂੰ ਸਿਰਫ ਉਸਮਾਨ ਸਾਹਿਬ ਤੁਸੀਂ 1 ਮਿੰਟ 2 ਮਿੰਟ ਥੋੜੇ ਟਾਈਮ ਦੇਣਾ, ਮੈਂ ਘੁੰਮਣ ਸਾਹਿਬ ਕੋਲੋਂ ਇੱਕ ਤਸਦੀਕ ਲੈ ਲਾ। ਘੁੰਮਣ ਸਾਹਿਬ ਦਾ ਵੀ ਅਕੀਦਾ ਇਹ ਹੈ ਕਿ ਇਹ ਜਿਹੜੀ ਤਸਦੀਕ ਜਿੱਥੇ ਗਵਾਹੀ ਦੇਣੀ ਚਾਹੀਦੀ ਹੈ, ਔਰ ਅੱਛੀ ਗੱਲ ਵੀ ਇਹੀ ਹੈ ਜਿੱਥੇ ਗਵਾਹੀ ਹੋਏ ਦੇਣੀ ਚਾਹੀਦੀ ਹੈ। ਮੈਂ ਫਿਰ ਹਾਜ਼ਰ ਹੋਤਾ ਹੂੰ ਤਲਕ ਬਿੱਲਾ ਦੇ ਰੋਸ਼ਨੀ ਪਾਓ ਥੋੜੀ ਜੀ। ਜੀ अस्सलाम ਜੀ ਜੀ ਕਰੋ, ਦੱਸੋ ਸਾਨੂੰ ਤਲਕ ਬਿੱਲਾ ਦੇ ਬਾਰੇ ਚ ਕੁਝ। ਮੈਨੂੰ ਤਲਕ ਬਿੱਲਾ ਦਾ ਤੇ ਨਹੀਂ ਪਤਾ। ਮੈਂ ਨਹੀਂ ਘੁੰਮਣ ਸਾਹਿਬ ਆਏ ਜੇ, ਇਹ ਡੇਵਿਡ ਸਾਹਿਬ ਨਾਲ ਤਸ਼ਰੀਫ ਫਰਮਾ ਨੇ। ਮੈਂ ਤੁਹਾਨੂੰ ਦੀ ਗੱਲ ਸੁਣਾ, ਇਹ ਸਾਡੇ ਜਮਾਤ ਦੇ ਨੇ, ਅਹਿਮਦੀ ਜੇ, ਸਾਡੇ ਆਪਣੇ ਭਰਾ ਨੇ, ਤੁਸੀਂ ਵੀ ਸਾਡੇ ਭਰਾ ਹੋ। ਜੀ ਦੇਖੋ ਇਸ ਤਰ੍ਹਾਂ ਦੇ ਜਿਹੜੇ ਵਾਕਿਆਤ ਹੁੰਦੇ ਨਾ ਮੌਜਜ਼ਾਨਾ ਜਾਂ ਇਸ ਤਰ੍ਹਾਂ ਦੇ ਵਾਕਿਆ ਜਿਨ੍ਹਾਂ ਤੋਂ ਅਸੀਂ ਇਨਸਪਾਇਰ ਹੁੰਦੇ, ਇਹ ਦੁਨੀਆ ਦੇ ਤੁਹਾਨੂੰ ਹਰ ਮਜ਼ਹਬ 'ਚ ਮਿਲਣਗੇ। ਗੱਲ ਸੁਣੋ ਨਾ, ਮੈਂ ਤੁਹਾਡੇ ਨਾਲ ਸਾਹਮਣੇ ਬੰਦਾ ਪੇਸ਼ ਕਰ ਰਿਹਾ ਵਾਂ, ਤੁਹਾਨੂੰ ਖੁਦ ਬਰਾਹ ਰਾਸਤ ਫਸਟ ਹੈਂਡ ਇਨਫੋਰਮੇਸ਼ਨ ਲਓ। ਜੀ ਘੁੰਮਣ ਸਾਹਿਬ ਕਰੋ ਗੱਲ, ਰੋਸ਼ਨੀ ਪਾਓ ਥੋੜੀ ਜਿਹੀ, ਔਰ 1-2 ਵਾਕਿਆਤ ਕੋਈ ਸਾਨੂੰ ਦੱਸੋ, ਅੱਛੀ ਗੱਲ ਦੱਸੋ ਕੋਈ। ਅਸਲ 'ਚ ਮੇਨ ਮਸਲਾ ਇਹ ਹੁੰਦਾ ਹੈ ਕਿ ਵਾਕਿਆ ਤੇ ਉਦੋਂ ਹੀ ਦੱਸੇ ਜਾਂਦੇ ਨੇ ਜਦੋਂ ਕੋਈ ਵਾਕਿਆ ਉਸ ਕਿਸਮ ਦਾ ਹੋ ਰਿਹਾ ਹੋਏ ਤੇ ਬੰਦਾ ਦੱਸਦਾ ਕਿ ਇਹ ਵੀ ਹੈ, ਇੰਜ ਹੋ ਜਾਂਦਾ। ਹੁਣ ਜਿਹਨੇ ਉਹ ਚੀਜ਼ ਦੀ ਖਾਧੀ ਉਹਨੂੰ ਉਹਦਾ ਸਵਾਦ ਕਿਵੇਂ ਦੱਸਾਂ ਮੈਂ ਕਿ ਉਹਦਾ ਕੀ ਜ਼ਾਇਕਾ। ਦੇਖੋ ਸਰ ਤੁਸੀਂ ਇਹ ਮੈਂ ਅਕਸਰ ਹਿੰਦੂਆਂ ਦੇ ਕੋਈ ਨਾ ਕੋਈ ਸ਼ੋਅ ਦੇਖ ਰਿਹਾ ਵਾਂ ਨਾ, ਤੇ ਉਹਦੇ 'ਚ ਉਹ ਆ ਕੇ ਕਹਿੰਦੇ ਨੇ ਬਾਬਾ ਜੀ ਮੇਰਾ ਫਲਾਣਾ ਕੰਮ ਨਹੀਂ ਸੀ ਹੋ ਰਿਹਾ, ਤੁਹਾਡੀ ਕਿਰਪਾ ਹੋਈ ਤੇ ਮੇਰਾ ਫਲਾਣਾ ਕੰਮ ਵੀ ਹੋ ਗਿਆ ਤੇ ਫਲਾਣਾ ਵੀ ਹੋ ਗਿਆ। ਇਹ ਬੇਸਿਕਲੀ ਆਪਣੇ ਮਾਈਂਡ ਨੂੰ ਸੈਟੀਸਫਾਈ ਕਰਨ ਵਾਲੀ ਚੀਜ਼ ਹੁੰਦੀ ਹੈ ਕਿ ਤੁਸੀਂ ਕਿਸੇ ਦੀ ਚੀਜ਼ ਨੂੰ ਅਕਸਰ ਸਾਡੇ ਆਪਣੇ ਵਾਕਿਆਤ ਸੁਣਨ ਨੂੰ ਮਿਲਦੇ ਨੇ ਕਿ ਕਿਸੇ ਨੇ ਚੰਦਾ ਦਿੱਤਾ ਕਿਸੇ ਤਹਿਰੀਕ 'ਚ, ਤੇ ਉਹਦਾ ਉਹਨੇ ਦਰਵਾਜ਼ੇ ਤੇ ਕੋਈ ਆਇਆ ਤੇ ਉਹਨੂੰ ਲਿਫਾਫਾ ਪਕੜਾ ਗਿਆ। ਤੇ ਉਹ ਪ੍ਰੈਕਟੀਕਲ ਲਾਈਫ 'ਚ ਚੀਜ਼ਾਂ ਨਹੀਂ ਹੁੰਦੀਆਂ ਕਿ ਕੋਈ ਵੀ ਅਨਨੋਨ ਬੰਦਾ ਆ ਕੇ ਤੁਹਾਨੂੰ ਕੋਈ ਲਿਫਾਫਾ ਦੇ ਜਾਏ ਜਾਂ ਉਹਦੇ 'ਚ ਤੁਹਾਨੂੰ ਕੋਈ ਚਲੋ ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ ਵਾ। ਨਹੀਂ ਕਈ ਵਾਰੀ ਤੁਹਾਨੂੰ ਉਸ ਜਗ੍ਹਾ ਤੋਂ ਮਿਲ ਜਾਂਦੀ ਕੋਈ ਤਵੱਕੋ ਵੀ ਨਹੀਂ ਹੁੰਦੀ। ਹਾਂਜੀ ਤੁਸੀਂ ਤੁਹਾਡੇ ਦੋਸਤਾਂ ਦੀ ਗੱਲ ਹੀ ਸੁਣਨ ਡਏ ਆ। ਰਾਜੇਗੀ ਸਾਹਿਬ ਦਾ ਵਾਕਿਆ ਵਾ, ਉਹਨਾਂ ਨੇ ਇੱਕ ਦਫਾ 10 ਰੁਪਏ ਦਿੱਤੇ ਸੀ, ਤੁਸੀਂ ਗੱਲ ਮੈਨੂੰ ਯਾਦ ਆ ਗਿਆ, ਤੇ ਉਹਨਾਂ ਨੂੰ 100 ਯੂਰੋ ਅਗਲੇ ਹੀ ਲਮਹੇ ਇੱਕ ਲਿਫਾਫੇ 'ਚ ਮਿਲ ਗਏ। ਇਹ ਗੱਲ ਹਕੀਕਤ ਹੈ ਜੀ ਸਈਦ ਸਾਹਿਬ। ਸੁਬਾਹ ਵਾਲੀ ਗੱਲ ਕਰਨਾ ਜਾ ਰਿਹਾ ਕਿ ਅਮਰਦੀਪ ਸਾਹਿਬ ਜੀ ਇੱਥੇ ਨੇ ਤੇ
ਉਹਨਾਂ ਨੂੰ ਪੁੱਛਣਾ ਚਾਹਣਾ, ਕਮੈਂਟ ਚਾਹਨਾ ਉਹਨਾਂ ਦੇ ਵੀ ਜਿਹੜੀ ਇਮਾਮ ਮਿਰਜ਼ਾ ਸਾਹਿਬ ਨੇ ਦਾਵਾ ਕੀਤਾ ਸੀ ਉਹਦੀ ਝਲਕ ਜਮਾਤ ਵਿੱਚ ਨਜ਼ਰ ਆਉਂਦੀ ਹੈ, ਜਾਂ ਜਿਹੜੇ ਮਕਸਦ ਵਾਸਤੇ ਉਹ ਆਏ ਸਨ ਉਹ ਮਕਸਦ ਜਮਾਤ ਵਿੱਚ ਨਜ਼ਰ ਆਉਂਦਾ ਹੈ ਕਿ ਨਹੀਂ? ਆਉਂਦਾ ਪਿਆ ਐਦਾਂ ਤਰ੍ਹਾਂ ਬੰਦਿਆਂ ਚ ਇੱਥੇ ਹੀ ਨਜ਼ਰ ਪਿਆ ਆਉਂਦਾ। ਇੱਕ ਤੇ ਇਹ ਜਿਹੜੇ ਗੱਲ ਪੇ ਭਾਈ ਹੋਰੀ ਕਰਦੇ ਨੇ ਨਾ, ਹਿਊਮੈਨਿਟੀ ਕੀ ਨਾ ਇਹਨਾਂ ਦਾ, ਇੱਕ ਸਵੇਰੇ ਟੋਨੀ ਸਾਹਿਬ ਚ ਨਜ਼ਰ ਆਇਆ, ਝਲਕ ਨਜ਼ਰ ਆਉਂਦੀ ਵੀ ਮਿਰਜ਼ਾ ਸਾਹਿਬ ਦੇ ਦਾਅਵੇ ਦੀ ਝਲਕ ਅਕਸਰ ਲੋਕਾਂ ਚ ਨਜ਼ਰ ਆਉਂਦੀ ਹੈ। ਇਹ ਇੱਕ ਦੋ ਬੰਦੇ ਹਨ, ਤਲਤ ਸਾਹਿਬ ਚ ਨਜ਼ਰ ਨਹੀਂ ਆਉਂਦੀ ਤੇ ਲੀਮ ਸਾਹਿਬ ਚ ਨਜ਼ਰ ਨਹੀਂ ਆਉਂਦੀ, ਹੋਰ ਕਿਹੜਾ ਬੰਦਾ ਜਿਹਨੇ ਚ ਨਜ਼ਰ ਨਹੀਂ ਆਉਂਦੀ, ਬਾਕੀ ਸਾਰਿਆਂ ਚ ਨਜ਼ਰ ਪਈ ਆਉਂਦੀ। ਅੱਛਾ ਅਲੀਮ ਭਾਈ, ਮੇਰਾ ਇੱਕ ਸਵਾਲ ਹੈ ਤੁਹਾਡੇ ਕੋਲ, ਲਾਹੌਰੀ ਗਰੁੱਪ ਦੇ ਬਾਰੇ ਚ ਤੁਹਾਡੀ ਕੀ ਰਾਏ ਹੈ? ਕਿ ਉਹਨਾਂ ਤੁਹਾਨੂੰ ਮੈਂ ਬਕਾਇਦਾ ਤੌਰ ਤੇ ਤੁਸੀਂ ਸਾਡੇ ਨਾਲ ਰਾਬਤਾ ਰੱਖੋ ਤੇ ਤੁਹਾਡਾ ਇੰਟਰਵਿਊ ਕਰਵਾਉਂਦੇ ਆ ਬਕਾਇਦਾ ਤੌਰ ਤੇ। ਜੰਬਾ ਸਾਹਿਬ ਨਾਲ ਵੀ ਤੁਹਾਡਾ ਇੰਟਰਵਿਊ ਕਰਵਾਉਂਦੇ ਆ, ਤੁਹਾਡਾ ਤਾਰਕ ਚੌਹਾਨ ਸਾਹਿਬ ਨਾਲ ਕਰਵਾਉਂਦੇ ਆ। ਤੁਸੀਂ ਸਹੀ ਜਗ੍ਹਾ ਤੇ ਪਹੁੰਚੇ ਹੋ ਤੇ ਤੁਸੀਂ ਹਾਂਜੀ ਸਹੀ ਜਗ੍ਹਾ ਤੇ ਪਹੁੰਚੇ, ਤੁਹਾਡਾ ਇੰਟਰਵਿਊ ਹੋਏਗਾ। ਇੱਕ ਦੂਸਰੇ ਦੀ ਗੱਲ ਸੁਣਨ ਦੇ ਨੇ। ਹਾਂ, ਇਹ ਬੜਾ ਅੱਛਾ ਮਾਹੌਲ ਹੈ। ਸਾਡੀ ਬਰੋਡ ਤੇ ਕਦੀ ਲੜਾਈ ਨਹੀਂ ਹੋਈ ਤੇ ਕਦੀ ਕਿਸੇ ਨੇ ਇੱਕ ਦੂਸਰੇ ਨੂੰ ਗੱਲ ਹੀ ਨਹੀਂ ਕੱਢੀ। ਇਸ ਬਰੋਡ ਦੇ ਦੋ ਹੀ ਅਸੂਲ ਨੇ ਜੀ, ਬਹੁਤ ਰਿਕਾਰਡ ਜੇ ਹਿਊਮੈਨਿਟੀ ਸਾਹਿਬ ਕਦੀ ਕਿਸੇ ਬੰਦੇ ਨੇ ਗੱਲ ਹੀ ਨਹੀਂ ਕੱਢੀ ਤੇ ਇੱਥੇ ਕਦੀ ਲੜਾਈ ਨਹੀਂ ਹੋਈ। ਅਸਤਗਫਿਰੁल्लाह। ਬਹੁਤ ਸਾਰੇ ਦੋਸਤ ਪਿਆਰ ਨਾਲ ਬਦਲ ਰਹਿੰਦੇ ਨੇ। ਮੇਰਾ ਜ਼ਾਤੀ ਐਕਸਪੀਰੀਅੰਸ ਅਜੇ ਤੱਕ ਬਿਲਕੁਲ ਐਵੇਂ ਹੀ ਕਿ ਕਿਸੇ ਦੇ ਖਿਲਾਫ ਕੋਈ ਹੁਣ ਜਿੱਥੇ ਵੀ ਜਾਣਾ ਹੈ ਇਸ ਬਰੋਡ ਦਾ ਗਵਾਹੀ ਦੇਣੀ ਹੈ ਕਿ ਅਲੀਮ ਅਹਿਮਦ ਦੀ ਬਰੋਡ ਤੇ ਇੱਥੇ ਹੀ ਹੋਣਾ ਸਾਡੇ ਕੋਲ ਹੀ। ਹਾਂਜੀ, ਵੈਰੀ ਗੁੱਡ ਮੋਸਟ ਵੈਲਕਮ ਜਨਾਬ। ਤੁਸੀਂ ਜਦੋਂ ਵੀ ਕਿਤੇ ਵੇਖੋਗੇ ਨਾ ਇਸ ਬਰੋਡ ਤੇ, ਨਾ ਲੜਾਈ ਵੇਖੋਗੇ, ਨਾ ਗਾਲੀ ਗਲੋਚ ਵੇਖੋਗੇ, ਨਾ ਕਦੀ ਝਗੜਾ ਵੇਖੋਗੇ। ਸਾਰੇ ਦੋਸਤ ਪਿਆਰ ਮਤਲਬ ਕਿਸੇ ਨੂੰ ਗੱਲ ਕਰਦੇ ਨੇ, ਧੀਮੇ ਲਹਿਜੇ ਦੇ ਨੇ। ਅੱਗੇ ਜਿਹੜੇ ਪਹਿਲੇ ਵੀ ਦੋਸਤ ਆਏ ਸਨ, ਬੜੇ ਸਕੂਨ ਦੇ ਨਾਲ, ਕੋਈ ਲੜਾਈ ਝਗੜਾ ਨਹੀਂ ਹੈ। ਬਹੁਤ ਅੱਛੀ ਚੀਜ਼ ਹੈ। ਅੱਛਾ ਜੀ ਅਲੀਮ ਸਾਹਿਬ, ਮੈਂ ਨਾ ਇੱਕ ਚੀਜ਼ ਐਡ ਕਰ ਦਿਆਂ, ਮੇਰੇ ਜ਼ਿਹਨ ਚ ਆਈ ਹੈ ਕਿ ਇੱਕ ਨਾ ਬਾਬਾ ਵਾਂਗਾ ਦੇ ਨਾਂ ਦੇ ਇੱਕ ਮਾਈ ਸੀ, ਉਹ ਅੰਧੀ ਸੀ। ਉਹਦੀਆਂ ਅਕਸਰ ਪੇਸ਼ਨ ਗੋਈਆਂ ਜਿਹੜੀਆਂ ਨਾ ਉਹ ਪੂਰੀਆਂ ਹੋਈਆਂ ਨੇ ਤਕਰੀਬਨ ਪੂਰੀ ਦੁਨੀਆ ਦੇ ਵਾਲੇ ਨਾਲ, ਸ਼ਾਇਦ ਤੁਸੀਂ ਜਾਣਦੇ ਹੋ ਜਾਂ ਸੁਣਿਆ ਹੋਵੇ। ਹਾਂ ਸਹੀ ਹੈ। ਦੇਖੋ ਪੇਸ਼ੈਂਟ ਗੋਈਆਂ ਜਿਹੜੀਆਂ ਹੁੰਦੀਆਂ ਨਾ, ਮੈਂ ਇੱਕ ਚੀਜ਼ ਐਡ ਕਰਦਾ। ਮੈਂ ਇੱਕ ਰਾਈਟਰ ਪੜ੍ਹਿਆ ਬਰਟਰੈਂਡ ਰਸਲ, ਇੰਗਲੈਂਡ ਦਾ, ਤੇ ਮੈਂ ਉਹਦੀ ਬੁੱਕਸ ਪੜ੍ਹੀਆਂ ਨੇ। ਉਹਦੀ ਬੁੱਕਸ ਦੇ ਬੇਸ ਤੇ ਨੌਲੇਜ ਸੇ ਮੈਂ ਇੱਕ ਪੇਸ਼ੈਂਟ ਗੋਈ ਕਰਨਾ, ਇਹ ਆਉਣ ਵਾਲੀ ਨਸਲਾਂ 'ਚ ਪੂਰੀ ਹੋਣੀ ਹੈ। ਤੇ ਉਹਦਾ ਇਹ ਮਤਲਬ ਨਹੀਂ ਹੈ ਕਿ ਮੈਨੂੰ ਇਹ ਪਤਾ ਹੈ, ਉਹਦਾ ਮਤਲਬ ਇਹ ਕਿ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਜਾਂ ਨੌਲੇਜ ਦੀ ਬੇਸ ਤੇ ਕਿਸੇ ਚੀਜ਼ ਨੂੰ ਪ੍ਰੈਡਿਕਟ ਕਰਨ ਡਿਆ। ਔਰ ਹਰ ਇਨਸਾਨ ਦੀ ਹਰ ਪੇਸ਼ਗੋਈ ਪੂਰੀ ਨਹੀਂ ਹੁੰਦੀ। ਇੱਕ ਬੰਦਾ ਅਗਰ 100 ਪ੍ਰੈਡਿਕਸ਼ਨ ਕਰਨ ਡਿਆ ਤਾਂ ਉਹਦੇ ਵਿੱਚੋਂ 10 ਵੀ ਅਗਰ ਪੂਰੀਆਂ ਹੁੰਦੀਆਂ ਵੀ ਨੇ ਤਾਂ ਅਸੀਂ ਉਹਨਾਂ 10-20 ਨੂੰ ਹੀ ਚੁੱਕਨੇ ਆ। ਜਿਹੜੀਆਂ 80 ਨਹੀਂ ਹੋਈਆਂ ਹੁੰਦੀਆਂ ਉਹਨਾਂ ਦੇ ਬਾਰੇ 'ਚ ਅਸੀਂ ਡਿਸਕਸ਼ਨ ਨਹੀਂ ਕਰਦੇ। ਹੁਣ ਕੁਰਾਨ ਮਜੀਦ ਚ ਇੰਨੀਆਂ ਪੇਸ਼ਨ ਗਵਾਈਆਂ ਨੇ ਜਿਹੜੀਆਂ ਹਰ ਲਮਹੇ ਪੂਰੀਆਂ ਹੁੰਦੀਆਂ ਨੇ, ਤੇ ਕਹੋ ਕਿ ਪੂਰਾ ਕੁਰਾਨ ਮਜੀਦ ਇੱਕਦਮ ਪੂਰਾ ਹੋ ਜਾਏਗਾ, ਅਜੀਬ ਗੱਲ ਹੈ। ਦੇਖੋ ਇਹ ਤੇ ਸਾਡੀ ਜਿਹੜੀ ਬ੍ਰੇਨ ਵਾਸ਼ਿੰਗ ਹੋਈ ਦੀ ਹੈ, ਇਹ ਉਹਦਾ ਅਕਸ ਹੁੰਦਾ ਹੈ। ਹਜ਼ਰਤ ਦਾਨੀਅਲ ਦੀਆਂ ਪੇਸ਼ਨ ਗਵਾਈਆਂ ਨੇ, ਓਲਡ ਟੈਸਟਾਮੈਂਟ ਚ ਪੜ੍ਹ ਲਓ, ਹਰ ਸਾਲ 25 ਤੋਂ 30 ਪੇਸ਼ਨ ਗਵਾਈਆਂ ਪੂਰੀਆਂ ਹੁੰਦੀਆਂ, ਲੇਕਿਨ ਉਹ ਸਮਝਣ ਵਾਲੇ ਦੀ ਗੱਲ ਹੈ ਕਿ ਉਹ ਪੇਸ਼ਨ ਗਵਾਈ ਨੂੰ ਸਮਝਦਾ ਕਿਉਂ ਨਹੀਂ ਹੈ। ਇਹ ਕਿ ਆਪਣੇ ਦਿਲ ਨੂੰ ਮੁਤਮਿਨ ਕਰਨ ਵਾਲੀ ਗੱਲ ਹੈ। ਇਹੋ ਜਿਹੀਆਂ ਪੇਸ਼ਨ ਗੋਈਆਂ ਤੁਹਾਨੂੰ ਬਾਈਬਲ 'ਚ ਵੀ ਲੱਭਣਗੀਆਂ, ਤੂਰਾ 'ਚ ਵੀ ਲੱਭਣਗੀਆਂ, ਗੀਤਾ ਭਗਵਤ ਗੀਤਾ 'ਚ ਵੀ ਲੱਭਣਗੀਆਂ, ਰਾਮਾਇਣ 'ਚ ਵੀ ਲੱਭਣਗੀਆਂ। ਉਹ ਵੀ ਤੇ ਉਸ ਟਾਈਮ ਆਪਣੇ ਵਕਤ ਤੁਸੀਂ ਹਿਊਮੈਨਿਟੀ ਸਾਹਿਬ, ਤੁਸੀਂ ਆਪਣਾ ਤੁਹਾਡੀ ਫਾਰਮੂਲਾ ਤੁਸੀਂ ਦੱਸ ਦਿਓ, ਰਿਸਰਚ ਕੀਤੀ ਹੈ ਤੁਸੀਂ, ਇਹ ਖਾਲੀ ਪ੍ਰਾਈਵੇਟਲੀ ਕੀਤੀ ਹੈ ਜਾਂ ਫਾਰਮਲੀ ਚ ਕੀਤੀ ਹੈ? ਬੁੱਕਸ ਪੜ੍ਹੀਆਂ ਨੇ ਤੋਰਾ। ਹੁਣ ਇਹ ਹਜ਼ਰਤ ਅਮਰ ਨਜ਼ੀਰ ਸਾਹਿਬ ਨੇ ਸਾਡੇ ਤੇ, ਅਗਰ ਇਹ ਨਾ ਹੋਣ ਤੇ ਤੁਸੀਂ ਤੇ ਕੱਲ ਨੂੰ ਸੌਂ ਜਾਓ। ਇਹ ਤੁਹਾਡੇ ਲੂਣ ਛਿੜਕਦੇ ਰਹਿੰਦੇ, ਜ਼ਖਮਾਂ 'ਚ ਮਿਰਚਾਂ ਪਾਉਂਦੇ ਰਹਿੰਦੇ, ਤੁਸੀਂ ਤੜਫਦੇ ਰਹਿੰਦੇ, ਜਾਗਦੇ ਰਹਿੰਦੇ ਹੋ। ਕਿਹਦੀ ਗੱਲ ਕਰਨ ਦੇ ਹੋ? ਇਹ ਹਜ਼ਰਤ ਅਮਰ ਨਜ਼ੀਰ ਉੱਤੇ ਨੇ। ਹਜ਼ਰਤ ਅਮਰ ਨਜ਼ੀਰ? ਹਾਂਜੀ। ਜਿਹੜਾ ਮੇਰੇ ਤੜਫਣ ਵਾਲਾ ਕੀੜਾ ਹੈ ਉਹ ਮੈਂ ਕੱਢ ਕੇ ਮਾਰ ਛੜਿਆ ਦਾ। ਮੈਂ ਬੜੇ ਤਹਮਲ ਨਾਲ ਹਰ ਕਿਸੇ ਦੀ ਗੱਲ, ਜਦੋਂ ਲਿਆ ਕੇ ਹਵਾਲਾ ਥੋੜੀਆਂ ਲੂਣ ਛਿੜਕਣਗੇ ਫਿਰ ਮੈਂ ਵੇਖਾਂਗਾ ਕਿਉਂ ਨਹੀਂ ਤੜਫ। ਨਹੀਂ ਮੈਨੂੰ ਇਸ ਪਲੇਟਫਾਰਮ ਦੀ ਇਹੀ ਚੀਜ਼ ਅੱਛੀ ਲੱਗੀ ਕਿ ਇੱਥੇ ਕੋਈ ਨਾ ਨਮਕ ਛਿੜਕਣ ਵਾਲਾ ਤੇ ਨਾ ਕੋਈ ਤੜਫਣ ਵਾਲਾ। ਨਾ ਇਸ ਪਲੇਟਫਾਰਮ ਦੇ ਉੱਤੇ ਕੋਈ ਸਖਤ ਲਹਿਜੇ 'ਚ ਵੀ ਗੱਲ ਨਹੀਂ ਤੁਹਾਡੇ ਨਾਲ ਕਰੇਗਾ, ਨਾ ਕੋਈ ਕਰਦਾ ਆਪਸ ਵਿੱਚ। ਵੇਖੋਗੇ। ਬਹੁਤ ਸ਼ੁਕਰੀਆ। ਮੈਂ ਐਸੇ ਇਨਵਾਇਰਨਮੈਂਟ ਨੂੰ ਕ੍ਰੀਏਟ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦਾ ਇਨਵਾਇਰਨਮੈਂਟ ਆਲਰੇਡੀ ਕ੍ਰੀਏਟ ਕਿਉਂ ਕਰਨਾ ਹੈ, ਤੁਸੀਂ ਹਿੱਸਾ ਬਣੋ। ਸਰ ਮੈਂ ਬਣ ਚੁੱਕਿਆ, ਮੈਂ ਲੱਭਣ ਡਿਆ ਸੀ ਕਾਫੀ ਦਿਨਾਂ ਦਾ, ਮੈਨੂੰ ਮਿਲਣ ਨਹੀਂ ਸੀ ਡਿਆ, ਅੱਜ ਮਿਲ ਗਿਆ। ਬਹੁਤ ਅੱਛੀ ਗੱਲ ਹੈ। ਉੱਤੇ ਤੁਹਾਡੇ ਮਲਕ ਅਮਾਨ ਸਾਹਿਬ ਬੈਠੇ ਨੇ, ਇਹਨਾਂ ਨੂੰ ਮਿਲੋ। ਤਾਰ ਰੰਜਨ ਸਾਹਿਬ ਨਾਲ ਅਸਲਾਮ ਅਲੈਕੁਮ ਲਓ। ਹੈਦਰ ਬੜਾਏ ਸਾਹਿਬ ਬੜੀ ਅੱਛੀ ਸ਼ਖਸੀਅਤ ਨੇ। ਮਲਕ ਇਮਰਾਨ ਸਾਹਿਬ ਸਭ ਤੋਂ ਉੱਤੇ,
ਸਰ ਪਹਿਲਾ ਦੇਣੇ ਤੇ ਇਨਸ਼ਾਅੱਲਾ ਸਭ ਦੇ ਨਾਲ ਜਾਣ ਪਹਿਚਾਨ ਹੋ ਜਾਏਗੀ। ਲੇਕਿਨ ਮੈਂ ਇੱਕ ਚੀਜ਼ ਫਿਰ ਕਲੀਅਰ ਕਰਾਂਗਾ ਕਿ ਮੇਰਾ ਜਮਾਤ ਜਾਂ ਕਿਸੇ ਵੀ ਖਾਸ ਮਜ਼ਹਬ ਦੇ ਨਾਲ ਕੋਈ ਤਾਲੁਕ ਨਹੀਂ, ਮਸਲਾ ਨਹੀਂ ਹੈ। ਮੈਨੂੰ ਸਿਰਫ ਇਹ ਚੀਜ਼ ਤਕਲੀਫ ਦਿੰਦੀ ਹੈ ਕਿ ਜਦੋਂ ਮੈਂ ਇਨਸਾਨਾਂ ਨੂੰ ਇਨਸਾਨਾਂ ਦੇ ਨਾਲ ਲੜਦਾ ਦੇਖਣਾ ਮਜ਼ਹਬ ਦੀ ਬੁਨਿਆਦ ਤੇ ਉਦੋਂ ਮੈਂ ਚਾਹੁੰਦਾ ਕਿ ਯਾਰ ਬਹੁਤ ਗਲਤ ਗੱਲ। ਇਹ ਲੜਾਈ ਨਹੀਂ ਹੋਣੀ ਚਾਹੀਦੀ ਮਜ਼ਹਬ ਦੀ ਬਰੋਡ ਤੇ, ਮਜ਼ਹਬੀ ਲੜਾਈ ਨਹੀਂ ਹੋਣੀ ਚਾਹੀਦੀ। ਮੈਂ ਖੁਦ ਇਸੇ ਚੀਜ਼ ਦਾ ਹੀ ਕਾਇਲ ਹਾਂ। ਜ਼ਬਰਦਸਤ। ਦੇਖੋ ਨਾ ਦੁਨੀਆ 'ਚ ਜਿੰਨੀਆਂ ਵੀ ਜੰਗਾਂ ਇਸ ਟਾਈਮ ਹੋਈਆਂ ਨਾ ਉਹਨਾਂ 'ਚ 90% ਜੰਗਾਂ ਦੇ ਪਿੱਛੇ ਵਜ੍ਹਾ ਇਹ ਨੈਸ਼ਨਲਿਜ਼ਮ ਸੀ। ਮੈਂ ਹੁਣ ਪਾਕਿਸਤਾਨੀ ਹਾਂ ਲੇਕਿਨ ਮੈਂ ਇੰਡੀਆ ਨਾਲ ਨਫ਼ਰਤ ਨਹੀਂ ਕਰਦਾ ਕਿਉਂਕਿ ਮੈਨੂੰ ਪਤਾ ਕਿ 70 ਸਾਲ ਪਹਿਲੇ 75 ਸਾਲ ਪਹਿਲੇ ਮੈਂ ਵੀ ਇੰਡੀਅਨ ਸਾਂ, ਮੇਰੇ ਬਾਬਾ ਸਾਹਿਬ ਵੀ ਇੰਡੀਅਨ ਸਾਂ, ਲੇਕਿਨ ਸਾਡਾ ਇਨਵਾਇਰਨਮੈਂਟ ਇਸ ਤਰ੍ਹਾਂ ਦਾ ਹੋਇਆ ਕਿ ਮੁਲਾਕਾਤ ਕਰਾਉਂਦੇ ਆ ਅਸੀਂ ਅਲੀ ਬਿਨ ਮੁਹੰਮਦ ਸਾਹਿਬ ਦੇ ਨਾਲ ਵੀ। ਜੀ ਇਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਆ ਅੱਜ। ਬੜੀ ਸ਼ਖਸੀਅਤ ਨੇ, ਸਾਨੂੰ ਬੜੀਆਂ ਅੱਛੀ ਗੱਲਾਂ ਦੱਸਦੇ ਨੇ। ਔਰ ਸਰ ਖੁਸ਼ਹਾਲ ਮਾਸ਼ਰੇ ਦੀ ਨਿਸ਼ਾਨੀ ਵੀ ਇਹੀ ਹੁੰਦੀ ਕਿ ਉਹਦੇ 'ਚ ਹਰ ਮਾਈਂਡ ਹਰ ਸੋਚ ਗਰੋ ਕਰਦੀ ਹੈ। ਜੀ ਬਿਲकुल। ਹਰ ਕੋਈ ਕਿਸੇ ਕੋ ਕੁਛ ਨਾ ਕੁਛ ਸਿੱਖਦਾ ਹੈ ਤੇ ਅੱਛਾ এনवायरमेंट ਹੈ, ਇਹੀ ਚਾਹੀਦਾ ਸਾਨੂੰ। ਅੱਛਾ ਇੱਕ ਬਰੋਡ ਹੈ ਹੁਸੈਨੀ ਸਾਹਿਬ ਦੀ, ਮੈਂ ਤੁਹਾਨੂੰ ਭੇਜਣਾ ਵਾ ਜੀ। ਦਾ ਆਜ਼ਾਦ ਬਰੋਡ ਹੈ, ਤੁਸੀਂ ਉੱਥੇ ਜਾ ਕੇ ਵੀ ਗੱਲ ਕਰ ਸਕਦੇ ਹੋ। ਉਹ ਤੁਹਾਡੀ ਗੱਲ ਪੂਰੀ ਸੁਣਨਗੇ ਹੁਸੈਨੀ ਸਾਹਿਬ ਵੀ, ਔਰ ਤੁਹਾਨੂੰ ਮਜ਼ਾ ਆਏਗਾ ਗੁਫ਼ਤਗੂ ਕਰਨ ਦਾ ਔਰ ਗੁਫ਼ਤਗੂ ਦਾ। ਮੈਂ ਤੁਹਾਨੂੰ ਉਹਦਾ ਵੀ ਲਿੰਕ ਭੇਜਣਾ। ਐਕਚੁਅਲੀ अगर कोई भाई सवाल करना चाहते हैं मेरे को तो मैं अपने नाकस नॉलेज या जो भी मैं स्टडी किया मैं मुताबिक जवाब भी दे सकना। ਫਿਰ ਮਲਕ ਅਵਾਨ ਸਾਹਿਬ ਸਵਾਲ ਕਰਨਗੇ ਤੁਹਾਡੇ ਕੋਲੋਂ, ਤਾਹਿਰ ਅਮਜਦ ਸਾਹਿਬ ਕਰਨ, ਹੈਦਰ ਵੜਾਇਜ ਸਾਹਿਬ ਕਰਨ, ਸਾਡੇ ਕੋਲ ਤੇ ਬੰਦੇ ਮੌਜੂਦ ਨੇ। ਦੱਸੋ ਕਿਹਦੇ ਸਵਾਲ ਲਓਗੇ? नहीं अगर कोई करना चाह रहा है कि अगर वो ਸਾਰੇ ਕਰਨਾ ਚਾਹ ਰਹੇ ਨੇ। किसी दे मजहब के बारे च कोई भी डाउट है ਕਿ ਮੈਨੂੰ ਇਹ ਡਾਊਟ ਹੈ ਇਹਦੇ ਚ ਮੇਰੀ ਕੀ ਰਾਏ ਤੇ ਮੈਂ ਤੁਹਾਡੇ ਕੋਲ 60 ਬੰਦੇ ਤੁਹਾਡੇ ਕੋਲ ਸਵਾਲ ਕਰਨਾ ਚਾਹ ਰਹੇ ਨੇ। ਮੈਂ ਨਹੀਂ ਤੇ ਕਹਿੰਦੇ ਉਹਦੇ ਤੁਸੀਂ ਦੱਸੋ ਤੁਹਾਡੇ ਨਾਲ ਕਿਸ ਟੌਪਿਕ ਤੇ ਗੱਲ ਕਰ ਸਕਦੇ ਨੇ। ਤੁਸੀਂ ਕਿਸੇ ਵੀ ਦੇਖੋ ਜਿਸ ਤਰ੍ਹਾਂ ਅਕਾਇਦ ਨੇ ਜਾਂ ਤੁਸੀਂ ਹਿਸਟੋਰੀਕਲ ਪਰਸਪੈਕਟਿਵ ਨਾਲ ਅਗਰ ਕਹੋਗੇ ਨਾ, ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਬੰਦੇ ਨਾਲ ਬੁਲਾਉਨੇ ਆ ਮੌਲਵੀ ਸਾਹਿਬ ਨਾਲ, ਤੇ ਮੌਲਵੀ ਸਾਹਿਬ ਦੇ ਤੁਹਾਡੇ ਕੋਲ ਦੇਖੋ ਸਵਾਲ ਦਾਗ ਦੇ ਕਿੰਜ ਨੇ, ਬੜੀ ਅੱਛੀ ਸ਼ਖਸੀਅਤ ਨੇ। ਮੌਲਵੀ ਸਾਹਿਬ ਆ ਜਾਓ ਉੱਤੇ ਜ਼ਰਾ। ਲੜਨ ਵਾਲੇ ਤਾਂ ਨਹੀਂ ਨਾ? ਨਹੀਂ ਦੇਖੋ ਤੁਹਾਡੀ ਤੇ ਇਹਨਾਂ ਦੀ ਡੀਪੀ ਵੀ ਮਿਲਦੀ ਹੈ, ਔਰ ਮੌਲਵੀ ਸਾਹਿਬ ਬੜੇ ਪਿਆਰੀ ਸ਼ਖਸੀਅਤ ਨੇ ਔਰ ਬੜੇ ਆਜ਼ਾਦ ਖਿਆਲ ਨੇ। ਮਾਸ਼ਾਅੱਲਾ। ਇਸ ਤਰ੍ਹਾਂ ਨਹੀਂ ਤੁਹਾਨੂੰ ਮਹਿਸੂਸ ਹੋਏਗਾ। ਮੌਲਵੀ ਸਾਹਿਬ ਮੁਲਾਕਾਤ ਕਰੋ ਹਿਊਮੈਨਿਟੇਰੀਅਨ ਸਾਹਿਬ ਨਾਲ। अस्सलाम वालेकुम जी। ਤੁਸੀਂ ਤਾਰਫ ਕਰਾ ਦਿਓ, ਮੈਂ ਨਹੀਂ ਜਾਣਦਾ ਇਹਨਾਂ ਨੂੰ। ਕਰੋ ਮੁਲਾਕਾਤ ਤੇ ਕਰੋ। ਤੁਸੀਂ ਤਾਰਫ ਤੇ ਕਰਾਉਣਾ ਇਹਨਾਂ ਦਾ। ਕਰਾਓ ਜੀ ਤਾਰਫ। मेरा तारुफ है कि मैं एक इंसान हूं और मैं जर्मनी च रहना। ਅੱਛਾ, ਤੇ ਕਿਸੇ ਖਾਸ ਅਕੀਦੇ ਨਾਲ ਜਾਂ ਕਿਸੇ ਖਾਸ ਮਤਲਬ ਨਾਲ, ਖਾਸ ਨਜ਼ਰੀਆ ਜਿਹੜਾ ਤੁਹਾਡਾ ਹੈ ਵੇ? ਜੀ ਅਕੀਦਾ ਮੇਰਾ ਇਨਸਾਨੀਅਤ ਹੈ। ਇਸ ਤੋਂ ਇਲਾਵਾ ਮੈਂ ਆਪਣੇ ਆਪ ਨੂੰ ਕਿਸੇ ਖਾਸ ਮੁਲਕ ਨਾਲ ਜਾਂ ਕਿਸੇ ਖਾਸ ਮਜ਼ਹਬ ਦੇ ਨਾਲ ਐਸੋਸੀਏਟ ਇਸ ਲਈ ਨਹੀਂ ਕਰਦਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਚੀਜ਼ਾਂ ਤਕਸੀਮ ਦੀ ਵਜ੍ਹਾ ਬਣੀਆਂ ਹੋਈਆਂ ਨੇ ਅੱਜ ਦੇ ਦੌਰ 'ਚ। ਲੇਕਿਨ ਨਾਲ ਦੱਸੋ ਮੌਲਵੀ ਸਾਹਿਬ ਇੱਕ ਮਿੰਟ ਯਾਰ, ਲੇਕਿਨ ਵੀ ਨਾਲ ਪੂਰਾ ਕਰੋ। ਪੈਦਾਇਸ਼ੀ ਅਹਿਮਦੀ ਨੇ, ਸਾਰਾ ਖਾਨਦਾਨ ਅਹਿਮਦੀ ਹੈ ਔਰ ਅਹਿਮਦੀ ਹੀ ਨੇ, ਪੂਰੀ ਗੱਲ ਕਰ ਲਓ। ਨਹੀਂ, ਇਨਸਾਨੀਅਤ ਤੇ ਸਾਡਾ ਵੀ ਮਤਲਬ ਇਨਸਾਨੀਅਤ ਸਭ ਤੋਂ ਪਹਿਲਾਂ ਨਾ, ਔਰ ਇਨਸਾਨੀਅਤ ਨਹੀਂ ਤੇ ਮਤਲਬ ਕੋਈ ਨਹੀਂ। ਅਗਰ ਇਨਸਾਨੀਅਤ ਹੈ ਪਹਿਲਾਂ ਤੇ ਉਹ ਇਨਸਾਨੀਅਤ ਹੈ। ਜੀ ਮੇਰਾ ਸਿਰਫ ਇਨਸਾਨੀਅਤ ਹੈ। ਹਾਂਜੀ, ਲੇਕਿਨ ਇਹ ਵੀ ਤੁਹਾਨੂੰ ਕਬੂਲ ਕਰਨਾ ਪੈਣਾ ਹੈ ਕਿ ਜਿਹੜੀ ਇਨਸਾਨੀ ਫਿਤਰਤ ਹੈ ਉਹਦੇ ਵਿੱਚ ਇਹ ਹੋ ਹੀ ਨਹੀਂ ਸਕਦਾ ਕਿ ਇਨਸਾਨ ਦੇ ਨਜ਼ਰੀਆਤ ਨਾ ਹੋਣ, ਔਰ ਹਰ ਬੰਦਾ ਆਪਣੇ ਇਨਫਰਾਦੀ ਨਜ਼ਰੀਆਤ ਰੱਖਦਾ ਹੈ। ਜੀ ਬਿਲਕੁਲ। ਉਹ ਇਨਫਰਾਦੀ ਨਜ਼ਰੀਆਤ ਕਿਸੇ ਗਰੁੱਪ ਨਾਲ ਵੀ ਮੈਚ ਕਰ ਸਕਦੇ ਨੇ, ਕਿਸੇ ਕਮਿਊਨਿਟੀ ਨਾਲ ਵੀ ਮੈਚ ਕਰ ਸਕਦੇ ਨੇ, ਕਿਸੇ ਵੱਡੀ ਆਈਡੀਓਲੋਜੀ ਨਾਲ ਵੀ ਮੈਚ ਕਰ ਸਕਦੇ ਨੇ। ਜੀ ਬਿਲਕੁਲ। ਇਸ ਵਜ੍ਹਾ ਤੋਂ ਜਿੰਨਾ ਵੀ ਬੰਦਾ ਆਜ਼ਾਦ ਖਿਆਲ ਹੋਵੇ ਉਹ ਨਜ਼ਰੀਆਤ ਕਿਸੇ ਨਾ ਕਿਸੇ ਜਗ੍ਹਾ ਤੇ ਜਾ ਕੇ ਉਹ ਜ਼ਰੂਰ। ਜੀ ਬਿਲਕੁਲ ਦੁਰਸਤ ਕਹਿ ਰਹੇ ਹੋ ਤੁਸੀਂ। ਮੈਂ ਖੁਦ ਇਸ ਚੀਜ਼ 'ਤੇ ਬਿਲੀਵ ਕਰਨਾ ਕਿ ਹਰ ਇਨਸਾਨ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਸਪਿਰਿਚੁਅਲ ਲਾਜ਼ਮੀ ਹੁੰਦਾ। ਅੱਛਾ, ਥੱਲੇ ਕਮੈਂਟਸ ਦੇ ਵਿੱਚ ਵੀ 2 ਸਵਾਲ ਲਿਖ ਦੇਣ ਤੇ ਮੈਂ ਕਰ ਦਾਂਗਾ ਸਵਾਲ। ਕੁਝ ਲੋਕ ਪੁੱਛ ਰਹੇ ਨੇ ਕਿ ਤੁਸੀਂ ਗੋਡ ਤੇ ਬਿਲੀਵ ਕਰਦੇ ਹੋ? ਬੋਲਾ ਬਾਈ ਪੁੱਛ ਰਹੇ ਨੇ, ਜੱਡੀ ਸਾਹਿਬ ਪੁੱਛ ਰਹੇ ਨੇ। ਮੇਰਾ ਬਿਲੀਵ ਹੈ ਕਿ ਗੋਡ ਇਜ਼ ਦੀ ਫਾਊਂਡਰ ਆਫ ਦ ਵਰਲਡ, ਨਾਟ ਦ ਮੈਨੇਜਰ ਆਫ ਦ ਵਰਲਡ। ਅਗਰ ਕੋਈ ਇਨਸਾਨ ਦੀ ਅਗਰ ਕਿਸੇ ਦੀ ਡੈਥ ਹੋ ਰਹੀ ਹੈ ਨਾ, ਅਗਰ ਦੇਖੋ ਤੁਸੀਂ ਪਰਵੇਜ਼ ਮੁਸ਼ਰਫ ਨੂੰ ਜਾਂ ਭੁਗਟੀ ਨੂੰ ਜਾਣਦੇ ਹੋਵੋਗੇ ਤੁਸੀਂ,
ਹੁਣ ਭੁਗਤੀ ਦਾ ਕਤਲ ਹੋਇਆ ਸੀ ਤੇ ਉਹਨੂੰ ਪਰਵੇਜ਼ ਮੁਸ਼ਰਫ ਨੇ ਕਤਲ ਨਹੀਂ ਸੀ ਕੀਤਾ, ਐਵੇਂ ਹੀ ਹੈ ਨਾ। ਉਹਨੂੰ ਇੱਕ ਆਮ ਫੌਜੀ ਨੇ ਗੋਲੀ ਮਾਰੀ ਸੀ, ਲੇਕਿਨ ਉਹਦੇ ਕਤਲ ਦਾ ਮੁਕੱਦਮਾ ਮੁਸ਼ਰਫ ਤੇ ਹੋਇਆ ਸੀ। ਹਾਲਾਂਕਿ ਮੁਸ਼ਰਫ ਨੇ ਨਹੀਂ ਸੀ ਮਾਰਿਆ, ਲੇਕਿਨ ਸਾਡਾ ਅਕੀਦਾ ਹੈ ਕਿ ਜ਼ਿੰਦਗੀ ਔਰ ਮੌਤ ਅੱਲਾ ਦੇ ਹੱਥ 'ਚ ਹੈ। ਅਗਰ ਮੌਤ ਅੱਲਾ ਦੇ ਹੱਥ 'ਚ ਹੈ ਤੇ ਫਿਰ ਮੁਸ਼ਰਫ ਤੇ ਮੁਕੱਦਮਾ ਕਿਉਂ ਦਰਜ ਹੋਇਆ ਸੀ? ਠੀਕ ਹੈ। ਇਸ ਲਈ ਮੇਰੇ ਕਹਿਣ ਦਾ ਮਕਸਦ ਹੈ ਕਿ ਜਿਹੜੀ ਖਾਲਕ ਹੈ ਨਾ, ਜਿਹੜਾ ਅੱਲਾਹ ਤਾਲਾ ਦਾ ਕਨਸੈਪਟ ਮੇਰਾ ਇਹ ਹੈ ਕਿ ਅੱਲਾਹ ਤਾਲਾ ਖਾਲਿਕ ਹੈ। जिस तरह कुरान की भी आयत है कि इकरा बिस्मि रब्बिक अल्लज़ी खालक, पढ़ अपने रब के नाम के साथ जिसने तुम्हें तख्लीक दिया। ਉਹਦਾ ਇਹ ਮਤਲਬ ਨਹੀਂ ਹੈ ਕਿ ਹਸਪੀਟਲ 'ਚ ਹਰ ਪੈਦਾ ਹੋਣ ਵਾਲਾ ਬੱਚਾ ਅੱਲਾਹ ਤਾਲਾ ਪੈਦਾ ਕਰਨ ਡਿਆ ਔਰ ਹਰ ਫੌਤ ਹੋਣ ਵਾਲਾ ਇਨਸਾਨ ਅੱਲਾਹ ਤਾਲਾ ਮਾਰਨ ਡਿਆ। ਹੁਣ ਪਾਕਿਸਤਾਨ 'ਚ ਰੋਜ਼ਾਨਾ ਹਾਦਸਾਤ ਹੁੰਦੇ ਨੇ ਔਰ ਪਾਕਿਸਤਾਨ 'ਚ ਹਾਦਸਾਤ ਦੀ ਵਜ੍ਹਾ ਨਾਲ ਜਿਹੜੀ ਫੌਤ ਡੈਥ ਰੇਸ਼ੋ ਬਹੁਤ ਜ਼ਿਆਦਾ ਕੰਪੈਰੀਟਿਵਲੀ ਜਰਮਨੀ ਦੇ, ਕਿਉਂਕਿ ਜਰਮਨੀ ਦਾ ਰੋਡ ਇਨਫਰਾਸਟ੍ਰਕਚਰ ਬਹੁਤ ਅੱਛਾ ਹੈ। ਇੱਥੇ ਹਾਦਸਾਤ ਕਮ ਹੁੰਦੇ ਨੇ, ਡੈਥਸ ਕਮ ਹੁੰਦੀਆਂ ਨੇ। ਉਹਦੇ 'ਚ ਅੱਲਾਹ ਤਾਲਾ ਦਾ ਕੋਈ ਲੈਣ ਦੇਣ ਨਹੀਂ ਹੈ। ਅੱਲਾਹ ਤਾਲਾ ਨੇ ਕਨਸੈਪਟ ਦਿੱਤਾ, ਇਨਸਾਨ ਬਣਾਇਆ, ਉਹਨੂੰ ਜ਼ਿੰਦਗੀ ਦਾ ਕਨਸੈਪਟ ਦਿੱਤਾ ਔਰ ਉਹਨੂੰ ਡੈਥ ਦਾ ਕਨਸੈਪਟ ਦਿੱਤਾ। ਅੱਛਾ, ਥੱਲੇ ਦੋਸਤ ਤੁਹਾਡੇ ਵਾਸਤੇ ਸਵਾਲ ਲਿਖ ਰਹੇ ਨੇ ਕਿਉਂਕਿ ਤੁਸੀਂ ਇਜਾਜ਼ਤ ਦਿੱਤੀ ਹੈ। ਮੌਲਵੀ ਸਾਹਿਬ ਵੀ ਨਾਲ ਕਰਨ ਡਏ ਨੇ, ਅਹਿਮਦ ਸੁਲਤਾਨ ਸਾਹਿਬ ਉੱਤੇ ਆਏ ਨੇ, ਬੜੀ ਪਿਆਰੀ ਸ਼ਖਸੀਅਤ ਨੇ, ਤੁਹਾਡੇ ਨਾਲ ਬੜਾ ਮਜ਼ਾ ਆਏਗਾ ਤੁਹਾਨੂੰ ਉਹਨਾਂ ਨਾਲ ਗੱਲ ਕਰਕੇ। ਉਹ ਲਿਖ ਰਹੇ ਨੇ ਕਿ ਤੁਸੀਂ ਹੋਲੀ ਪ੍ਰੋਫਿਟ ਤੇ ਵੀ ਬਿਲੀਵ ਕਰਦੇ ਹੋ। ਮੈਂ ਅੱਗੇ ਵੀ ਕਿਹਾ ਕਿ ਮੈਂ ਆਪਣੇ ਆਪ ਨੂੰ ਕਿਸੇ ਵੀ ਮਜ਼ਹਬ ਦੇ ਨਾਲ ਐਸੋਸੀਏਟ ਨਹੀਂ ਕਰਦਾ। ਠੀਕ ਹੋ ਗਿਆ, ਸਹੀ ਹੈ, ਸਹੀ ਔਰ ਮੈਂ ਇਕੁਅਲੀ तमाम ਮਜ਼ਾਹਬ ਦਾ ਇਹਤਰਾਮ ਕਰਨਾ। ਕੁਰਾਨ ਪਾਕ ਦੀ ਆਇਤ ਤੁਸੀਂ ਪੇਸ਼ ਕੀਤੀ ਨਾ, ਮੈਂ ਇਸ ਵਾਸਤੇ ਪੁੱਛਣਾ ਚਾਹ ਰਿਹਾ ਮੈਂ ਉਹ ਫਿਰ ਤੁਹਾਡਾ ਕੀ ਮਤਲਬ? ਇਹ ਕੁਰਾਨ ਦੀਆਂ ਆਇਤਾਂ ਤਾਂ ਕੋਟ ਕਰਦੇ ਨੇ ਮਿਰਜ਼ਾ ਸਾਹਿਬ ਦੇ ਪੈਰੋਕਾਰ ਸਨ ਨਾ ਪਦਾਇਸ਼ੀ ਤੌਰ ਤੇ, ਤਾਂ ਬਾਈਬਲ ਦਾ ਨਹੀਂ ਰੈਫਰੈਂਸ ਦੇਣ ਲਈ ਕੁਰਾਨ ਦਾ ਦੇਣਗੇ ਕਿਉਂਕਿ ਮਿਰਜ਼ਾ ਸਾਹਿਬ ਦੀ ਤਾਲੀਮ ਜ਼ਾਹਿਰ ਹੈ ਕੁਰਾਨ ਤੋਂ ਹੀ। ਇਹਨਾਂ ਸਾਰਾ ਆਈਡੀਆ ਜਿਹੜਾ ਹੈ ਮਿਰਜ਼ਾ ਸਾਹਿਬ ਦੀ ਤਾਲੀਮ ਤੋਂ ਤੇ ਕੁਰਾਨ ਤੋਂ ਦੇਖੋ ਮੈਂ ਮਿਰਜ਼ਾ ਸਾਹਿਬ ਦਾ ਇਨਫਲੂਐਂਸ ਉਹ ਮੇਰੇ ਜ਼ਿਹਨ ਤੇ ਜਾਂ ਮੇਰੀ ਸੋਚ ਤੇ ਸਾਰੀ ਉਮਰ ਰਹੇਗਾ, ਕਿਉਂਕਿ ਉਸ ਮਾਹੌਲ ਤੇ ਮੇਰੇ 25-30 ਸਾਲ ਗੁਜ਼ਰੇ ਨੇ। ਹਾਂਜੀ, ਹੈ ਹੀ ਸਾਰਾ ਉਹ ਇਨਫਲੂਐਂਸ ਨਹੀਂ, ਸਾਰਾ गलत तो नहीं ना है इन्फ्लुएंस, ये तो ठीक है, सही है ਨਾ ਇਹ ਠੀਕ ਹੈ। ਮੈਂ ਨਾ ਸਾਰਾ ਇਨਫਲੂਐਂਸ ਜਿਹਨਾਂ ਤੇ ਸਹੀ ਇਨਫਲੂਐਂਸ ਹੋਇਆ ਨਾ, ਇੱਕ ਨਾ ਉਹਨਾਂ ਨੇ ਇਹੋ ਕੋਈ ਕਨਕਲੂਜਨ ਕੱਢਿਆ। ਨਹੀਂ ਸਰ, ਇਹ ਗੱਲ ਨਹੀਂ ਹੁੰਦੀ। ਅਲੀਮ ਸਾਹਿਬ, ਮੈਂ ਕ੍ਰਿਸਚੀਅਨਿਟੀ ਨੂੰ ਸਟੱਡੀ ਕੀਤਾ, ਬਾਈਬਲ ਦੇ ਵਿੱਚ ਵੀ ਐਸੇ ਕਨਸੈਪਟ ਨੇ ਜਿਨ੍ਹਾਂ ਨੂੰ ਅਕਲ ਤਸਲੀਮ ਨਹੀਂ ਕਰਦੀ, ਲੇਕਿਨ ਕਿਉਂਕਿ ਉਹ ਤੁਹਾਡਾ ਅਕੀਦਾ ਹੈ, ਤੁਹਾਨੂੰ ਵਿਰਾਸਤ 'ਚ ਮਿਲਿਆ, ਤੁਹਾਡੀ ਉਹਦੇ ਬਾਰੇ 'ਚ ਆਪਣੀ ਰਾਏ ਲੈ ਔਰ ਮੈਂ ਉਹਦਾ ਵੀ ਇhtਰਾਮ ਕਰਨਾ। ਅਲੀਮ ਸਾਹਿਬ ਭਾਈ ਨੂੰ ਨਹੀਂ ਪਤਾ ਚੱਲ ਰਿਹਾ। ਇਲਾਮਾ ਅਲੀਮ ਸਾਹਿਬ, ਇਹ ਇਲਾਮਾ ਸਾਹਿਬ ਨੂੰ ਨਾ ਮੁਲਾਕਾਤ ਕਰਾਓ ਜਿਹੜੇ ਮਿਰਜ਼ਾ ਸਾਹਿਬ ਦੇ ਫਾਲੋਅਰ ਨਹੀਂ ਸਨ ਔਰ ਉਹਨਾਂ ਦਾ ਮਜ਼ਹਬ ਇਨਸਾਨੀਅਤ ਹੈ, ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਮਿਰਜ਼ਾ ਸਾਹਿਬ ਤੋਂ ਇਲਾਵਾ ਵੀ ਇਨਫਲੂਐਂਸ ਹੁੰਦਾ ਹੈ ਔਰ ਉਹਦੇ ਚ ਕਿਹਦਾ ਹੁੰਦਾ ਹੈ ਕਿ ਉਹਦੇ ਦੱਸਿਓ ਉਹਦੇ ਵਿੱਚ ਹਾਂ ਜਿਹੜਾ ਮਿਰਜ਼ਾ ਸਾਹਿਬ ਦਾ ਪੈਰੋਕਾਰ ਨਹੀਂ ਤੇ ਉਹਦਾ ਇਨਸਾਨੀਅਤ ਮਜ਼ਹਬ ਦੱਸਿਓ ਵਾਲਾ। ਮੇਰੇ ਕੋਲ ਤੇ ਇੱਥੇ ਹਜ਼ਾਰਾਂ ਬੰਦੇ ਨੇ ਜਿਹੜੇ ਕਿ ਅਫਗਾਨੀ, ਸ਼ਾਮੀ, ਪਾਕਿਸਤਾਨੀ, ਈਵਨ ਇਹ ਤੁਹਾਨੂੰ ਟਵਿੱਟਰ ਉੱਤੇ ਬੜੇ ਲੱਭ ਜਾਣਦੇ ਔਰ ਉਹਨਾਂ ਦਾ ਮਜ਼ਹਬ ਇਨਸਾਨੀਅਤ ਹੈ ਔਰ ਉਹਨਾਂ ਦਾ ਜਮਾਤਾਂ ਦੇ ਨਾਲ ਕੋਈ ਤਲਕ ਨਹੀਂ ਸੀ ਨਾ ਕਿਸੇ ਵਾਲੇ ਨਾਲ। ਸਹੀਦ ਸਾਹਿਬ ਕਿੱਧਰ ਗਏ ਨੇ? ਉਹਦਾ ਜਮਾਤ ਦੇ ਨਾਲ ਜੀ ਉਹਦਾ ਜਮਾਤ ਦੇ ਨਾਲ ਕੋਈ ਤਾਲੁਕ ਨਹੀਂ ਹੈ। ਇਹ ਇੱਕ ਪਰਸੈਂਟੇਜ ਹੁੰਦੀ ਹੈ ਦੁਨੀਆ ਦੇ ਹਰ ਮਜ਼ਹਬ 'ਚ ਜਿਹੜੀ ਆਂਦੀ ਹੈ ਕਿ ਅਸੀਂ ਚੀਜ਼ਾਂ ਨੂੰ ਐਜ਼ ਇਟ ਇਜ਼ ਉਵੇਂ ਲੈ ਕੇ ਨਹੀਂ ਚੱਲਣਾ ਜਿਵੇਂ ਸਾਨੂੰ ਵਿਰਾਸਤ 'ਚ ਮਿਲਣ ਦੀ ਨੇ। ਹੁਣ ਜਿਵੇਂ ਬਹੁਤ ਸਾਰੇ ਪੋਲੀਟੀਕਲ ਪਰਸਪੈਕਟਿਵ ਨਾਲ ਦੇਖੋ, ਬਹੁਤ ਸਾਰੀਆਂ ਫੈਮਲੀਆਂ ਨੇ ਜਿਹੜੀਆਂ ਨਸਲ ਦਰ ਨਸਲ ਨੂਨ ਲੀਗ ਨੂੰ ਸਪੋਰਟ ਕਰਨ ਦੀਆਂ ਸਨ, ਲੇਕਿਨ ਜਿਹੜੀ ਨਈ ਜਨਰੇਸ਼ਨ ਆਉਂਦੀ ਕਿ ਨਹੀਂ ਅਸੀਂ ਉਹਨਾਂ ਦੇ ਜਿਹੜੇ ਨੇ ਨਕਸ਼ੇ ਕਦਮ ਤੇ ਨਹੀਂ ਚੱਲਣਾ, ਅਸੀਂ ਆਪਣੀ ਸੋਚ ਨੂੰ ਆਪਣੇ ਮੁਤਾਬਕ ਲੈ ਕੇ ਚੱਲਾਂਗੇ ਔਰ ਆਪਣੇ ਫੈਸਲੇ ਖੁਦ ਕਰਾਂਗੇ। ਇਹਦਾ ਕੋਈ ਜਮਾਤ ਅਹਿਮਦੀਆ ਦੇ ਨਾਲ ਜਾਂ ਮਿਰਜ਼ਾ ਸਾਹਿਬ ਦੇ ਨਾਲ ਕੋਈ ਤਾਲੁਕ ਨਹੀਂ ਹੈ। ਇਹ ਪਰਸੈਂਟੇਜ ਤੁਹਾਨੂੰ ਦੁਨੀਆ ਦੇ ਹਰ ਮਜ਼ਹਬ 'ਚ ਮਿਲੇਗੀ। ਅੱਛਾ, ਅਹਿਮਦ ਸੁਲਤਾਨ ਸਾਹਿਬ, ਤੁਹਾਡੀ ਕਦੀ ਮੁਲਾਕਾਤ ਹੋਈ ਹੈ ਮਿਰਜ਼ਾ ਸਾਹਿਬ ਤੋਂ ਇਲਾਵਾ ਵੀ ਐਸੇ ਜਿਹੜੇ ਕਿ ਬਿਲਕੁਲ ਮਜ਼ਾਹਿਬ ਤੋਂ ਅਬਾਵ ਹੋ ਕੇ ਇਨਸਾਨੀਅਤ ਨੂੰ ਬੁਲੰਦ ਦਰਜਾ ਦਿੰਦੇ ਨੇ? जी जी, ਜਮਾਤ ਅਹਿਮਦੀਆ ਤੋਂ ਇਲਾਵਾ ਵੀ ਤੁਹਾਡੀ ਜ਼ਿੰਦਗੀ 'ਚ ਮੁਲਾਕਾਤ ਐਸੇ ਲੋਕਾਂ ਨਾਲ? जी बहुत से लोग हैं, बहुत जी, सी चैरिटी। बैलेंस करो उधर फड़ो को बंदे को दो अस्सलाम चार वालेकुम। बेड़ा गर्क नहीं, ये अमर नज़ीर साहब ਜਿਹੜੇ ਨਾ ਹਮੇਸ਼ਾ जी जी मैं अपनी लड़ाई नहीं बात करनी, मैं पहले क्लेम कीता है बैलेंस करो उधर बंदा लो, कोई दो चार बंदे उधर भी लो। भाईजान गल ते करने दो यार, ਥੋੜੇ ਕੰਮ ਰੋ। ਅੱਛਾ, ਮੇਰੀ ਗੱਲ ਸੁਣੋ, ਵਾਰੀ ਸੀ ਗੱਲ ਕਰਨੀ ਹੈ। ਮੈਂ ਇਹਨਾਂ ਨੂੰ 5 ਮਿੰਟ ਪਹਿਲੇ ਦੱਸਿਆ ਕਿ ਇਸ ਬਰੋਡ ਤੇ ਲੜਾਈ ਨਹੀਂ ਹੁੰਦੀ, ਉਹ ਬੰਦਾ ਗੱਲ ਹੀ ਨਹੀਂ ਕੱਢਦਾ, ਲੜਦੇ ਨਹੀਂ ਹੈ। ਅਸੀਂ ਸਾਰੇ ਪੜ੍ਹੇ ਲਿਖੇ ਲੋਕ ਆ, ਅਸੀਂ ਆਰਾਮ ਨਾਲ ਵਾਰੀ ਗੱਲ ਕਰਨੀ ਹੈ। ਗਾਲ ਕਿਨੇ ਕੱਢੀ? ਨਹੀਂ ਕੋਈ ਨਹੀਂ ਕੱਢੇਗਾ, ਅਸੀਂ ਕੱਢਦੇ ਨਹੀਂ ਇਹ ਗੱਲ। ਅਸੀਂ ਕਦੀ ਕੱਢੀ ਇਹ ਗੱਲ? ਅਸੀਂ ਤਾਂ ਕਦੀ ਕੱਢੀ ਨਹੀਂ।
جی احمد سلطان صاحب ਰਿਲੈਕਸ ਰਵੋ ਜੀ ਸ਼ੁਕਰੀਆ ਐਸੀ ਇਹ ਤੁਸੀਂ ਟੋਨੀ ਸਾਹਿਬ ਨੂੰ ਫੋਲੋ ਦੇ ਦਿਓ ਇਹ ਤਾਂ ਤੁਸੀਂ ਜ਼ਿਆਦਾ ਮਿਰਜ਼ਾ ਸਾਹਿਬ ਤੋਂ ਇਨਫਲੂਐਂਸ ਨਾ ਲਿਆ ਇਹ ਹਿਊਮੈਨਿਟੇਰੀਅਨ ਸਾਹਿਬ ਇਹ ਜਿਹੜੇ ਲਾਮਾ ਸਾਹਿਬ ਨੇ ਤੁਹਾਨੂੰ ਇਹਨਾਂ ਦਾ ਪਤਾ ਚੱਲ ਜਾਂਦਾ ਇਹਨਾਂ ਦੇ ਜਿਹੜੇ ਨਾ ਆਸਾਬ ਉੱਤੇ ਸਵਾਰੀ ਜਮਾਤੇ ਆਂਦੀ ਆ ਜੇ ਇਸ ਵਾਸਤੇ ਇਹਨਾਂ ਦੀਆਂ ਗੱਲਾਂ ਨੂੰ ਇਤਨਾ ਸੀਰੀਅਸ ਨਹੀਂ ਲੈਣਾ ਬਾਕੀ ਤੁਸੀਂ ਅਗਰ ਨਾਰਮਲ ਗੱਲ ਕਰਨੀ ਤਾਂ ਨਾਰਮਲ ਅਫਰਾਦ ਵੀ ਬੈਠੇ ਨੇ ਉਹਨਾਂ ਨਾਲ ਕਰ ਲਓ ਇਹ ਜਿਹੜੇ ਨਫਸਿਆਤੀ ਤੌਰ ਉੱਤੇ ਜਮਾਤੇ ਆਂਦੇ ਦੇ ਅਸਲ ਵਿੱਚ ਤਸਵ ਵਿੱਚ ਇਸ ਕਦਰ ਅੱਗੇ ਜਾ ਚੁੱਕੇ ਨੇ ਉਹਨਾਂ ਦਾ ਉੜਨਾ ਵਿਛੋਣਾ ਸੌਣਾ ਜਾਗਣਾ ਸਾਹ ਲੈ ਲਓ ਤਾਂ ਸਾਹ ਬੰਦ ਨਾ ਦਿਓ ਸਾਹ ਲੈ ਲਓ ਵਿੱਚ ਗੱਲ ਕਰਦੇ ਤੁਸੀਂ ਗਲਤ ਗੱਲਾਂ ਕਰਨ ਦੇ ਹੋ ਕਿਸੇ ਦੇ ਵੀ ਐਸੀ ਗੱਲ ਨਾ ਕਰੋ ਜਿਹਦੇ ਨਾਲ ਕਿਸੇ ਦੇ ਮਜ਼ਹਬੀ ਜਜ਼ਬਾਤ ਨੂੰ ਵੇਖੋ ਸਹੀ ਗੱਲ ਇਹਤਰਾਮ ਦਾ ਜਿਹੜਾ ਦਾਇਰਾ ਹੈ ਨਾ ਉਹਨੂੰ ਪਲੀਜ਼ ਕ੍ਰਾਸ ਨਾ ਕਰੋ ਉਹਨਾਂ ਦਾ ਅਕੀਦਾ ਹੈ ਉਹਨਾਂ ਦੀ ਜ਼ਿੰਦਗੀ ਉਹ ਆਪਣੀ ਮਰਜ਼ੀ ਨਾਲ ਗੁਜ਼ਾਰਨ ਦਾ ਹੱਕ ਰੱਖਦੇ ਨੇ ਬਹੁਤ ਆਲਾ जी अहमद सुल्तान साहब तुसी करो सवाल कोई जी मैं वो तो जो आपने पॉइंट रेज किया था कि कौन कौन से लोग ऐसे हैं जो ह्यूमैनिटेरियन ग्राउंड्स के ऊपर जो इस्लामियत की खिदमत जो थे वो करते रहे मजहब से बालातर होकर तो इसमें बहुत सारे जो थे वो लोग हैं एक तो कुछ मैं लोकल नाम भी लूंगा कुछ इंटरनेशनल नाम भी जो था वो ले लूंगा अगर आप पाकिस्तान में आए तो आपने इंसार बरनी का नाम सुना होगा अब्दुल सत्तार ईदी का जो था वो नाम सुना होगा मेरे रोल मॉडल है वो भी जी जी बिल्कुल थैंक यू यार तो ये लोग वो लोग थे जो इर्रिस्पेक्टिव के तुम किस फिरके से हो किस मजहब से हो लोगों की लाशें इकट्ठी करना बेवाओं को सर के ऊपर हाथ रखना बच्चों की जो थी कफालत जो था वो करना इसके अलावा इंडिया में अगर आप देखें तो मदाम टेरेसा जो थी वो कभी ये नहीं पूछती थी कि आप मुसलमान हो हिंदू हो क्रिश्चियन हो क्या हो उन्होंने तमाम जितने भी लेपर्स थे वो किसी भी कम्युनिटी से हो किसी भी जात से हो उनकी जो थी वो खिदमत की फिर पाकिस्तान के अंदर जो थी वो मैडम रुथ फाउ थी वो भी इसी तरीके से उन्होंने वहाँ पे केपीके के अंदर जो थी वो लेप्रेसी की एरेडिकेशन के ऊपर जो जी जी बहुत जो था वो काम किया तो ऐसी बहुत सारी चैरिटीज हैं यहाँ कनाडा के अंदर भी हैं अमेरिका के अंदर भी हैं जो रिलीजन नहीं देखती और वो ह्यूमैनिटेरियन ग्राउंड्स के ऊपर जो थे वो काम करती हैं सर और सबसे बड़ा जी मैंने इनको बिल गेट्स की पहले एग्जांपल दी थी कि मैं बिल गेट्स को सुन रहा था तो वो कह रहा था कि मेरी जिंदगी का मकसद दुनिया से पोलियो और मलेरिया खत्म करना बहुत काम किया है बिल गेट्स ने यार बिल गेट्स ने बहुत और आप देखें ना वो कोई चर्च से मुतासर होकर नहीं कर रहा उसकी अपनी जाती तरजीहात है मैं भी स्पिरिचुअल हूँ इस चीज को लेके कि मैं दुनिया में अमन को प्रमोट करने में अपना किरदार अदा करूं तो दुनिया में दो तरह के जो थे वो लोग हैं एक तो आप लोगों की तरह है कि जो रिलीजन को बेस बनाकर तफरका पैदा कर दें और एक दूसरे को मार दें जिस तरीके से आप लोग हैं सारे आमिर नज़ीर भाई हो गए और जो थे वो तलत मलिक साहब हो गए और इस तरह के जितने ये वो लोग हैं जो रिलीजन के बेस के ऊपर डिफरेंस क्रिएट करेंगे बाकी दुनिया के अंदर ऐसे भी लोग हैं जो रिलीजन की बेस के ऊपर नेक काम कर रहे हैं और वो ये नहीं देखते कि जनाब मैं एक चीज ऐड करना चाहूंगा कि मजहब से ताल्लुक रखने वाले तमाम लोगों का ये अकीदा है कि मजहब की इंसानियत सिखाता है जी जी वो वही मैं बात कर रहा हूँ एक शेर से अपनी बात एंड करने एक ना सवाल आया है रुके एक सवाल आया सिखाता आपस में बैर रखना एक ना सवाल आया आपके लिए एक सवाल है दोनों दोस्तों के लिए एक सवाल आया नीचे सोनी साहब लिख रहे हैं कि मुस्तकबिल में इंतहा पसंदी और जहालत वाले मजहबी ग्रोह खत्म हो जाएंगे आपको लगता है जी बिल्कुल ये मुझे लगता नहीं कि मैं आपको बता रहा हूँ ये खत्म हो जाने उसकी वजह ये है कि ये जो मजहब है ना इसका बेसिकली ताल्लुक मॉडर्निज्म के साथ बहुत गहरा है अब दुनिया के जितने भी मुल्क जहाँ पे तालीम और शऊर आम है वहाँ पे आपको मजहब स्ट्रगल करता मिलेगा और दुनिया का कोई एक ऐसा मुल्क मुझे बता दें जहाँ पे जहालत आम हो गुर्बत हो अफलास हो और वहाँ पे मजहब की जड़ें मजबूत ना हो पूरी दुनिया में ऐसे ही है आप जैसे ये जर्मनी से निकलेंगे और पाकिस्तान तक सफ़र करेंगे ना जैसे जैसे आप नीचे चलते जाएंगे मजहब की जड़ें मजबूत से मजबूत और होती जाएंगी और आप टर्की में जाएंगे आपको टर्की अब यूरोप और एशिया के दरमियान में आधा टर्की मजहब को मानता है आधा नहीं मानता थोड़ा सा आगे जाएंगे ईरान में तो ईरान में उस कदर मजहब को लेके लोग अग्रेसिव नहीं है जिस तरह पाकिस्तान में है तो अब जैसे अब टर्की से यूरोप की तरफ निकलेंगे टर्की से जो अगला ग्रीस है तो वहाँ पे ये रेशो कम होके 70-30 हो जाएगी जैसे जैसे आगे आएंगे अब जर्मनी में रिसेंटली एक सर्वे हुआ था तो जर्मनी में 88% लोगों ने कहा हमारी ज़िंदगी में मज़हब का कोई लेन देन नहीं है हम सिर्फ इंसानियत को अपना मज़हब मानते हैं तो ये जो परसेंटेज है ना ये मैंने बताया कि जहाँ पे जितना शऊर होगा इवन आप लाहौर भी चले जाएं लाहौर के जो डिफेंस और कैंट के इलाके हैं जहाँ पढ़े लिखे लोग ज़्यादा हैं वहाँ पे आपको उलमा कम मिलेंगे और जैसे ही आप कच्ची आबादियों और जहाँ पे पढ़े अनपढ़ लोग रहते हैं वहाँ पे आपको दरबार भी मिलेंगे पीर भी मिलेंगे मसाजिद भी भरी मिलेंगी
तो इस चीज़ का जहालत और के साथ बहुत गहरा ताल्लुक है। दूसरी चीज़ मैं कहता हूँ कि 30,000 मज़ाहिब में से अपने ऊपर ये लेबल लगाना विदाउट एनी रीज़न कि उन 30,000 में एक मैं ही हूँ जो ठीक है, बाकी सारे गलत हैं, तो ये जब आप अपने इस कॉम्प्लेक्स का शिकार हो जाते हैं ना, तो फिर ऑटोमेटिकली आपको ये एक फीलिंग आती है कि मैं आला हूँ और बाकी मुझसे कम है। तो अच्छा, एक सवाल अलीम है, भाई एक मिनट मुझे भी दीजिए। क़यामत के बारे में है ख्याल आपका? देखें, क़यामत के बारे में मैं ये कहता हूँ कि जब इंसान हम जैसे जानवर खाते हैं ना, ज़िबा करके, जैसे एक बकरा है, तो वो हमारी खुराक है, हम उसको काटते हैं, उसकी चर्बी उतारते हैं, उसे पकाते हैं और खा जाते हैं। बिल्कुल इसी तरह जो एक इंसान है ना, ये जब मर जाता है ना, तो इसको ज़मीन के नीचे दफना दिया जाता है। तो ज़मीन के नीचे जब इंसान दफन हो जाता है ना, तो वो ज़मीन के जो अंदर हशरात है ना, वो उनकी खुराक है। जिस तरह हमारी बहुत सारे जानवर खुराक है, इस तरह हम भी बहुत सारे जानवरों की खुराक है। अब देखें, हमें कहा जाता है कि जी वो क़यामत वाले दिन वो फूंक मारी जाएगी और हड्डियां इकट्ठी होंगी और ये होगा। अब हिंदुओं की तो हड्डियां नहीं होती, वो तो अपने बंदे को वैसे जला देते हैं, तो वो कहाँ से इकट्ठे करेंगे? वो भी इकट्ठी हो जाएंगी, सारी चीजें इकट्ठी हो जाएंगी। मैटर कैन नॉट बी नाइदर बी क्रिएटेड नॉर बी डिस्ट्रॉयड, उधर ही रहेगा, वो भी इकट्ठी हो जाएंगी। नहीं देखें, मैं एक दिन क्रिकेटर है जितने पढ़े लिखे आप I'm sure आपको पता होगा फिंगरप्रिंट्स जो हैं वो तभी इजाद हुई है ना, अभी 100 साल से अलीम ज्यादा भाई टाइम नहीं हुआ एक मिनट होगा। दे जाएगा, इन्होंने एक बात की, मैंने उसका जवाब देना, सिर्फ इजाजत देंगे तो मैं बात करता हूँ। जी करें बात सर। जी भाईजान, आपने भी कहा कि मजहब जो है उनमें जो शिद्दत पसंदी है वो खत्म हो जाएगी। हो सकता है कि आपकी बात सच हो, मजहबी शिद्दत पसंदी जो खत्म हो जाएगी। अभी आप जो वर्ल्ड ऑर्डर देख रहे हैं उसमें मजहबी शिद्दत पसंदी ज्यादा है कि नेशनलिज्म शिद्दत पसंदी ज्यादा हो रही है? अब हर कंट्री जी नेशनलिज्म, सारी वॉर्स नेशनलिज्म की वजह से हो रही है। सर ये चीजें ना दुनिया में सबसे ज्यादा उसकी वजह ये कि अगर आप फ्रांस और जर्मनी की हिस्ट्री उठा कर नेशनलिज्म ने ये दोनों चीजें हैं, लेकिन ये दोनों चीजें अब कम हो रही हैं। नहीं, ज्यादा नेशनलिज्म वॉर्स ज्यादा हो रही हैं। अगर आप अभी देख लें, अभी सर्वे उठा के देख लें। नहीं, मैं नहीं मानता ये। अगर आप हिस्ट्री पढ़े ना, तो ये आज से 100 साल पहले जितनी जंगें होती थी उसके मुकाबले में आज जंगों की तादाद कम है। नहीं, पहले जंगें होती थी इलाकाई, छोटे छोटे इलाके होते थे। अब जो वॉर्स होने वाली हैं या जो हो रही हैं वो तो मिसाइल टेक्नोलॉजी, बम्बास्टिंग और ये सब कुछ चल रहा है वहां पे। तो आप उसको ये ना, इसको आप उसकी रेशो इससे कैलकुलेट करें कि मरने वाली तादाद कितनी है। आप इससे तादाद बहुत कम है आज के मुकाबले में। आज अगर आपको हिस्टोरिक इवन 70-75 साल पहले यूरोप तकरीबन सारा जंगों में बिजी था, लेकिन आज देखें, आपने यूरोप में कहीं भी जाना है, अपना पासपोर्ट लें, जेब में 100 यूरो डालें, गाड़ी में तेल डलवाएं और पूरे यूरोप में जहाँ मर्जी चले जाएं। लेकिन आज से 200 साल पहले फ्रांस और जर्मनी का कोई भी ऐसा टाइम नहीं होता था जब इनकी कोई जंग ना चल रही हो। अच्छा, वेरी गुड। अच्छा, एक और सवाल है, जाहिद जमील साहब बात करना चाहते हैं, लेकिन सोनी साहब को मैं सवाल साथ साथ ले रहा हूँ। वो कह रहे हैं कि इंसान की खुदगर्जी और लालच और मफाद परस्ती कभी खत्म होगी आपके नजर में? इंसान नहीं, देखें, ये खत्म नहीं हो सकती। इसको खत्म एजुकेशन कर सकती है। एजुकेशन ऐसे कर सकती है कि ये चीज़ें ख़त्म नहीं हो सकती, इनको कम किया जा सकता है। और एजुकेशन इंसान को मुहज़्ज़ब बनाती है, आपके अंदर फ्लेक्सिबिलिटी को बढ़ाती है, एक्सेप्टेंस की जो उसे बढ़ाती है। तो ये चीज़ें ख़त्म नहीं होंगी, लेकिन उसे बर्दाश्त करने की सलाहियत आहिस्ता आहिस्ता बढ़ती जाएगी। भाईजान, जिन्होंने आज तक एटम का इस्तेमाल किया वो उस्मान साहब, एक मिनट सर, मोरालिटी भी आहिस्ता बारी रुके। मैंने पहले ही कहा है कि इधर सारे पढ़े लिखे मुहज्जब लोग बैठे हुए हैं, आराम से बात कर रही हैं, बारी बारी। मैं पहले ये क्लेम कर चुका हूं कि हमारी ब्रॉड पे ना कभी गाली पड़ी है, ना कभी लड़ाई होती है, ना कोई बंदा लड़ता है एक दूसरे से। तो आप लोगों ने इसका ख्याल रखना है, बारी बारी बात करें। जो बंदा जरा जज्बाती है, सेंसिटिव है, वो बात ना करे। तो अब जाहिद जमील साहब एक सवाल कर लें। अहमद सुल्तान साहब बड़ी अच्छी शख्सियत है, बड़ी अच्छी बात करते हैं, वो बात करेंगे। नीचे फैसल साहब कह रहे हैं वाकई फैसल भाई बिल्कुल वाकई, कोई शक है आपको? कोई लड़ाई झगड़ा हम नहीं करते। जाहिद जमील साहब बात करें, उसके बाद आप बारी बारी बात कीजिए आराम से। अच्छा, मैं अलीम भाई इनके एक वो जो बात की है ना कि जब बंदा मर जाएगा, तो मैं यही सवाल कर रहा था क़यामत के बारे में इनका क्या ख्याल है कि क़यामत के बारे में क्या इनका राय है? ये बता दिया उन्होंने, अभी बताया।
جی میں دوبارہ ایکسپلین کر دیتا ہوں. یہ بیسیکلی نا یہ جو 3 مذاہب ہیں نا، میجر کرسچینٹی اور جوش ریلیجن اور اسلام ریلیجن، یہ تینوں مذاہب ہیں عرب کے. تو آپ دیکھیں جب کوئی ایک پولیٹیکل پارٹی بنتی ہے نا، اور اس پولیٹیکل پارٹی میں سے ٹوٹ کے ایک نئی پولیٹیکل پارٹی بنتی ہے، تو جو نئی پولیٹیکل پارٹی ہوتی ہے نا، وہ کہتے ہیں کہ ہم نے اپنا جھنڈا بھی ان سے مختلف رکھنا ہے، ہم نے اپنا منشور اور آئین اور اپنی جو ترجیحات ہیں وہ ان سے تھوڑی ڈیفرنٹ رکھنی ہے. تو یہ کانسیپٹ بیسیکلی آیا تھا. پہلے تو جو جوز تھے نا، وہ لائف آفٹر ڈیتھ پہ بلیو نہیں کرتے. جو یہودی ہیں وہ کہتے ہیں یہی دنیا ہے، یہیں سے زندگی شروع ہونی ہے اور یہیں پہ ختم ہو جانی ہے، اس لیے جو کرنا ہے یہیں پہ کر لو، اس کے بعد کچھ بھی نہیں ہے. تو جب حضرت عیسیٰ کا جو واقعہ ہوا تھا نا، جب ان کی ڈیتھ ہوئی تھی حضرت عیسیٰ کی، تو اس کے جی میری آواز آ رہی ہے نا آپ لوگوں کو؟ جی لاؤڈ اینڈ کلیئر. اوکے. تو میں حضرت آپ کی رائے پوچھ رہا ہوں، آپ یہودیوں کی میں رائے دوسروں کی رائے نہیں پوچھ رہا، میں آپ کی پوچھ رہا ہوں کہ آپ کا کیا کنسیپٹ ہے. میں آپ کو پورا بیک گراؤنڈ بتا رہا ہوں کہ میں کیوں ایسا یا کیا کہہ رہا ہوں یا کیا. اچھا، تو اس کے بعد نا جب حضرت عیسیٰ کی ڈیتھ ہوئی ہے نا، تو حضرت عیسیٰ کی لاش نہیں دی انہوں نے اس وقت کے بادشاہوں نے، جیسے بالکل بھٹو صاحب کی لاش نہیں دی تھی فوج نے. تو حضرت عیسیٰ کی لاش نہ ملنے کی وجہ سے پھر عیسائیوں کا یہ عقیدہ بن گیا تھا کہ حضرت عیسیٰ سے دوبارہ ملاقات ہوگی، لیکن جہاں پہ ملاقات ہوگی وہ ایک بڑی روحانی جگہ ہوگی، اور وہاں پہ صرف ان لوگوں کی ملاقات ہوگی حضرت عیسیٰ سے جو ان کو مانتے ہیں، اور اس جگہ کا نام جنت ہوگا. تو یہ جو کانسیپٹ ہے یہ بیسیکلی اڈاپٹڈ کانسیپٹ ہے. تو مسلمانوں نے بھی اس چیز کو اپنایا اور انہوں نے کہا کہ نہیں، یہ زیادتی ہے، یہ بہت بڑی زیادتی ہے کہ ایک بندہ سر عثمان بھائی اپنی بات کرتا ہے. نہیں، آپ میری بات سن لیں، میں بڑا چھوڑنے لگا، میں بیٹھنے لگا، میں صرف ایک احتجاج کرنے لگا ہوں. ایک بندہ اتنا بڑا اپنا بیان کرتا ہے لیکن اس کے کاؤنٹر میں آپ بات نہیں کرنے دیتے. کبھی ایک کہتے ہیں یہ 4 سیکنڈ بعد نہیں، بولو، ہم 5 سوال سیکنڈ بعد کر لے رہے ہیں ان سے، وہ ہمارے دوست ہیں، روز آیا کریں گے، وہ ساتھ بیٹھیں گے. سوال کر رہے ہیں، آپ سوال کر رہے ہیں، ایک بلینکٹ جواب دے کر پھر اس بات پہ کوئی کاؤنٹر آپ کو سوال نہیں ہوتا. اعتراض ہے تو اعتراض آپ کاؤنٹر نیریٹو تو آپ سن ہی نہیں رہے، یہ صحیح کہہ رہے ہیں عثمان جی. لیکن کاؤنٹر نیریٹو آپ ان کو دے دیجئے گا بعد میں جتنا مرضی. جی آپ سوال کر سکتے ہیں، میں یہاں پہ بات روک دیتا ہوں، آپ کریں بات. سوال کریں، جواب لے لیں بس. تھا علیم بھائی، ان کا کہنا یہ تھا، میں نے سوال کیا کہ آپ کا کیا خیال ہے مرنے کے بعد زندگی کا. تو آپ دوسروں کی باتیں لے کے آپ سیدھا سیدھا جواب دیں کہ میں یہ کہتا ہوں. بھائی ختم. تو میں جی ٹھیک ہے، میں یہ کہتا ہوں کہ زندگی کے بعد کوئی زندگی نہیں ہے. یہ ایک نا، یہ ایک ابھی میں ایک دن ایک کرکٹر کو سن رہا تھا، تو وہ کہہ رہے تھے کہ اللہ کسی نے دیکھا نہیں دیکھا، میں کرکٹ کی بات نہیں کر رہا، میں آپ کی بات بس ہو گئی نا، آپ نے کہہ دیا. میں یہ ابھی اگلا میرا سوال یہ ہے بھائی کہ آپ کس چیز سے دلیل لیتے ہیں یہ کہ زندگی کے بعد جو موت کے بعد زندگی نہیں، کس چیز سے آپ دلیل دیتے ہو؟ آپ کے پاس اس چیز کی کون سی دلیل ہے کہ مرنے کے بعد دوبارہ زندہ ہونا ہے؟ اب ہندوؤں کا عقیدہ ہے کہ ہم نے مرنے کے بعد نہیں یار، پھر ہندوؤں کی طرف نہ جائیں. میں آپ کی بات کر رہا ہوں بھائی، آپ ہندو ہیں، میں آپ کی بات کر رہا ہوں. جی میں ہندو بھی ہوں بھائی میری بات سنیں، میں آپ سے سوال کر رہا ہوں، مت یہ دوسرے مذہب کو چھوڑ دو، اب اپنی بات کرو بس. ابھی آپ میرے سے پوچھ رہے ہو کہ آپ کے پاس کیا دلیل ہے کہ مرنے کے بعد زندہ ہونا ہے. جی ٹھیک ہے، اس کا ثبوت قرآن مجید میں بھی ہے. ٹھیک ہے، اور بہت ساری ایسی کتابیں بھی ہیں جس سے ملتا ہے. ابھی سائنس بھی جو ترقی کر رہی ہے نا، دیکھو سن لو، ابھی سائنس جو ترقی کر رہی ہے، آپ پتہ ڈی این اے کیا ہوتا ہے؟ جی ڈی این اے ایک وہ چیز ہے، آپ پوری باڈی کو آگ بھی لگا دو نا، وہ ختم نہیں ہوتا، پھر بھی چیک ہو جاتا ہے. جی آپ کو پتا ہے اس چیز کا؟ جی وہ ایک بیج ہے جو کہیں بھی پھینک دو گے نا. تو ابھی میں مثال دینے لگا ہوں دنیا کی، جو آپ چل رہے ہیں نا دنیا کے حساب سے، اس حساب سے میں جواب دینے لگا ہوں کہ دنیا کے حساب سے دیکھو، ایک زمین کے اندر اگر 10 سال بارش نہیں ہوتی نا، کیا ادھر کوئی ہریالی آئے گی؟ نہیں آئے گی. آئے گی کہ نہیں آئے گی نا. ایک دن دور ہے، 30 منٹ اگر بارش ہو جائے نا، اس کے بعد ادھر ہریالی ہو جائے گی. وہ بیج کہاں سے آئے؟ جی میں جواب دوں. جی میں آپ کو جنت کا ہی پہلے کانسیپٹ والا کلیئر کر دوں. دیکھیں، جب کوئی کہتا ہے نا کہ زندگی مرنے کے بعد کیسی ہوگی، تو پھر میں باقیوں کو بھی اسٹڈی کروں گا کہ باقی اس کے بارے میں کیا کہتے ہیں.
तो तमाम के जो अकायद हैं ये देखें किसी ने देखी है जन्नत, किसी ने नहीं देखी। ये बेसिकली हमारे अकायद हैं जो हमें वरासतन मिले। अगर आप किसी को जानते हैं जो जन्नत से होके आया हो तो बताएं मुझे। अभी मैं एक दिन हमारे जो अब्दुल कादर जिलानी है जो औलिया हैं जिनको गौस पाक भी कहा जाता है, उनका एक दिन एक मैं वाक़या सुन रहा था कि वो कब्र में थे, जब गए और फरिश्ते आए उनके पास और उनसे पूछा कि हम आपसे आपका हिसाब लेने आए हैं। तो उन्होंने फिर ये कहा फरिश्तों को और फरिश्तों ने ये कहा, तो उनकी जो कन्वर्सेशन हुई, मुझे एक लम्हे के लिए सोच के बताएं कि ये बातें बाहर इंसानों को कैसे पता चली हैं। कब्र के अंदर होने वाली कन्वर्सेशन का इंसानों को कैसे पता चल सकता है? तो ये सारी ख्याली बातें हैं जो इंसानों की ही बनाई हुई होती हैं। अभी जैसे वही गौस पाक जिनकी मैं एग्जांपल दे रहा हूँ, वो मानने वाले, उनका अकीदा है कि गौस पाक 40 दिन तक एक टांग पे खड़े होकर इबादत किया करते थे। तो ये प्रैक्टिकल बातें नहीं है भाई, थोड़ा गुस्सा ना करना, मेरी नहीं, इस बात का मैं माइंड ना करना। गुस्सा नहीं मसला भला क्या है? ठहर गौस जाए पाक को मैं अंदर नहीं ला रहा। ठहर जाए एक मिनट। आपने जो किताबों में बातें पढ़ी हैं, पता नहीं वो किसने लिख दी हैं और किस तरह की, उनकी कोई ऑथेंटिसिटी नहीं है। आप अपना ज़ाती तजर्बा और मुशाहिदा शेयर करें लोगों के साथ। आप पैदाइशी तौर पर आपने बताया कि आप अहमदी थे, मिर्ज़ा साहब को फॉलो करते थे, मानते थे। क्या गलती नज़र आई आपको? किस वजह से आप पीछे हटे? बस ये शेयर करें। बाकी जो किसी का आइडिया है जहाँ से उसको समझ आई है, आप 2 घंटे लगा के अपना वो बयान करेंगे ना, हो सकता है कोई एग्री ना करे आपसे, क्या फायदा? मैं 2 मिनट में करता हूँ। मैंने तमाम मज़ाहिब का, मैंने पहले भी कहा कि मैं मुआजना करता हूँ। मैंने अपने मज़हब का बाकियों से मुआजना किया और मुझे कोई भी दूसरे से डिफरेंट नहीं लगा। डिफरेंट हैं लेकिन किसी के पास कोई ऐसी वजह नहीं है जिससे कोई अपने ऊपर मुनफरिद होने का लेबल लगा ले। अलग हैं। मतलब मिर्ज़ा साहब ने जो दावे किए कि मेरे साथ खुदा हम कलाम होता है, मुझे ये खबरें देता है, आपको कैसे लगा कि वो दुरुस्त नहीं है बातें उनकी? देखें, वो ये जो दौर था ना, ये दौर था जहालत का, तो उस वक्त कुछ भी बिक जाता था। 100 साल पहले की बात है जी, 100 साल पहले की बात है, या 2000 साल पहले की बात है, या 4 साल पहले की बात है। ये लोगों को शऊर अब आना स्टार्ट हुआ है और उसकी वजह सिर्फ और सिर्फ टेक्नोलॉजी और सोशल मीडिया है। क्योंकि सोशल मीडिया के ज़रिए हम दुनिया से कनेक्टेड हो गए हैं। जब मैं छोटा था तो मुझे इस्लाम के अलावा दुनिया के किसी मज़हब का नहीं पता था, मुझे पाकिस्तान के अलावा दुनिया के किसी मुल्क का नहीं पता था। जैसे जैसे मैं बड़ा हुआ तो मैंने बाकियों को भी स्टडी किया, बाकियों से अपना मुआवजा किया। अब मैं एक पाकिस्तानी हूँ, लेकिन मुझे पाकिस्तानी होने पे फ़ख्र नहीं है, क्योंकि ऐसी कोई चीज़ है नहीं मेरे पास जिस पे मैं फ़ख्र करूँ। पाकिस्तान वो मुल्क है जहाँ मैं पैदा हुआ हूँ, इससे ज़्यादा और मैं किस बात पे फ़ख्र करूँ? तो मैं पाकिस्तान का मुआवजा जब दुनिया के दूसरे अहमद सुल्तान साहब कुछ करना चाह रहे हैं आपसे। जी शुक्रिया अलीम भाई। मैं ये कहना चाहूँगा ह्यूमैनिटेरियन भाई, आपकी रीजनिंग मैंने सुनी है जी, लेकिन ये है कि अगर जिंदगी में से आप मोरालिटी को निकाल दें, मोरालिटी जो होती है वो मजहब से आती है, मोरालिटी ह्यूमैनिटी से नहीं आती है। उसकी एग्जांपल ये है कि अगर आज भी आप देख लें उन लोगों को कि जो जंगलों में रहते हैं और जो जिनके पास मजहब नहीं था, वहाँ कोई मोरालिटी नहीं थी। मोरल वैल्यूज एंड एथिक्स ये आती रिलीजन से जो थे वो है। इवन ये जो ह्यूमैनिटेरियन जो आपने निक रखा हुआ है, ये भी आपको मजहब ने जो था वो सिखाया है। तो मुझे ये लगता है कि आपके कोई पर्सनल रीजंस हैं कि आपने जो थी वो जमात छोड़ दी, लेकिन 100% आप अपने दिल के ऊपर हाथ रख के जो था वो ये बताएं कि आपको ये चीज़ें कि सच बोलना है, झूठ नहीं बोलना, नेकी करनी है, बुराई जो थी वो नहीं करनी, और ये कि जनाब जो था वॉशरूम जाने के बाद अपने आप को क्लीन जो था वो करना है। ये सारे काम आपको किसने सिखाए हैं? ये सारे काम आपको रिलीजन ने जो थी वो सिखाई है, मोरालिटी भी और वैल्यूज भी, एथिक्स भी। लेकिन आपने जो मजहब छोड़ा है वो आपकी जाती वजूहात जो थी वो होंगी। इसलिए उसके बेसिस के ऊपर ये कहना कि ये तमाम चीज़ें मजहब से नहीं आती, अगर मजहब ना होता तो आप हैवान होते और आप दरिंदे होते। थैंक यू। मैं इस बात से इत्तेफाक इसलिए नहीं करूँगा कि देखें, आप इसे मज़हब से तो जोड़ सकते हैं लेकिन इस्लाम से नहीं जोड़ सकते, क्योंकि दुनिया के बहुत सारे मुल्क हैं जहाँ पे इस्लाम नहीं है लेकिन वहाँ भी लोग खाना खाते हुए हाथ धोते हैं। तो इसको किसी ख़ास मज़हब से नहीं जोड़ें, लेकिन मज़हब की जो तालीम है वो अच्छी होती है। लेकिन दुनिया का कोई भी ऐसा मज़हब नहीं है जिसकी तालीम अच्छी नहीं है। दुनिया के तमाम मज़ाहिब ये चीज़ें सिखाते हैं, और ऐसा भी नहीं है कि ये चीज़ें ईजाद भी मज़हब ने की हैं। मतलब इन चीज़ों का कॉन्सेप्ट मजहबी तारीख से पहले भी था। और नहीं था नहीं सर, आप उस वक्त जिंदा तो थे नहीं। आप देख लीजिए जितनी भी पेगन सोसाइटीज वगैरह थी जहाँ पर मजहब नहीं था, पेगन में था, पेगन को ओडिन को मानते थे,
फ्रे को मानते थे, पेगन ओडिन को मानते हैं। जी हाँ पेगन जो थे उनके पास भी ओडिन था, फ्रे था, वो सारा यकीन रखते हैं उस पर। और दूसरी चीज़ ये कि मोरालिटीज़ तो मेरी पहली तरजीह है, मैं मोरालिटीज़ की बेस पे ही कहता हूँ कि यार मुझे किसी मज़हब से मसला नहीं, लेकिन मुझे तकलीफ़ होती है जब मैं मोरालिटीज़ से गिरी हुई चीज़ें देखता हूँ कि इंसान मज़हब के नाम पे लड़ते हैं। अच्छा अहमद सुल्तान साहब, लेकिन वो पेगन ज्यादा खुदा को मानते हैं, वो थोर है पानी का, बाकी आगे वो तो उनमें मोरालिटी नहीं थी ना। मैं इब्राहिमिक रिलीजन को सिर्फ रिलीजन कंसीडर करता हूँ, बाकी सारे कोई मोरालिटी थी नहीं, वो रिलीजन नहीं है। नहीं उनमें कोई मोरालिटी नहीं थी, ना माना जाए तो लेकिन गॉड को मानते हैं वो, उनका गॉड्स थे, उनका अपने असूल कवानीन थे। उनको वर्शिपर्स, नेचर वर्शिपर्स क्या लें आप उनको, लेकिन उनको रिलीजन, जब मैं बात कर रहा हूँ तो मैं सिर्फ इब्राहिमिक रिलीजन्स की बात कर रहा हूँ। हाँ ठीक है, थैंक यू। अच्छा जी, ये बार बार बात कर रहे हैं कि एक दूसरे पे कीचड़ उछालते हैं और बुरा भला कहते हैं, ये इस्लाम की भी यही तालीम है और जमात अहमदिया की यही तालीम है कि किसी को बुरा भला नहीं कहना। ये कह रहे हैं कि ये अपनी वालदा से बहुत प्यार करते हैं, अगर खुदा न खास्ता इनकी वालदा को कोई बुरा भला कहता है तो इनको कैसा लगेगा? बुरा लगेगा, इसमें कौन सी बात है? ऐसी बात है कि हम तो किसी को बुरा नहीं कहते, लेकिन जब हमारे प्यारों को बुरा कहे तो हमें तो गुस्सा लगेगा ना। सर मैंने किसी के प्यारे को बुरा नहीं कहा, मैं एक मिसाल दे रहा हूँ भाई। आप जो कह रहे हैं ना कि सारे मजहब आपस में एक दूसरे को कीचड़ निकालते हैं, वो देखिए असल मसला ये है कि जब हमारी बात ऐसे है कि थोड़ी सी बात लंबी हो जाती है तो फिर जो है ना गरारियां फंसती हैं और धुएं का खतरा